तेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल। 9:17 हो गए। 16 अगस्त का दिन है, वरा 2021 का सोमवार है। भादों हो गई एक अज, एक भादों नानक शे संमत 553। निघा हार्दिक स्वागत है जी। देश पंजाब के झरोखे चो गल्लां बातां चलणगीਆਂ। देश पंजाब के झरोखे चो सरदार नवकिरण सिंह पत्ती दे नाल ते फिर अफगानिस्तान की खबरसार। कबड्डी का टूरनामेंट वड्डा कप कल होया, कुंभे हो गया, सिरे लागी गल। कबड्डी की गलबात करांगा जे समा वधिया मिलिया, जे ना समा मिलिया फिर खुल के गल तुहाडी साथ च होएगी। इस दे नाल ही अज खास गलबात लई मेहमान स्टूडियो दे विच आ रहे ने भाईचारे दे इक्को एक जिहड़े जिन्हां ने 40 वरियां तो वध ਜਿਹੜਾ जब कोई भी सरदार हंटिंग करन जांदा नहीं सी, सब तो पहला नंबर राज सिंह राय उन्हां दा सी। ਉਹ ग्रैंड पेरेंट्स क्लॉज ਦੇ ਵਿੱਚ ਆਉਂਦੇ ਨੇ। ਬਹੁਤ ਜ਼ਿਆਦਾ ਹਥਿਆਰਾਂ ਦੇ ਸ਼ੌਕੀਨ ਤੇ ਨਾਲ ਪੜਾਉਂਦੇ ਨੇ। ਤੁਸੀਂ ਅਸਲੇ ਦਾ ਲਾਇਸੈਂਸ ਕਿਵੇਂ ਲੈਣਾ ਹੈ, ਅਸਲਾ ਰੱਖਣਾ ਕਿਵੇਂ ਹੈ ਤੇ ਗੋਲੀ ਸਿੱਕਾ ਕਿਵੇਂ ਸਾਂਭਣਾ, ਨਵੇਂ ਕਾਨੂੰਨ ਕੀ ਨੇ, ਰਜਿਸਟਰੀ ਕੀ ਹੁੰਦੀ ਆ, ਪ੍ਰੋਹਿਬਿਟਡ ਗਨਸ ਕਿਹੜੀਆਂ ਨੇ, ਰਿਸਟ੍ਰਿਕਟਡ ਗਨਸ ਕਿਹੜੀਆਂ ਨੇ, ਨਾਨ ਰਿਸਟ੍ਰਿਕਟਡ ਕਿਹੜੀਆਂ ਨੇ, ਡੱਬ ਦੇ ਅਸਲੇ ਕਿਹੜੇ ਨੇ, ਮੁੱਢ ਤੇ ਟੰਗਣ ਵਾਲੇ ਕਿਹੜੇ ਨੇ। ਇੱਥੇ ਮੁੱਢ ਤੇ ਨਹੀਂ ਟੰਗਦੇ, ਨਾ ਹੀ ਡੱਬ 'ਚ ਰੱਖਦੇ ਆ। ਕੰਸੀਲਡ ਵੈਪਨ ਜਿਹੜੇ ਨੇ ਇਹ ਤਾਂ ਅਮਰੀਕਾ ਦੇ ਵਿੱਚ ਹੀ ਨੇ, ਆਨੰਦ ਲੈਂਦੇ ਨੇ। ਇੱਥੇ ਨਹੀਂ ਹੈ। ਇੱਥੇ ਦੇ ਕਾਨੂੰਨ ਕੀ ਨੇ। 10:10 ਤੇ ਸਟੂਡੀਓ ਦੇ ਵਿੱਚ ਰਾਜ ਰਾਏ ਜੀ ਆਉਣਗੇ। ਅੱਜ ਗੱਲਾਂ ਬਾਤਾਂ ਚੱਲਣਗੀਆਂ। ਨਵੇਂ ਕਾਨੂੰਨ ਕੀ ਨੇ, ਲੇਟਲੀ ਪ੍ਰੋਹਿਬਿਟਡ ਰਿਸਟ੍ਰਿਕਟਡ ਤੇ ਪ੍ਰੋਹਿਬਿਟਡ ਵੈਪਨਸ ਦੀਆਂ ਕੁਛ ਇੰਸਟਰਕਸ਼ਨਸ ਆਈਆਂ ਨੇ ਕਿ ਪਹਿਲਾਂ ਉਹਦਾ ਕੈਰੀ ਪਰਮਿਟ ਨਹੀਂ ਲੈਣਾ ਪੈਂਦਾ ਸੀ ਘਰ ਤੋਂ ਲੈ ਕੇ ਸ਼ੂਟਿੰਗ ਰੇਂਜ ਤੱਕ, ਹੁਣ ਫੇਰ ਲੈਣਾ ਪੈਂਦਾ। ਉਹਦਾ ਕਾਰਨ ਤੇ ਦੱਸਣਗੇ ਆ ਕੇ। ਤੁਹਾਡਾ ਵੀ ਕੋਈ ਸਵਾਲ ਹੋਇਆ ਸਮਾਂ ਕੱਢ ਕੇ ਪੁੱਛਾਂਗਾ। 604 204 0600 604 204 0600। ਹੱਡਾਂ ਦਾ ਖੁੱਲਾ, ਪਿੰਡੀ ਦਾ ਦੁੱਲਾ, ਪਿੜਾਂ ਵਿੱਚ ਘੁਲਦਾ ਪਾੜਦਾ ਖਾਖਾਂ। ਵਕਤ ਸੀ ਥੰਮਿਆ ਲੱਦੀ ਨੇ ਜੰਮਿਆ, ਰਗੜ ਕੇ ਪਿਸਤੇ ਘੋਟ ਕੇ ਦਾਖਾਂ। ਫੜਕਦੇ ਡੌਲੇ ਨਵੇਂ ਨਿਤ ਰੌਲੇ, ਸਾਣ ਤੇ ਚੜੀਆਂ ਤੇਜ ਕਿਰਪਾਨਾਂ। ਮਾਰਦੀਆਂ ਡਾਕੇ ਜੀ ਪੈਣ ਪੜਾਕੇ, ਸੁਦਾਗਰ ਫਿਰਦੇ ਬਚਾਉਂਦੇ ਜਨ। ਉਹ ਭੇਤਣ ਦਿਲ ਦੀ ਚਨਾ ਤੇ ਮਿਲਦੀ, ਨੈਣ ਸੀ ਜੀ ਦੇ ਹੁਸਨ ਦੀਆਂ ਮੰਡੀਆਂ। ਰੋਕ ਨਾ ਅੜੀਏ ਮੋਤੀਆਂ ਜੜੀਏ, ਲਾਹੌਰੋਂ ਪੱਟ ਕੇ ਲਿਆਉਣੀਆਂ ਝੰਡੀਆਂ। ਜਿਉ ਨਾਗ ਲਪੇਟਾ ਕੋਈ ਮਾਰੇ ਨਹੀਂ, ਡੰਗ ਦਿਆਂ ਦਿਸ਼ਾਵਾਂ ਚਾਰੇ ਨਹੀਂ। ਮੇਰੀ ਮੌਤ ਕਰੂ ਜਗ ਚਾਨਣ ਨਹੀਂ, ਹੋ ਦੁੱਲਾ ਦੁੱਲਾ ਨਾਰੇ ਨਹੀਂ। ਨਾਲ ਦੇ ਬੈਲੀ ਮੌਤ ਦੀ ਥੈਲੀ, ਰਹਿੰਦੇ ਨਿਤ ਸ਼ੱਕ ਦੇ ਲਾਚੀਆਂ ਖੋਪੇ। ਆਉਂਦੀਆਂ ਨਸਲਾਂ ਬਚਾ ਲੋ ਫਸਲਾਂ, ਬੋਲ ਦਿਓ ਹੱਲੇ ਦੇੜ ਦਿਓ ਤੋਪੇ। ਜਦ ਪੀੜ ਬਣੂ ਪ੍ਰਕਾਸ਼, ਮਿੱਟੀ ਦਾ ਪੁੱਤਰ ਉੱਠੂ ਖਾਸ। ਬੈਰੀ ਦਾ ਨਾਸ ਕਰੂਗਾ ਲੈ ਕੇ ਰੱਬ ਦਾ ਨਾਂ। ਮੇਰੇ ਦੇਸ਼ ਦੀਆਂ ਧੂੜਾਂ ਮੇਰਾ ਧਰਵਾਸ, ਮੇਰੀ ਅਰਦਾਸ ਮੇਰੇ ਹਰ ਸਾਹ 'ਚ ਸੂਹਾ ਸੂਰਜ ਉੱਗ ਰਿਹਾ। ਛਿੜਨ ਚਰਨਾਟਾਂ ਉੱਠਦੀਆਂ ਲਾਟਾਂ, ਦੇਸ਼ ਨੂੰ ਦੁੱਲਿਆ ਤੇਰੀਆਂ ਲੋੜਾਂ। ਬੁਲਬੁਲੇ ਝੱਗਦੇ ਬਣਾ ਦਿਆਂ ਅੱਗ ਦੇ ਡੱਕਰ ਦਾ ਘੋੜਾ, ਮੈਂ ਬਾਗਾ ਮੋੜਾ। ਹੱਕਾਂ ਲਈ ਲੜੀਏ ਸੂਲੀਆਂ ਚੜੀਏ, ਧਰਤ ਲਈ ਮਰਨਾ ਸ਼ਗਨ ਦੀਆਂ ਘੜੀਆਂ। ਲਹੂ ਦੇ ਕਤਰੇ ਲੈਂਦੇ ਮੁੱਖ ਖਤਰੇ, ਟੁੱਟਣ ਨਾ ਦਿੰਦੇ ਕਦੇ ਵੀ ਲੜੀਆਂ। ਮਿੱਟੀ ਨਾ ਭੁੱਲੇ ਜੰਮਣਗੇ ਦੁੱਲੇ, ਅੰਬਰ ਨੂੰ ਟਾਕੀ ਸੂਰਮੇ ਲਾਉਂਦੇ। ਸੰਦਲ ਦੀਆਂ ਗੱਲਾਂ ਮਾਰੀਆਂ ਮੱਲਾਂ, ਬਈ ਅੱਜ ਵੀ ਲੋਕ ਚਾਵਾਂ ਨਾਲ ਗਾਉਂਦੇ। ਹੱਡਾਂ ਦਾ ਖੁੱਲਾ, ਪਿੰਡੀ ਦਾ ਦੁੱਲਾ, ਪਿੜਾਂ ਵਿੱਚ ਘੁਲਦਾ ਪਾੜਦਾ ਖਾਖਾਂ। ਦੁੱਲਾ ਹੀ ਹਰਮਨਜੀਤ ਦਾ ਤੁਹਾਨੂੰ ਸੁਣਾਤਾ। ਗੱਲਬਾਤ ਚੱਲ ਰਹੀ ਹੈ ਜੀ ਦੇਸ਼ ਪੰਜਾਬ ਦੇ ਝਰੋਖੇ 'ਚੋਂ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ। ਅੱਛਾ ਪੱਤੀ ਸਾਹਿਬ, ਇਹ ਦੱਸਿਓ ਜੀ ਕਿ ਕੱਥੂ ਨੰਗਲ ਦੇ ਵਿੱਚ ਸੋਸ਼ਲ ਮੀਡੀਆ ਲਈ ਇੱਕ ਵੀਡੀਓ ਬਣਾਉਂਦੇ ਮੁੰਡੇ ਦੇ ਗੋਲੀ ਲੱਗ ਗਈ ਜੀ, ਕੀ ਹੋਇਆ? ਜੀ ਗੱਲ ਸਾਹਿਬ, ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਮਜੀਠਾ ਨੇੜੇ ਪਿੰਡ ਪੈਂਦਾ ਕਥੂ ਨੰਗਲ ਖੁਰਦ। ਕਥੂ ਨੰਗਲ ਪਿੰਡ ਦੇ ਵਿੱਚ 4-5 ਮੁੰਡੇ ਇਕੱਠੇ ਹੋਏ। ਇੱਕ ਮੁੰਡੇ ਨੂੰ ਕਿਹਾ ਵੀ ਤੁਹਾਡੇ ਘਰੇ ਰਫਲ ਹੈਗੀ ਆ, ਉਹ ਕਹਿੰਦਾ ਹੈਗੀ ਆ। ਚੱਕ ਲਿਆ, ਕਹਿੰਦੇ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ ਸਟੇਟਸ ਪਾਵਾਂਗੇ ਆਪਾਂ ਰਫਲ ਨਾਲ। ਮੁੰਡਾ ਚੱਕ ਲਿਆ ਜੀ ਘਰੋਂ ਰਫਲ। ਗਿੱਲ ਸਾਹਿਬ ਉੱਥੇ ਖੜ ਕੇ ਸੋਸ਼ਲ ਮੀਡੀਆ ਦੇ ਉੱਤੇ ਸਟੇਟਸ ਪਾਉਣੇ ਸ਼ੁਰੂ ਕਰਤੇ, ਲਾਈਵ ਵੀਡੀਓ ਪਾਉਣੀ ਸ਼ੁਰੂ ਕਰਤੀ। ਔਰ ਇਹ ਘਟਨਾਵਾਂ ਪਿਛਲੇ ਦਿਨਾਂ 'ਚ ਵੀ ਬਹੁਤ ਵਾਪਰੀਆਂ ਨੇ। ਔਰ ਇੱਥੇ ਘਟਨਾ ਇਹ ਵਾਪਰੀ ਕਿ ਜਿਹੜਾ ਮੁੰਡਾ ਰਾਈਫਲ ਲੈ ਕੇ ਆਇਆ ਸੀ, ਗੋਲੀ ਨਾਲ ਉਹਦੀ ਮੌਤ ਹੋ ਗਈ। ਹੁਣ ਪਰਿਵਾਰ ਦਾ ਕਹਿਣਾ ਇਹ ਆ ਮੁੰਡੇ ਦੇ ਦਾ ਕਿ 10ਵੀਂ 'ਚ ਪੜ੍ਹਦਾ ਮੁੰਡਾ ਸੀ, 16 ਸਾਲਾਂ ਦੀ ਉਮਰ ਸੀ।
ਮੁੰਡੇ ਦੇ ਬਾਪ ਦਾ ਕਹਿਣਾ ਇਹ ਆ, ਉਹਦੇ ਪਰਿਵਾਰ ਦਾ ਕਹਿਣਾ ਇਹ ਹੈ ਵੀ ਜਿਹੜੇ ਦੂਜੇ ਮੁੰਡੇ ਸੀ ਉਹਨਾਂ ਨੇ ਸਾਡਾ ਮੁੰਡਾ ਕਤਲ ਕੀਤਾ, ਗੋਲੀ ਮਾਰੀ ਆ ਸਾਡੇ ਮੁੰਡੇ ਦੇ, ਜਾਣ ਕੇ ਲਿਜਾ ਕੇ ਇਹ ਕਹਿ ਕੇ ਵੀ ਆ ਜਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈਏ, ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਗੋਲੀ ਮਾਰੀ ਆ। ਉਹਨਾਂ ਦੇ ਨਾਲ ਦੇ ਜਿਹੜੇ ਪਿੰਡ ਦੇ 4 ਮੁੰਡੇ ਸੀ, 4 ਦੇ ਉੱਤੇ ਕੇਸ ਆ ਜਿਹੜਾ ਦਰਜ ਹੋ ਗਿਆ। ਤਾਂ ਮਸਲਾ ਬੜਾ ਗੰਭੀਰ ਹੈ। ਹੁਣ ਇਹ ਤਾਂ ਚਲੋ ਪੁਲਿਸ ਦੀ ਜਾਂਚ ਦੇ ਵਿੱਚ ਪਤਾ ਲੱਗੂ, ਹੋ ਸਕਦਾ ਉਹਨਾਂ ਨੇ ਗੋਲੀ ਮਾਰੀ ਹੈ ਜਾਂ ਗੋਲੀ ਆਪੇ ਚੱਲ ਗਈ, ਲੇਕਿਨ ਇੱਕ ਜਿਹੜਾ ਵਰਤਾਰਾ ਚੱਲ ਰਿਹਾ ਨਾ ਸੋਸ਼ਲ ਮੀਡੀਆ ਵਾਲਾ, ਇੱਕ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਕਹਿਤਾ ਵੀ ਸੈਲਫੀ ਲਓ ਸੈਲਫੀ, ਕਈ ਸਾਲ ਹੋ ਗਏ। ਔਰ ਪਿਛਲੇ ਦਿਨਾਂ 'ਚ ਤੁਸੀਂ ਦੇਖੋ ਵੀ ਆ ਜਿਹੜੇ ਪਹਾੜਾਂ ਦੇ ਵਿੱਚ ਵੀ ਗਿੱਲ ਸਾਹਿਬ ਬਹੁਤ ਸਾਰੇ ਜਿਹੜੇ ਪਹਾੜ ਡਿੱਗੇ, ਬਹੁਤ ਸਾਰੇ ਥਾਵਾਂ ਦੇ ਉੱਤੇ ਪਾਣੀ ਆਇਆ, ਬਹੁਤ ਸਾਰੇ ਲੋਕ ਸੈਲਫੀਆਂ ਲੈਂਦੇ ਰੁੜੇ ਨੇ, ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਸੈਲਫੀਆਂ ਲੈਂਦੇ ਥੱਲੇ ਆਏ ਨੇ। ਇੱਕ ਡਾਕਟਰ ਲੜਕੀ ਸੀਗੀ, ਉਹ ਵੀ ਸੈਲਫੀਆਂ ਲੈ ਰਹੀ ਸੀ। ਬਹੁਤ ਸਾਰੇ ਇਦਾਂ ਦੇ ਕੇਸ ਨੇ ਜਿਹੜੇ ਉਹ ਵਾਪਰੇ ਨੇ। ਆ ਪਿਛਲੇ ਦਿਨਾਂ ਦੇ ਵਿੱਚ ਇੱਕ ਲੜਕੀ ਦੀ ਮੌਤ ਇਸੇ ਤਰੀਕੇ ਦੇ ਨਾਲ ਹੋਈ ਆ, ਉਹ ਵੀ ਹਥਿਆਰ ਦੇ ਨਾਲ, ਜਿਹੜਾ ਰਾਈਫਲ ਦੇ ਨਾਲ ਫੋਟੋ ਖਿਚਾ ਰਹੀ ਸੀਗੀ, ਉਧਰੋਂ ਠੋਡੀ ਕੋਲ ਰੱਖੀ ਸੀ, ਗੋਲੀ ਚੱਲ ਗਈ, ਮੌਤ ਹੋ ਗਈ। ਸੋ ਇਹ ਜਿਹੜਾ ਮਤਲਬ ਇੱਕ ਵਰਤਾਰਾ ਚੱਲ ਰਿਹਾ ਸਾਡੇ ਨੌਜਵਾਨਾਂ ਦੇ ਵਿੱਚ ਵੀ ਜਰਕ ਦੇ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿਓ ਹਥਿਆਰ ਰੱਖਣੇ। ਇੱਕ ਤਾਂ ਪੰਜਾਬ 'ਚ ਐਂ ਵੰਡ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਕੈਪਟਨ ਸਾਹਿਬ ਨੇ ਵੰਡਿਆ ਉਹਦੇ ਚਹੇਤਿਆਂ ਨੂੰ, ਉਦੋਂ ਧੜਾ ਹਥਿਆਰ ਵੰਡ ਪਿਆ, ਚੱਕੋ ਜੀ ਲਾਇਸੈਂਸ, ਉਹਦੀ ਜਦੋਂ ਲੋੜ ਹੁੰਦੀ ਹੈ ਉਤੋਂ ਜਮ੍ਹਾਂ ਕਰਾ ਲੈਂਦੇ ਨੇ ਜਦੋਂ ਪੰਜਾਬ 'ਚ ਰੌਲਾ ਗੌਲਾ ਜਿਹਾ ਪੈਂਦਾ ਵੋਟਾਂ ਵੇਲੇ। ਤਾਂ ਉਹ ਫਿਰ ਹੁਣ ਗਿੱਲ ਸਾਹਿਬ ਸੋਸ਼ਲ ਮੀਡੀਆ ਤੇ ਫੋਟੋਆਂ ਖਿਚਾ ਕੇ ਪਾਉਣ ਇੱਕ ਸਟੇਟਸ ਸਿੰਬਲ ਇਹਦੇ ਲਈ ਬਣ ਗਿਆ, ਔਰ ਉਹਦੇ 'ਚ ਮੌਤਾਂ ਦਾ ਰਾਹ ਨਿਕਲਦਾ। ਸੋ ਇਹ ਬੜਾ ਮੰਦਭਾਗੀ ਘਟਨਾ। ਮਾਪਿਆਂ ਨੂੰ ਖਿਆਲ ਰੱਖਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਜੋ ਚੀਜ਼ਾਂ ਚੱਲ ਰਹੀਆਂ ਨੇ ਇਹ ਰੁਕਣੀਆਂ ਚਾਹੀਦੀਆਂ ਨੇ, ਨਹੀਂ ਤਾਂ ਸਾਡੇ ਬਹੁਤ ਸਾਰੇ ਨੌਜਵਾਨ ਅਜਾਈ ਜਿਹੜੇ ਉਹ ਇਸ ਤਰੀਕੇ ਨਾਲ ਮੌਤ ਦੇ ਮੂੰਹ ਜਾ ਰਹੇ ਨੇ ਜੀ। ਅੱਛਾ, ਪਟਿਆਲੇ ਮੁੰਡਿਆਂ ਨੇ ਕਾਰ ਚਾੜਤੀ ਥਾਣੇਦਾਰ ਤੇ? ਜੀ ਗਿੱਲ ਸਾਹਿਬ, ਇਹ ਵੀ ਬੜਾ ਮੰਦਭਾਗਾ ਵਰਤਾਰਾ ਪਿਛਲੇ ਦਿਨਾਂ ਦੇ ਵਿੱਚ ਵੀ ਚੱਲਿਆ ਸੀ, ਔਰ ਇਹ ਪਟਿਆਲੇ ਦੇ ਵਿੱਚ ਵੀ ਚੱਲਿਆ। ਥਾਣੇਦਾਰ ਖੜਾ ਸੀਗਾ, ਕਾਰ ਨੂੰ ਰੋਕ ਰਿਹਾ ਗਾ, ਔਰ ਸੂਬਾ ਸਿੰਘ ਸੰਧੂ ਇਹਦਾ ਥਾਣੇਦਾਰ ਦਾ ਨਾਂ ਗਾ, ਔਰ ਕਾਰ ਨੂੰ ਜਦੋਂ ਰੋਕ ਰਿਹਾ ਤਾਂ ਨੌਜਵਾਨ ਨੇ ਕਾਰ ਰੋਕੀ ਨਹੀਂ ਹੈ, ਔਰ ਕਾਰ ਡੱਕਰ ਸੀ, ਜਿਹਦੇ ਨਾਲ ਉਹ ਪਹਿਲਾਂ ਤਾਂ ਕਾਰ ਦੇ ਉੱਤੇ ਇੱਕ ਟੰਗਿਆ ਗਿਆ, ਥੋੜੀ ਜਿਹੀ ਦੂਰ ਜਾ ਕੇ ਡਿੱਗ ਪਿਆ, ਉਹਦੀ ਲੱਤ ਥੱਲੇ ਆ ਗਈ, ਲੱਤ ਟੁੱਟੀ ਹੈ, ਸਿਰ 'ਚ ਵੀ ਸੱਟ ਵੱਜੀ ਹੈ। ਸੋ ਇਸ ਤਰੀਕੇ ਦਾ ਘਟਨਾਕ੍ਰਮ ਹੈਗਾ ਜਿਹੜਾ ਉਹ ਹੋਇਆ ਗਾ। ਇਹ ਵੀ ਪਿਛਲੇ ਸਮਿਆਂ ਤੋਂ ਗਿੱਲ ਸਾਹਿਬ ਇਸੇ ਰੂਪ ਦੇ ਵਿੱਚ ਚੱਲਦਾ ਆਇਆ ਗਾ ਵੀ ਜਿਹੜੇ ਅਸਲ ਦੇ ਵਿੱਚ, ਕਿਉਂਕਿ ਜਦੋਂ ਇਹਨਾਂ ਦੀ ਤੁਸੀਂ ਪਛਾਣ ਕਰੋ, ਕਿਤੇ ਕੋਈ ਕੁੜੀ ਗਾਲਾਂ ਕੱਢ ਗਈ, ਕਿਤੇ ਕੋਈ ਮੁੰਡਾ ਇਸ ਤਰੀਕੇ ਦਾ ਕਰ ਗਿਆ, ਇਹ ਅਸਲ ਦੇ ਵਿੱਚ ਕਾਕੇ ਨੇ। ਉਹ ਕਈ ਵਾਰ ਲਿਖਿਆ ਹੁੰਦਾ ਨਾ ਗੱਡੀ ਦੇ ਉੱਤੇ ਵੀ ਸਰਦਾਰਾਂ ਦੇ ਕਾਕੇ, ਨਾ ਫਿਕਰ ਨਾ ਫਾਕੇ, ਤਾਂ ਇਹ ਅਸਲ ਦੇ ਵਿੱਚ ਕਾਕੇ ਨੇ, ਕੋਈ ਅਫਸਰ ਦਾ ਮੁੰਡਾ ਹੈ। ਔਰ ਬਦਨਾਮ ਜਿਹੜੇ ਕੀਤੇ ਜਾਂਦੇ ਨੇ ਆਮ ਨੌਜਵਾਨਾਂ ਨੂੰ ਵੀ, ਦੇਖੋ ਜੀ ਤਾਂ ਨੌਜਵਾਨ ਐ ਕਰਦੇ, ਨੌਜਵਾਨ ਐ ਨਹੀਂ ਕਰਦੇ, ਅਸਲ ਦੇ ਵਿੱਚ ਵੱਡਿਆਂ ਘਰਾਂ ਦੇ ਕਾਕੇ ਨੇ, ਔਰ ਇਸ ਤਰੀਕੇ ਦੇ ਨਾਲ ਉਹ ਬਿਹੇਵ ਕਰਦੇ ਨੇ। ਤੇ ਉਂਝ ਵੀ ਹੁੰਦਾ ਜਦੋਂ ਬਹੁਤੀ ਵਾਰ, ਕਿਉਂਕਿ ਪੁਲਿਸ ਨੂੰ ਇਹਨਾਂ ਨੇ ਬਣਾਈ ਇਸ ਤਰੀਕੇ ਨਾਲ ਦਿੱਤਾ ਵੀ ਜੇ ਪੁਲਿਸ ਵਾਲੇ ਰੋਕਦੇ ਨੇ ਵੀ ਹਾਂ ਵੀ ਲਾਇਸੈਂਸ, ਹਾਂ ਵੀ ਤੂੰ ਦਿਖਾ ਆਪਦੀ ਕਾਪੀ ਗੱਡੀ ਦੀ, ਮੂਹਰੋਂ ਕਹਿੰਦੇ ਨੇ ਵੀ ਆ ਜਥੇਦਾਰ ਸਾਹਿਬ ਨਾਲ ਗੱਲ ਕਰੋ। ਤਾਂ ਉੱਥੋਂ ਜ਼ਰੂਰਤ ਪਈ ਹੋਈ ਹੈ ਅਸਲ ਦੇ ਵਿੱਚ, ਉੱਥੋਂ ਇਸ ਤਰੀਕੇ ਦਾ ਇਹ ਸਿਆਸੀਕਰਨ ਜਿਹੜਾ ਕੀਤਾ ਹੈਗਾ ਲਿਆ ਕੇ ਵੀ ਜਾਂ ਕਾਂਗਰਸ ਦੇ ਬਲਾਕ ਪ੍ਰਧਾਨ ਨਾਲ ਗੱਲ ਕਰਾ ਦਿਓ, ਆ ਸਰਪੰਚ ਨਾਲ ਗੱਲ ਕਰਾ ਦਿਓ, ਜਥੇਦਾਰ ਸਾਹਿਬ ਨਾਲ ਗੱਲ ਕਰਾ ਦਿਓ। ਉੱਥੋਂ ਇਹ ਸਥਿਤੀ ਹੈ ਜਿਹੜੀ ਪੈਦਾ ਹੋਈ, ਔਰ ਪੁਲਿਸ ਵਾਲਿਆਂ ਨੇ ਵੀ ਇਹੀ ਕੀਤਾ। ਜੇ ਕੋਈ ਗੱਲ ਕਰਾਉਂਦਾ ਉਹਨੂੰ ਕਹਿੰਦੇ ਜਾਓ ਜੀ ਜਾਓ, ਜੇ ਕੋਈ ਆਮ ਬੰਦਾ ਗਰੀਬ ਫਸ ਜਾਂਦਾ ਉਹਨੂੰ ਕਹਿੰਦੇ ਵੀ ਦੇ ਇੱਥੇ 500 ਨਹੀਂ ਚੱਕਰਾਂਗੇ ਚਲਾਨ। ਸੋ ਉਹਦੇ ਚੋਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਨਿਕਲੀਆਂ ਨੇ। ਮੰਦਭਾਗੀ ਗੱਲ ਹੈ, ਇਸ ਤਰੀਕੇ ਦੇ ਨਾਲ ਥਾਣੇਦਾਰ ਨੂੰ ਨਹੀਂ ਸਿੱਟਿਆ ਜਾਣਾ ਚਾਹੀਦਾ ਸੀ, ਬਹੁਤ ਹੀ ਮੰਦਭਾਗੀ ਗੱਲ ਹੈ। ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਜੀ। ਕਾਂਗਰਸ ਨੂੰ ਜਿਹੜਾ ਝਟਕਾ ਲੱਗਿਆ, ਤ੍ਰਿਣਮੂਲ ਜਿਹੜੀ ਕਾਂਗਰਸ ਦੇ ਵਿੱਚ ਕੌਣ ਜਾ ਵੜਿਆ ਜੀ? ਜੀ ਗਿੱਲ ਸਾਹਿਬ, ਇਹ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਹੈਗਾ ਜਿਹੜਾ ਉਹ ਝਟਕਾ ਲੱਗਿਆ। ਕਾਂਗਰਸ ਪਾਰਟੀ ਦੀ ਔਰਤ ਵਿੰਗ ਦੀ ਕੌਮੀ ਪ੍ਰਧਾਨ ਸੁਸ਼ਮਿਤਾ ਦੇਵ ਉਹ ਪਾਰਟੀ ਛੱਡ ਗਈ। ਮੈਂਬਰ ਪਾਰਲੀਮੈਂਟ ਰਹੀ ਹੈ, ਬਹੁਤ ਚੋਟੀ ਦੀ ਬੁਲਾਰਾ ਰਹੀ ਹੈ। ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਇੱਕ ਬੱਚੀ ਨਾਲ ਰੇਪ ਹੋਇਆ ਸੀ, ਉਦੋਂ ਇਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਮਸਲੇ ਨੂੰ ਵੱਧ ਚੜ੍ਹ ਕੇ ਚੱਕਿਆ ਸੀ। ਇਹਦਾ ਟਵਿੱਟਰ ਅਕਾਊਂਟ ਬੰਦ ਹੋਇਆ ਸੀ। ਆ ਪਿਛਲੇ ਦਿਨਾਂ ਦੇ ਵਿੱਚ ਟਵਿੱਟਰ ਨੇ ਜਿਹੜੇ 500 ਅਕਾਊਂਟ ਬੰਦ ਕੀਤੇ ਸੀ, ਉਹਦੇ 'ਚ ਵੀ ਇਹਦਾ ਅਕਾਊਂਟ ਸੀ, ਔਰ ਖੁੱਲ੍ਹ ਕੇ ਬੋਲਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ। ਸੋ ਕਾਂਗਰਸ ਪਾਰਟੀ ਦੇ ਲਈ ਇਹ ਵੱਡਾ ਝਟਕਾ ਹੈ। ਅਸਾਮ ਨਾਲ ਸੰਬੰਧਿਤ ਸੀ ਇਹ, ਔਰ ਹੁਣ ਇਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਦੇ ਵਿੱਚ ਚਲੀ ਗਈ ਆ। ਤਾਂ ਇਹ ਕਿਤੇ ਨਾ ਕਿਤੇ ਇਸ ਪਾਸੇ ਹੋ ਗਿਆ ਵੀ ਕਾਂਗਰਸ ਪਾਰਟੀ ਹੈ ਜਿਹੜੀ, ਕਿਉਂਕਿ ਗਿੱਲ ਸਾਹਿਬ ਅੱਜ ਜਿਸ ਚੀਜ਼ 'ਚੋਂ ਅਸੀਂ ਨਿਕਲ ਰਹੇ ਹਾਂ, ਅਸੀਂ ਇਸ ਚੀਜ਼ 'ਚੋਂ ਨਿਕਲ ਰਹੇ ਹਾਂ ਕਿ ਤਾਨਾਸ਼ਾਹ ਹਕੂਮਤ ਤੇ ਕਮਜ਼ੋਰ ਵਿਰੋਧੀ ਧਿਰ ਦੇਸ਼ ਦੇ ਵਿੱਚ ਇਹ ਹਾਲਤ ਹੈ। ਕਾਂਗਰਸ ਪਾਰਟੀ ਦੀ ਹਾਲਤ ਆ ਜਿਹੜੀ ਹੋਰ ਕਮਜ਼ੋਰ ਤੋਂ ਕਮਜ਼ੋਰ ਹੁੰਦੀ ਜਾ ਰਹੀ ਆ। ਕਪਿਲ ਸਿੱਬਲ ਵਰਗੇ ਕਹਿੰਦੇ ਕਹਾਉਂਦੇ ਲੀਡਰ ਨੇ ਜਿਹੜੇ ਗਾਂਧੀ ਪਰਿਵਾਰ ਨੇ ਕਾਰਨਰ ਕਰਤੇ, ਜਿਨ੍ਹਾਂ ਨੇ ਇਹ ਚਿੱਠੀ ਲਿਖੀ ਇੱਕ 2 ਦਰਜਨ ਦੇ ਕਰੀਬ ਸੀਨੀਅਰ ਕਾਂਗਰਸੀ ਆਗੂਆਂ ਨੇ
ਵੀ ਜੇ ਕਾਂਗਰਸ ਪਾਰਟੀ ਵਿੱਚ ਆਉਣੀ ਆ ਤਾਂ ਪ੍ਰਧਾਨਗੀ ਗਾਂਧੀ ਪਰਿਵਾਰ ਤੋਂ ਬਾਹਰ ਲੈ ਜਾਓ। ਉਹਨਾਂ ਸਾਰਿਆਂ ਨੂੰ ਕਾਰਨਰ ਕਰ ਦਿੱਤਾ ਗਿਆ ਹੈਗਾ। ਹੁਣ ਉਹਨਾਂ ਚੋਂ ਬਹੁਤੇ ਲੋਕ ਨੇ ਜਿਹੜੇ ਉਹ ਕਾਂਗਰਸ ਪਾਰਟੀ ਛੱਡ ਕੇ ਹੋਰ ਪਾਸੇ ਜਾ ਰਹੇ ਨੇ। ਕੁਛ ਤਾਂ ਜੋਤਿਰਾ ਸਿੰਧਿਆ ਵਰਗੇ ਹੋਰ ਉਹਨਾਂ ਦੀ ਤਾਂ ਮਤਲਬ ਇਸ ਤਰ੍ਹਾਂ ਦੀ ਹਾਲਤ ਬਣੀ ਵੀ ਜਿਹੜੀ ਟੀਮ ਰਾਹੁਲ ਕਹਿੰਦੇ ਸੀ ਉਹ ਸਾਰੀ ਟੀਮ ਹੀ ਰਾਹੁਲ ਤੋਂ ਪਾਸੇ ਹੋ ਕੇ ਬੈਠ ਗਈ ਜਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਚਲੀ ਗਈ। ਸੋ ਅੱਜ ਦੇ ਸਮੇਂ ਦੇ ਵਿੱਚ ਜੇ ਹੁਣ ਇਹ ਔਰਤ ਵਿੰਗ ਦੀ ਕੌਮੀ ਪ੍ਰਧਾਨ ਸੀ, ਕੋਈ ਛੋਟੀ ਲੀਡਰ ਨਹੀਂ ਸੀ, ਵੱਡੀ ਲੀਡਰ ਸੀ ਕਾਂਗਰਸ ਪਾਰਟੀ ਦੀ। ਜੇ ਕਾਂਗਰਸ ਪਾਰਟੀ ਛੱਡ ਕੇ ਤਰਨਮੂਲ ਕਾਂਗਰਸ ਦੇ ਵਿੱਚ ਗਈ ਹੈ ਤਾਂ ਕਿਤੇ ਨਾ ਕਿਤੇ ਇਹਨੂੰ ਲੱਗਿਆ ਹੋਊਗਾ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਭਾਜਪਾ ਦੇ ਖਿਲਾਫ ਕੋਈ ਖੜ ਸਕਦਾ ਤਾਂ ਮਮਤਾ ਬੈਨਰਜੀ ਖੜ ਸਕਦੀ ਆ। ਸੋ ਹੁਣ ਵੀ ਕਾਂਗਰਸ ਪਾਰਟੀ ਸੰਸਦ ਦੇ ਵਿੱਚ ਵੀ ਨਹੀਂ ਘੇਰ ਪਾਈ ਸਰਕਾਰ ਨੂੰ। ਕਿਸਾਨਾਂ ਨੇ ਜਿਸ ਤਰੀਕੇ ਦੀ ਲਲਕਾਰ ਮਾਰੀ ਉੱਥੇ ਮਤਲਬ ਕਾਂਗਰਸ ਪਾਰਟੀ ਉਸ ਤਰੀਕੇ ਨਾਲ ਏਜੰਡੇ ਨਹੀਂ ਸੈਟਲ ਕਰ ਸਕੀ। ਜੀ ਸਤਲੁਜ ਦਰਿਆ 'ਚ ਭੈਣਾਂ 2 ਡੁੱਬ ਗਈਆਂ ਜੀ। ਜੀ ਗਿੱਲ ਸਾਹਿਬ, ਇਹ ਵੀ ਬੜੀ ਮੰਦਭਾਗੀ ਘਟਨਾ ਵਾਪਰੀ ਹੈ। 2 ਛੋਟੀ ਉਮਰ ਦੀਆਂ ਇਹ ਦੋਨੇ ਬੱਚੀਆਂ ਨੇ ਔਰ ਮਾਛੀਵਾੜਾ ਦੇ ਨੇੜੇ ਸਤਲੁਜ ਦਰਿਆ ਦੇ ਵਿੱਚ ਨਹਾਉਂਦੇ ਸਮੇਂ ਦੋਨੇ ਸਕੀਆਂ ਭੈਣਾਂ ਨੇ। ਗਰੀਬ ਪਰਿਵਾਰ ਦੀ, ਇੱਕ 12 ਸਾਲਾਂ ਦੀ ਲਲਿਤਾ, ਇੱਕ 8 ਸਾਲ ਦੀ ਉਹਦੀ ਛੋਟੀ ਭੈਣ ਸ਼ਿਵਾਨੀ। ਦੋਨੇ ਪਾਣੀ ਦੇ ਵਿੱਚ ਨਹਾਉਣ ਗਈਆਂ ਸੀ, ਨਾਲ ਹੋਰ ਬੱਚੇ ਸੀਗੇ। ਔਰ ਪਿੰਡ ਮੰਡ ਚੜੌਦੀ ਇਹਨਾਂ ਦਾ, ਉੱਥੇ ਸਤਲੁਜ ਦਰਿਆ ਦੇ ਬੰਨ੍ਹ ਦੇ ਉੱਤੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਝੁੱਗੀਆਂ ਬਣਾ ਕੇ ਰਹਿੰਦੇ ਨੇ ਗਰੀਬ ਪਰਿਵਾਰ, ਔਰ ਉਹ ਉੱਥੇ ਹੀ ਗਿੱਲ ਸਾਹਿਬ ਨਹਾਉਂਦੇ ਨੇ, ਉੱਥੇ ਹੀ ਖੇਡਦੇ ਨੇ ਸਤਲੁਜ ਦਰਿਆ ਦੇ ਉੱਤੇ ਹੀ। ਤੇ ਉੱਥੇ ਇਹ ਬੱਚੇ ਖੇਡਦੇ ਨਹਾਉਂਦੇ ਸੀਗੇ ਝੁੱਗੀਆਂ ਦੇ ਵਿੱਚੋਂ, ਤੇ ਉੱਥੇ ਦੋਨੇ ਭੈਣਾਂ ਸਕੀਆਂ ਨੇ ਜਿਹੜੀਆਂ ਉਹ ਨਹਾਉਂਦੇ ਦੌਰਾਨ ਪਾਣੀ ਦੇ ਵਿੱਚ ਰੁੜ ਗਈਆਂ। ਸੋ ਬਾਕੀ ਬੱਚਿਆਂ ਨੇ ਰੌਲਾ ਪਾਇਆ। ਉਹ ਬੜੀ ਮੰਦਭਾਗੀ ਗੱਲ ਹੈ ਜਿਹੜੀ ਉਹ ਵਾਪਰੀ ਹੈ। ਜੀ ਕੱਲ੍ਹ ਰਾਸ਼ਟਰਪਤੀ ਮਹਿਲ ਦੇ ਵਿੱਚ ਤਾਲਿਬਾਨ ਜਾ ਵੜੇ, ਉਹਦੇ ਬਾਰੇ ਭਾਰਤ ਦੇ ਵਿੱਚ ਕੀ ਕਹਾਣੀਆਂ ਨੇ, ਕੀ ਗੱਲਾਂ ਚੱਲਦੀਆਂ? ਜੀ ਗੱਲ ਸਾਹਿਬ, ਭਾਰਤ ਦੇ ਵਿੱਚ ਉਹਨੂੰ ਲੈ ਕੇ ਬਹੁਤ ਸਾਰੀ ਚਰਚਾ ਜਿਹੜੀ ਉਹ ਚੱਲ ਰਹੀ ਆ, ਕਿਉਂਕਿ ਇੱਕ ਤਾਂ ਇਹ ਕਿ ਭਾਰਤ ਨੇ ਇਨਵੈਸਟਮੈਂਟ ਬਹੁਤ ਕੀਤੀ ਹੋਈ ਆ ਅਫਗਾਨਿਸਤਾਨ ਦੇ ਵਿੱਚ। ਅਸਲ ਦੇ ਵਿੱਚ ਤਾਲਿਬਾਨ ਦਾ ਜਦੋਂ ਆਭਾਰ ਹੁੰਦਾ, ਇਹ ਸਾਰੇ ਪੂਰੇ 20 ਸਾਲ ਦੇ ਘਟਨਾਕ੍ਰਮ ਦੇ ਲਈ ਦੇਖੋ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਤਾਂ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਮੰਨਦੇ ਨੇ, ਔਰ ਮੈਨੂੰ ਪਰਸਨਲੀ ਲੱਗਦਾ ਕਿ ਮੁੱਖ ਤੌਰ ਤੇ ਇਹਦੇ ਲਈ ਜ਼ਿੰਮੇਵਾਰ ਅਮਰੀਕਾ ਹੈਗਾ। ਅਮਰੀਕਾ ਉੱਥੇ ਆਇਆ, 2000 ਤੋਂ ਵੱਧ ਅਮਰੀਕਾ ਦੇ ਫੌਜੀ ਉੱਥੇ ਮਾਰੇ ਗਏ। ਅਮਰੀਕਾ ਨੇ ਕਰੋੜਾਂ ਅਰਬਾਂ ਰੁਪਇਆ ਉੱਥੇ ਸ਼ਾਂਤੀ ਕਹਿਣ ਦੇ ਨਾਂ ਦੇ ਉੱਤੇ ਲਾਇਆ, ਜਦ ਕਿ ਹਕੀਕਤ ਇਹ ਸੀਗੀ ਗਿੱਲ ਸਾਹਿਬ ਕਿ ਪਹਿਲਾਂ ਇਸੇ ਅਫਗਾਨਿਸਤਾਨ ਦੇ ਉੱਤੇ ਰੂਸ ਆ ਜਿਹੜਾ ਉਹ ਵਿੰਗੇ ਟੇਢੇ ਢੰਗ ਨਾਲ ਰੂਲ ਕਰਦਾ ਸੀ। ਪਰ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਸ ਤੋਂ ਬਾਅਦ ਅਮਰੀਕਾ ਇੱਕ ਵੱਡੀ ਪਾਵਰ ਦੇ ਤੌਰ ਦੇ ਉੱਤੇ ਸਾਹਮਣੇ ਆਇਆ। ਫਿਰ ਅਮਰੀਕਾ ਨੇ ਇਰਾਨ, ਇਰਾਕ, ਇਸ ਤੋਂ ਇਲਾਵਾ ਇਹ ਅਫਗਾਨਿਸਤਾਨ ਇਸ ਪਾਸੇ ਨੂੰ ਆਪਦੇ ਪੈਰ ਵਧਾਏ, ਜਿਹਦੇ ਵਿੱਚੋਂ ਅਫਗਾਨਿਸਤਾਨ ਆ ਜਿਹੜਾ ਉੱਥੇ ਅਮਰੀਕਾ ਨੇ 2000 ਦੇ ਵਿੱਚ ਆ ਕੇ 21 ਸਾਲ ਪਹਿਲਾਂ ਆਪਦੀ ਜਿਹੜੀ ਕਠਪੁਤਲੀ ਸਰਕਾਰ ਉਹ ਬਣਾਈ। ਔਰ ਉੱਥੋਂ ਦੇ ਮਤਲਬ ਲੋਕ ਜਾਂ ਉੱਥੋਂ ਦੇ ਮਤਲਬ ਜਿਹੜੇ ਤਾਲਿਬਾਨ ਸੀ ਉਹ ਇਸ ਗੱਲ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਸੀ, ਲੜਦੇ ਆ ਰਹੇ ਸੀਗੇ। ਔਰ ਇਸ ਦੌਰਾਨ ਅਮਰੀਕਾ ਭਾਰਤ ਨੂੰ ਸਕੇਰਦਾ ਰਿਹਾ ਕਿ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਉਹ ਭਾਰਤ, ਕਿਉਂਕਿ ਉਹਦਾ ਇੱਕ ਜਿਹੜਾ ਮਤਲਬ ਵਿਸ਼ਵਾਸ ਪਾਤਰ ਸੀ ਅਮਰੀਕਾ ਦਾ, ਉਹ ਇੰਡੀਆ ਸੀ। ਇੰਡੀਆ ਦੀ ਇਹਨਾਂ ਨੇ ਇਨਵੈਸਟਮੈਂਟ ਬਹੁਤ ਕਰਾਈ ਆ ਉੱਥੇ ਪਿਛਲੇ ਸਮੇਂ ਦੇ ਵਿੱਚ। ਤੇ ਹੁਣ ਸਥਿਤੀ ਇਹ ਬਣ ਗਈ ਆ ਵੀ ਤੁਸੀਂ ਦੇਖੋ ਵੀ ਉੱਥੋਂ ਦਾ ਰਾਸ਼ਟਰਪਤੀ ਵੀ ਉੱਥੋਂ ਦੇ ਲੋਕਾਂ ਨੂੰ ਛੱਡ ਕੇ ਭੱਜ ਗਿਆ, ਉੱਥੋਂ ਦਾ ਉਪ ਰਾਸ਼ਟਰਪਤੀ ਵੀ ਛੱਡ ਕੇ ਭੱਜ ਗਿਆ। ਉਹ ਅਮਰੀਕਾ ਜਿਹੜਾ ਸ਼ਾਂਤੀ ਸਥਾਪਿਤ ਕਰਨ ਦੇ ਨਾਂ ਦੇ ਉੱਤੇ 20 ਸਾਲ ਤੋਂ ਉੱਥੇ ਕਿਤੇ ਬੰਬ ਸਿੱਟਦਾ, ਕਿਤੇ ਹਥਿਆਰ ਸਪਲਾਈ ਕਰਦਾ, ਕਿਤੇ ਆਪਦੀਆਂ ਫੌਜਾਂ ਤਾਰਦਾ, ਅੱਜ ਉਹ ਵੀ ਕਿਤੇ ਦਿਖਾਈ ਨਹੀਂ ਦਿੰਦਾ। ਤਾਂ ਇਹ ਹਾਲਤ ਬਣੀ ਹੋਈ ਆ। ਲੇਕਿਨ ਫਿਰ ਵੀ ਗਿੱਲ ਸਾਹਿਬ ਉੱਥੇ ਬਹੁਤ ਸਾਰੇ ਭਾਰਤੀ ਇਸ ਵਕਤ ਫਸੇ ਹੋਏ ਨੇ, ਔਰ ਉਹਨਾਂ 'ਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗਏ ਨੇ। ਹਾਲਾਂਕਿ ਤਾਲਿਬਾਨ ਨੇ ਅੱਜ ਉਹਨਾਂ ਦੇ ਆਗੂਆਂ ਨੇ ਕਿਹਾ ਗਾ ਕਿ ਕਿਸੇ ਧਾਰਮਿਕ ਸਥਾਨ ਨੂੰ ਅਸੀਂ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਉਹਨਾਂ ਨੇ ਸੁਰੱਖਿਆ ਦਾ ਜਿਹੜਾ ਭਰੋਸਾ ਹੈਗਾ ਉਹ ਦਿੱਤਾ, ਪਰ ਲੋਕਾਂ 'ਚ ਇੱਕ ਹਫੜਾ ਦਫੜੀ ਦਾ ਮਾਹੌਲ ਆ। ਆਪਾਂ ਦੇਖਿਆ ਕਿ ਕਿਵੇਂ ਜਹਾਜ਼ ਨਾਲ ਲੰਮਕੇ ਨੇ ਲੋਕ, 5 ਮੌਤਾਂ ਹੋਈਆਂ ਨੇ, ਕਿਵੇਂ ਜਹਾਜ਼ ਤੋਂ ਉੱਤੇ ਕੋਈ ਡਿੱਗੇ ਨੇ। ਇੱਕ ਅਸੁਰੱਖਿਆ ਦੀ ਭਾਵਨਾ ਹੈ। ਜਿਵੇਂ ਗਿੱਲ ਸਾਹਿਬ, ਜਦੋਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੁੰਦੀ, ਹਰ ਕੋਈ ਜਿਹੜਾ ਉਹ ਭੱਜਣਾ ਚਾਹੁੰਦਾ ਉੱਥੋਂ, ਹਰ ਕੋਈ ਉੱਥੋਂ ਡਰ ਕੇ ਨਿਕਲਣਾ ਚਾਹੁੰਦਾ ਹੈਗਾ। ਤਾਂ ਇਸ ਤਰ੍ਹਾਂ ਦੀ ਸੁਰੱਖਿਆ ਦੀ ਭਾਵਨਾ ਦੇ ਵਿੱਚ ਬਹੁਤ ਕੁਝ ਹੁੰਦਾ ਹੈ। ਆਪਾਂ 1947 ਹੰਢਾਇਆ, 84 ਦੇਖਿਆ, ਤੇ ਅੱਜ ਉੱਥੋਂ ਦੇ ਹਾਲਾਤ ਨੇ ਜਿਹੜੇ ਉਹ ਬਹੁਤ ਹੀ ਮਾੜੇ ਬਣੇ ਹੋਏ ਨੇ। ਉਹਦੇ ਲਈ ਭਾਵੇਂ ਮਤਲਬ ਤਾਲਿਬਾਨ ਇੱਕ ਹੱਦ ਤੱਕ ਜ਼ਿੰਮੇਵਾਰ ਹੋਣਗੇ, ਲੇਕਿਨ ਮੇਨਲੀ ਜਿਹੜਾ ਅਮਰੀਕਾ ਦੀ ਉੱਥੇ ਡੋਮੀਨੇਸ਼ਨ ਰਹੀ ਉਹ ਵੀ ਇਸ ਪਿੱਛੇ ਇੱਕ ਫੈਕਟਰ ਹੈ। ਜੀ ਧੰਨਵਾਦ ਜੀ। ਕੱਲ ਨੂੰ ਸਵੇਰੇ ਫਿਰ 9:15 ਵਜੇ ਗੱਲਬਾਤ ਕਰਦੇ ਹਾਂ। ਸ਼ੁਭ ਸ਼ਾਮ। ਧੰਨਵਾਦ। ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਸਾਰਿਆਂ ਦਾ। ਫਿਰ ਇੱਕ ਵਾਰ ਤੁਹਾਨੂੰ ਦੱਸਾਂ ਕਿ 10:10 ਤੋਂ ਬਾਅਦ ਰਾਜ ਸਿੰਘ ਰਾਏ ਆਉਣਗੇ। ਉੱਗੇ ਇੰਸਟਰਕਟਰ ਨੇ, ਤੁਹਾਨੂੰ ਪੜ੍ਹਾਉਂਦੇ ਨੇ ਹਥਿਆਰਾਂ ਦੇ ਬਾਰੇ, ਲਾਇਸੈਂਸ ਕਿਵੇਂ ਲੈਣਾ, ਫਾਇਰ ਆਰਮ ਜਿਹੜਾ ਪਰਮਿਟ ਹੈ ਇੱਥੇ ਐਕੁਜੀਸ਼ਨ ਪਰਮਿਟ ਕਹਿੰਦੇ ਨੇ ਉਸ ਨੂੰ, ਉਹ ਕਿਵੇਂ ਲੈਣਾ। ਉੱਥੇ ਆਪਣਾ ਲਾਇਸੈਂਸ ਕਹਿੰਦੇ ਨੇ, ਲਾਇਸੈਂਸ ਨਹੀਂ ਕਹਿੰਦੇ। ਉੱਥੇ
ਕਾਰਾਂ ਦਾ ਲਾਇਸੈਂਸ ਹੈ, ਅਸਲੇ ਦਾ ਲਾਇਸੈਂਸ ਹੈ। ਬਹੁਤ ਵੱਡੀ ਚੀਜ਼ ਆ। ਉੱਥੇ ਲਾਇਸੈਂਸ ਬਣਾਉਣਾ ਹੈ, ਬਹੁਤ ਲੰਬਾ ਪ੍ਰੋਸੀਜਰ ਆ। ਥੱਲਿਓਂ ਲੋਕਲ ਥਾਣੇ ਤੋਂ ਸ਼ੁਰੂ ਹੁੰਦਾ, ਤਹਿਸੀਲ ਤੋਂ SSP ਦੇ ਜਾਂਦਾ, SSP ਤੋਂ ਮੁੜ ਕੇ ਆਉਂਦਾ, ਫਿਰ ਥੱਲੇ, ਫਿਰ ADC ਫਾਈਨਲ ਕਰਦਾ। ਤੇ ਬਹੁਤ ਮਤਲਬ 25 ਦਿਨ ਲੱਗਦੇ ਆ ਜੀ ਉਹ ਕੰਮ ਤੇ। ਉੱਥੇ ਰੀਨਿਊ ਕਰਾਉਣ ਤੇ ਵੀ 25 ਦਿਨ ਲੱਗਦੇ, 3 ਸਾਲਾਂ ਬਾਅਦ ਰੀਨਿਊ ਹੁੰਦਾ। ਤੇ ਹੁਣ 3 ਅਸਲੇ ਜਿਹੜੇ ਮੈਕਸੀਮਮ ਚੜਾ ਸਕਦੇ ਸੀ, ਹੁਣ 2 ਕਰ ਦਿੱਤੇ। ਤੇ ਪਰ ਉੱਥੇ ਦੇ ਲੋਕਲ ਜਿਹੜੇ ਗਨਜ਼ ਨੇ ਹੁਣ ਬਣਾਉਣ ਲੱਗ ਗਏ, ਜਿਹੜੇ ਇਸ਼ਾਪੁਰ ਫੈਕਟਰੀ ਕਲਕੱਤੇ ਤੇ ਕਾਨਪੁਰ ਦੀ ਫੈਕਟਰੀ .32 ਦੇ ਜਿਹੜੇ 32 ਬੋਰ ਦੇ ਰਿਵਾਲਵਰ ਪਿਸਟਲ, ਬਹੁਤ ਕੁਝ ਬਣਨ ਲੱਗ ਗਿਆ ਉੱਥੇ। ਪਹਿਲਾਂ ਅੱਜ ਤੋਂ 22-25 ਵਰ੍ਹੇ ਪਹਿਲਾਂ ਸਿਰਫ ਇੰਪੋਰਟਡ ਵੈਪਨ ਹੁੰਦੇ, ਸਮਿਥ ਵੈਸਨ ਤੇ ਬੈਬਲੇ ਪੁਰਾਣੇ 4.5-5 ਲੱਖ ਦੇ ਮਿਲਦੇ। ਮਾਊਜ਼ਰ ਚੜ੍ਹਦਾ ਨਾ 445 ਦਾ, ਕਈਆਂ ਦੇ ਘਰਾਂ 'ਚ ਪੈ ਗਏ। 303 ਬੋਰਾਂ ਘਰੇ ਪਈਆਂ ਰਹਿ ਗਈਆਂ, ਪਰ ਸਿੱਟੀਆਂ ਕਿਸੇ ਨੇ, ਦਿੱਤੀਆਂ ਕਿਸੇ ਨੇ। ਤੇ ਗੱਲਾਂ ਵੱਲ ਨੂੰ ਆਵਾਂ, ਅਫਗਾਨਿਸਤਾਨ ਦੀ ਗੱਲ ਕਰਾਂ। ਅਫਗਾਨਿਸਤਾਨ ਦੀ ਇੱਕ ਵੀਡੀਓ ਮੈਂ ਦੇਖੀ, ਅਮਰੀਕਾ ਦੀ ਏਅਰ ਫੋਰਸ ਦਾ ਵੱਡਾ ਜਹਾਜ਼ ਜਿਹੜਾ ਮਾਲ ਢੋਣ ਵਾਲਾ, ਉਹ ਰਨਵੇ ਤੇ ਤੁਰਿਆ ਆਉਂਦਾ, ਟੈਕਸੀਵੇ ਤੇ ਲੋਕ ਭੱਜੇ ਆਉਂਦਾ, ਜਿਵੇਂ ਭੱਜੇ ਜਾਂਦੇ ਆਪਣਾ ਟੈਂਪੂ ਤੇ ਨਹੀਂ ਚੜ੍ਹਦੇ ਹੁੰਦੇ ਪੰਜਾਬ, ਅੱਧੇ ਲਮਕ ਰਹੇ ਨੇ ਉਹਦੀਆਂ ਵਿੰਗਸ ਦੇ ਨਾਲ, ਉਹਦੇ ਪਹੀਆਂ ਤੇ। ਗੱਲ ਇਹ ਆ ਵੀ ਮੌਤ ਬਹੁਤ ਵੱਡੀ, ਚਾਹੇ ਤਾਲਿਬਾਨ ਕੁਛ ਕਰਨ ਨਾ ਕਰਨ, ਕਹਿਣ ਨਾ ਕਹਿਣ ਕੁਛ, ਡਰ ਇੰਨਾ ਲੋਕਾਂ ਨੂੰ। ਤੁਰਕੀ ਦੀ ਟਿਕਟ ਇਸਤਾਂਬੁਲ ਦੀ $4500 ਦੀ ਵਨ ਵੇ ਮਿਲ ਰਹੀ ਹੈ। ਏਅਰਲਾਈਨਸ ਵਾਲੇ ਗਾਹਾਂ ਫਿਰ ਛਿੱਲ ਲਾਉਣ ਲੱਗ ਜਾਂਦੇ ਨੇ। ਹੁਣ ਡਾਢਿਆਂ ਨੇ ਕਿਹਦੇ ਤੋਂ ਚੁੱਕਣਾ? ਵੱਡਿਆਂ ਦੇ ਨਾਲ ਉਹਨਾਂ ਨੇ ਟੇਬਲ ਤੇ ਬੈਠ ਕੇ ਗੱਲਾਂ ਕਰ ਲਈਆਂ। 30 ਸਾਲਾਂ ਬਾਅਦ, ਪਹਿਲਿਆਂ 10 ਸਾਲਾਂ ਬਾਅਦ 79 ਤੋਂ 99 ਤੱਕ ਲੜੇ, 4-5 ਸਾਲ ਰਾਜ ਕੀਤਾ। ਹੁਣ ਫਿਰ ਕੋਈ ਮਹੀਨਾ ਕਹਿੰਦਾ ਸੀ, ਕੋਈ ਸਤੰਬਰ ਦਾ ਲਾਸਟ ਵੀਕ ਕਹਿੰਦਾ ਸੀ, ਉਹਨਾਂ 10 ਦਿਨ ਨਹੀਂ 15 ਨਹੀਂ ਪੈਣ ਦਿੱਤੇ। ਅਸ਼ਰਫ ਗਾਨੀ ਉੱਡ ਗਿਆ ਇਸ ਗੱਲ ਕਰਕੇ ਕਿ ਮੈਂ ਫਸਣਾ ਨਹੀਂ, ਮੈਂ ਇੱਥੇ ਲੜਾਈ ਨਹੀਂ ਕਰਾਉਣੀ। ਲੜਾਈ ਨਹੀਂ ਸੀ ਕਰਾਉਣੀ, ਗੱਲ ਜਾਨ ਦਾ ਸੀ ਵੀ ਜਾਨ। ਹੁਣ ਜੇ ਆਪਾਂ ਕਹੀਏ ਨਾ ਵੀ ਬਈ ਇੰਨਾ ਛੇਤੀ ਟੇਕ ਓਵਰ ਕਿਵੇਂ ਕਰ ਲਿਆ, ਉਹ ਤਾਂ ਕੀਤਾ ਕਿ ਜਿਹੜੀਆਂ ਫੋਰਸਸ ਸੀ, ਅਫਗਾਨ ਫੋਰਸਸ ਸੀ, ਉਹਨਾਂ ਨੇ ਲੜਾਈ ਨਹੀਂ ਕੀਤੀ ਉਹਨਾਂ ਨਾਲ, ਉਹਨਾਂ ਦੇ ਨਾਲ ਹੋ ਗਏ, ਭਰਤੀ ਹੋਣਗੇ, ਉਹਨਾਂ ਲਈ ਕੰਮ ਕਰਨਗੇ। ਹੁਣ ਤਾਂ ਉਹਨਾਂ ਨੇ ਮਤਲਬ $100 ਪਿੱਛੇ, $150 ਮਹੀਨੇ ਪਿੱਛੇ ਹੁਣ ਮਰਨਾ ਥੋੜ੍ਹਾ ਉਹਨਾਂ ਨੇ। ਕਿਸੇ ਨੇ ਵੀ ਕਿਸੇ ਜਗ੍ਹਾ ਤੇ ਵੀ ਉਹਨਾਂ ਦੀ ਆਪੋਜੀਸ਼ਨ ਨਹੀਂ ਕੀਤੀ, ਉਹਨਾਂ ਨੇ ਨੱਪ ਲਿਆ ਸਾਰਾ ਕੁਛ। ਅੰਦਰੋਂ ਗੱਲ ਹੋ ਗਈ, ਕਮਾਂਡਰਾਂ ਨਾਲ ਬੈਠ ਕੇ ਗੱਲ ਕਰ ਲਈ ਵੀ ਨਹੀਂ ਅਸੀਂ ਨਹੀਂ ਤੁਹਾਡੇ ਨਾਲ ਲੜਨਾ। ਇੱਕ ਵੀ ਗੋਲੀ ਨਹੀਂ ਚੱਲੀ ਜਾਂ ਕਾਬਲ ਟੇਕ ਓਵਰ ਕੀਤਾ ਉਹਨਾਂ ਨੇ। ਉਹਦੇ ਬਾਅਦ ਕਾਰਜ਼ਾਈ ਏਅਰਪੋਰਟ ਹੈ, ਉਹਨੂੰ ਘੇਰ ਲਿਆ। ਤੇ ਜਿਹੜਾ ਇੱਥੋਂ ਪੂਰੀ ਫੋਰਸਿਸ ਭੇਜੀਆਂ ਸੀ ਆਪਣੇ ਅਮਰੀਕਾ ਨੇ ਆਪਣੇ ਬੰਦੇ ਕੱਢਣ ਲਈ, ਉਹ ਕਲੀਅਰ ਸੀ ਬਈ ਇਹ ਤਾਂ ਜਦ ਉਹਨੇ ਉੱਡੇ ਤੇ ਉਹ ਕਾਬਲ 'ਚ ਬੜੇ। ਇੱਕ ਤਾਂ ਸੀ ਅੱਗੇ ਧੱਕੇ ਨਾਲ ਉਹਨਾਂ ਨੇ ਟੇਕ ਓਵਰ ਕੀਤਾ। ਹੁਣ ਨਹੀਂ ਕਹਾਣੀ, ਹੁਣ ਕਹਾਣੀ ਦੂਜੀ ਹੈ। ਉਹ ਇਹ ਹੈ ਕਿ ਉਹਨਾਂ ਨਾਲ ਸੁਲ੍ਹਾ ਹੋਈ, ਦੋਹਾ 'ਚ ਬੈਠ ਕੇ ਉਹਨਾਂ ਨਾਲ ਗੱਲ ਹੋਈ, ਮੀਟਿੰਗਾਂ ਚੱਲੀਆਂ 6 ਮਹੀਨੇ। ਉਹਦੇ ਬਾਅਦ ਅਗਲੇ ਨੇ ਮਨਾ ਲਈ ਕਹਾਣੀ ਵੀ ਅਸੀਂ, ਸਾਡਾ ਦੇਸ਼ ਹੈ, ਅਸੀਂ ਆਪਣੇ ਤੌਰ ਤੇ ਚਲਾਉਣਾ ਹੈ। ਤੇ ਹੁਣ ਵੱਡੀ ਜਿਹੜੀ ਗੱਲ ਉਹ ਕਰ ਰਹੇ ਨੇ, ਉਹ ਇਹ ਕਰ ਰਹੇ ਨੇ ਆਪਣੇ ਰਾਜਨੀਤਿਕ ਜਿਹੜੇ ਸਮਝੌਤੇ ਨੇ ਚੀਨ ਨਾਲ, ਰੂਸ ਨਾਲ, ਤੁਰਕੀ ਨਾਲ। ਪਾਕਿਸਤਾਨ ਤਾਂ ਉਹਨਾਂ ਦੇ ਨਾਲ ਹੈ, ਬਾਕੀ ਜਿਹੜੀਆਂ ਰਸ਼ੀਆ ਦੀਆਂ ਸਟੇਟਸ ਨਾਲ ਨੇ ਉਹਨਾਂ ਦੇ ਬਾਰਡਰ 'ਤੇ, ਉਹਨਾਂ ਦੇ ਉਹਨੇ ਸਾਰੇ ਬਾਰਡਰ ਕੰਟਰੋਲ ਕਰ ਲਏ, ਦੇਸ਼ ਕੰਟਰੋਲ ਕਰ ਲਿਆ। ਇਹ 'ਚੋਂ ਸੁਨੇਹਾ ਇੱਕ ਇਹ ਜਾਂਦਾ ਹੈ ਕਿ ਸੰਘਰਸ਼ ਨੇ ਜਿਹੜੇ ਉਹ ਕਦੇ ਗੱਲਾਂ ਦੇ ਨਾਲ ਨਹੀਂ ਜਿੱਤੇ ਜਾਂਦੇ। ਜਿਹੜੇ ਸਿਆਣੇ ਬੜੇ ਬੌਧਿਕ ਲੈਵਲ ਵਾਲੇ, ਇਹ ਕਰ ਲਓ ਟੇਬਲ ਟਾਕ, ਜੇ ਉਹ ਟੇਬਲ ਟਾਕ ਵੀ ਚਾਹੀਦੀ ਹੈ, ਪਰ ਹਥਿਆਰਾਂ ਦੇ ਜ਼ੋਰ ਦੇ ਨਾਲ ਲੋਕ ਸੰਘਰਸ਼ ਜਿੱਤਦੇ ਨੇ। ਚਾਹੇ ਹਥਿਆਰ ਪਹਿਲਾਂ ਵਰਤ ਕੇ ਫਿਰ ਟੇਬਲ 'ਤੇ ਬੈਠ ਜਾਣ, ਜਾਂ ਟੇਬਲ ਦੇ ਨਾਲ ਹਥਿਆਰ ਜਿਹੜੇ ਨੇ। ਇਹਨਾਂ ਨੂੰ ਦੇਖਿਓ ਤੁਸੀਂ, ਜਾਂ ਦੋਹਾ 'ਚ ਉਹਨਾਂ ਦੀ ਗੱਲ ਚੱਲੀ ਹੈ, ਉਹਨਾਂ ਨੇ ਹਮਲੇ ਨਹੀਂ ਬੰਦ ਕੀਤੇ।
ਜਦ ਹਮਲੇ ਨਾ ਬੰਦ ਕੀਤੇ ਤਾਂ ਸਰਕਾਰ ਨੇ ਵੱਡਾ ਤਾਂ ਇੰਟਰਸਟ ਇਹ ਸੀ ਕਿ ਅਮਰੀਕਾ ਨੇ ਦੇਖ ਲਿਆ ਵੀ ਇੱਥੇ ਕੁਛ ਨਹੀਂ ਬਣਨਾ, 20 ਵਰ੍ਹੇ ਹੋ ਗਏ ਸਾਡਾ ਠੇਕਾ ਨਹੀਂ ਲਿਆ ਹੋਇਆ, ਅਸੀਂ ਕਿੰਨਿਆਂ ਕੁ ਨੂੰ ਬਚਾਉਣਾ, ਅਸੀਂ ਆਪਣਾ ਦੇਸ਼ ਦੇਖਣਾ। ਇਸ ਤਰ੍ਹਾਂ ਹੀ ਜਿਵੇਂ ਕਦੇ ਸੂਰਜ ਨਹੀਂ ਸੀ ਛਿਪਦਾ ਐਮਪਾਇਰ ਦੇ ਵਿੱਚ ਵਲੈਤੀਆਂ ਦੇ, ਤੇ ਬਣਿਆ ਕੀ, ਵਰਲਡ ਵਾਰ ਪਹਿਲੀ ਦੇ ਵਿੱਚ 7 ਲੱਖ ਬੰਦਾ ਮਰ ਗਿਆ, ਥਿੜਕ ਗਏ, ਪੈਸੇ ਮੁੱਕ ਗਏ, ਐਕਸਪੋਰਟ ਦਾ ਸਿਸਟਮ ਖਤਮ ਹੋ ਗਿਆ ਤੇ ਮੇਡ ਇਨ ਇੰਗਲੈਂਡ ਦੀਆਂ ਚੀਜ਼ਾਂ ਖਤਮ ਹੋ ਗਈਆਂ। ਦੇਖਦੇ ਗਿਆ ਹੱਥੋਂ ਕੰਮ। ਸੋ ਇਹ ਜਿਹੜੀ ਇਸੇ ਤਰ੍ਹਾਂ ਹੀ ਇਹਨਾਂ ਦਾ ਹੋਇਆ। ਅਮਰੀਕਾ ਨੇ ਉਹ ਕਹਿੰਦੇ 3 ਲੱਖ ਬੰਦਾ ਅਸੀਂ ਟ੍ਰੇਨਡ ਕਰਤਾ। ਹੁਣ ਜੇ ਦੇਖਿਆ ਜਾਵੇ 20 ਵਰ੍ਹਿਆਂ ਦੇ ਵਿੱਚ ਕਿੰਨੀ ਟ੍ਰੇਨਿੰਗ ਦਿੱਤੀ ਹੋਊ ਇਹਨਾਂ 3 ਲੱਖ ਬੰਦਿਆਂ ਨੂੰ, ਕਿੰਨਾ ਸਿਖਾਇਆ ਹੋਊ। ਪਰ ਉਹ ਕਹਿੰਦਾ ਬਈ ਜੱਟਾਂ ਦੇ ਫੋਗੂ ਨਾਰਾਇਣ ਦਾ ਉਹ ਜਦੇ ਜੱਫੀਆਂ ਪਾ ਲਏ, ਉਹਨਾਂ ਨੇ ਕਹਿਣਾ ਅਸੀਂ ਨਹੀਂ ਲੜਨਾ ਤੁਹਾਡੇ ਨਾਲ। ਟ੍ਰੇਨ ਨੂੰ ਕੀ ਕੀਤਾ ਜਾ ਕੇ, ਟ੍ਰਿਲੀਅਨਸ ਆਫ ਡਾਲਰ ਖਰਚ ਕੇ ਅਮਰੀਕਾ ਨੇ ਇਹਦੇ ਵਿੱਚੋਂ ਜੇ ਦੇਖਿਆ ਜਾਵੇ ਖੱਟਿਆ ਕੀ ਆ। ਟ੍ਰੇਨਿੰਗ ਦਿੱਤੀ, ਪੈਟਰੀਓਟਿਜ਼ਮ ਕਿੱਥੇ ਆ? ਉਹ ਕਹਿੰਦੇ ਪੈਟਰੀਓਟਿਜ਼ਮ ਸਾਡਾ ਇਹ ਆ ਵੀ ਤਾਲਿਬਾਨ ਦੇ ਨਾਲ ਅਸੀਂ ਰਾਜ ਕਰਨਾ। ਖਤਮ, ਜਦੇ ਹੀ ਬਿੰਦ ਲੱਗਿਆ ਬਿੰਦ। ਇਹਦੇ ਤੋਂ ਗਾਂਹ ਵੀ ਲੋਕ ਜਿਹੜੇ ਨੇ ਜੇ ਦੇਖਿਆ ਜਾਵੇ ਤਾਂ ਦੁਬਾਰਾ ਵੱਡਿਆਂ ਦੇਸ਼ਾਂ 'ਚ 20 ਸਾਲ $1 ਟ੍ਰਿਲੀਅਨ, 3 ਲੱਖ ਆਰਮੀ ਦੀ ਟ੍ਰੇਨਿੰਗ ਨੈਟੋ ਸਟੈਂਡਰਡ ਦੀ 1 ਹਫ਼ਤੇ ਦੇ ਵਿੱਚ ਬਲੋ ਆਊਟ ਹੋ ਗਈ। ਇਹਦਾ ਸੁਨੇਹਾ ਕੀ ਹੈ? ਇਹਦਾ ਸੁਨੇਹਾ ਇਹ ਹੈ ਵੀ ਕਿਸੇ ਦੇਸ਼ ਨੂੰ ਤੁਸੀਂ ਬਾਹਰੋਂ ਕੁਛ ਨਹੀਂ ਕਰ ਸਕਦੇ, ਕੁਛ ਨਹੀਂ ਹੋ ਸਕਦਾ, ਕੋਈ ਨਹੀਂ ਕੰਟਰੋਲ ਹੋ ਸਕਦਾ। ਅਤੇ ਇਹਦੇ ਲਈ ਅਫਗਾਨਿਸਤਾਨ ਦੀ ਜਿਹੜੀ ਇਹ ਮਿੱਟੀ ਹੈ, ਪਰ ਤਵਾਰੀਖਾਂ ਜਿਹੜੀਆਂ ਉਹ ਸਾਹਮਣੇ ਪਈਆਂ ਕਿ ਜਿਨ੍ਹਾਂ ਨੂੰ ਦੁਨੀਆ ਨਾ ਕੰਟਰੋਲ ਕਰ ਸਕੀ ਉਹਨਾਂ ਨੂੰ ਸਰਦਾਰ ਨਲੂਏ ਨੇ ਜਮਰੌਦ ਦੇ ਜਗ੍ਹਾ 'ਤੇ ਉਹ ਕਹਿੰਦਾ ਇੱਧਰ ਨੂੰ ਨਹੀਂ ਗਾਂ ਨੂੰ ਆਉਣਾ, ਇੱਥੇ ਟਿਕ ਕੇ ਬੈਠੋ। ਨਲੂਆ ਆ ਗਿਆ ਪਸ਼ਤੋ 'ਚ ਬੋਲਦੇ ਸੀ। ਰੰਗ ਰੂਪ ਪਹਿਰਾਵੇ ਵੀ ਬਦਲਤੇ ਬਈ ਆਹ ਨਾ ਕਹਾਣੀ ਹੋ ਜਾਏ। ਦੁਨੀਆ ਦੀਆਂ ਫੌਜਾਂ ਜਿਨ੍ਹਾਂ ਤੋਂ ਫੇਲ ਹੋਈਆਂ, ਸਿੱਖਾਂ ਦੇ ਜਰਨੈਲਾਂ ਨੇ ਉਹਨਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਪਰ ਅੱਜ ਖੜ੍ਹੇ ਕਿੱਥੇ ਆ? ਅੱਜ ਬੌਧਿਕ ਵਿਚਾਰਾਂ ਵਾਲਿਆਂ ਨੇ ਗੱਲਾਂ ਕਰੋ ਜੀ, ਗੱਲਾਂ ਦੇ ਨਾਲ ਹੁੰਦਾ। ਜਿਹੜਾ ਵਿਆਹਿਆ ਨਹੀਂ ਉਹ ਦੱਸਦਾ ਜਵਾਕ ਕਿਵੇਂ ਪਾਲਣੇ ਨੇ। ਬੰਦੇ ਬੀਬੀ ਵਾਂਗੂ ਹਾਰ ਸ਼ਿੰਗਾਰ ਲਾਉਂਦੇ ਨੇ। ਕੀ ਭਾਲਦੇ ਆ? ਸਾਰਿਆਂ ਦਾ ਧੰਨਵਾਦ ਹੈ ਜੀ। ਤੁਸੀਂ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਸ਼ਾਮਲ ਹੋ। ਅਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਅੱਜ ਦੀ ਖਾਸ ਇੱਕ ਗੱਲਬਾਤ ਤੁਹਾਡੇ ਨਾਲ ਮੈਂ ਕਰਨੀ ਹੈ। ਅੱਗੇ ਮਹਿਮਾਨ ਜਿਹੜੇ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ। ਕਮਿਊਨਿਟੀ ਦੇ ਵਿੱਚ ਕੋਈ ਮੈਂਟੋਰਸ਼ਿਪ ਹੁੰਦੀ ਆ, ਕੋਈ ਸਾਡੇ ਆਈਡਲ ਹੁੰਦੇ ਨੇ, ਅਲੱਗ-ਅਲੱਗ ਹਰ ਇੱਕ ਦਾ ਆਪਣਾ ਆਪਣਾ ਖਿੱਤਾ ਹੈ। ਪ੍ਰੋਫੈਸ਼ਨਲਿਜ਼ਮ ਕੀ ਹੈ, ਗੱਲਬਾਤ ਕਿਵੇਂ ਕਰਨੀ ਹੈ, ਕੰਮ ਦੋਸਤੀ ਅਤੇ ਪ੍ਰੋਫੈਸ਼ਨ ਦਾ ਬੈਲੈਂਸ ਕਿਵੇਂ ਬਣਾ ਕੇ ਰੱਖਣਾ। ਇਹਦੇ ਲਈ ਸਾਡੇ ਭਾਈ ਸਾਹਿਬ ਹੀ ਨੇ, ਬੜਾ ਪਿਆਰ ਆ ਸਾਡਾ। ਰਾਏ ਸਾਹਿਬ ਅੱਜ ਮੇਰੇ ਨਾਲ ਨੇ, ਅਤੇ ਜਿਨ੍ਹਾਂ ਨੇ ਇਸ ਖਿੱਤੇ ਦੇ ਵਿੱਚ ਭਾਈਚਾਰੇ ਵੱਲੋਂ ਦਸਤਾਰਾਂ ਸਜਾ ਕੇ ਸਰੂਪ ਦੇ ਵਿੱਚ ਹੰਟਿੰਗ ਸ਼ੁਰੂ ਕੀਤੀ। ਵੈਪਨ ਜੇ ਮਨ ਬਣਾ ਕੇ ਕਿਤੇ ਵੇਖੋ ਵੀ ਕਿਹੜੀ ਕਲੈਕਸ਼ਨ ਹੈ। ਦੁਨੀਆ ਭਰ ਦੇ ਜਿਹੜੇ ਮਹਿੰਗੇ ਵੈਪਨ ਨੇ, 15-15, 18-18 ਹਜ਼ਾਰ ਦੀਆਂ ਗੰਨਾਂ ਕਿਵੇਂ ਉਹ ਲਈਆਂ ਜਾਂਦੀਆਂ, ਕਿਸ ਤਰ੍ਹਾਂ ਵਧੀਆ ਵੈਪਨ ਰੱਖੇ ਜਾਂਦੇ, ਸੋਨੇ ਦੀਆਂ ਝਾਲਾਂ ਕਿਵੇਂ ਦਿੱਤੀਆਂ ਚਾੜੀਆਂ ਜਾਂਦੀਆਂ। ਅਤੇ ਫਿਰ ਹੁਣ ਪੜ੍ਹਾਉਣ ਲੱਗੇ। ਪੜ੍ਹਾਉਣ ਤੋਂ ਬਾਅਦ ਬਹੁਤ ਚੀਜ਼ਾਂ ਨੇ ਜਿਹੜੇ ਤੁਹਾਡੇ ਸਵਾਲ ਨੇ, ਅਤੇ ਅੱਜ ਮੇਰੇ ਨਾਲ ਸਟੂਡੀਓ 'ਚ ਨੇ ਰਾਏ ਸਾਹਿਬ। ਸਵਾਗਤ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਫਤਿਹ ਜੀ। ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ। ਧੰਨਵਾਦ ਜੀ। ਥੋੜ੍ਹਾ ਜਿਹਾ ਮਾਈਕ ਕੋਲ ਕਰ ਲਿਓ। ਠੀਕ। ਅੱਛਾ ਜੀ, ਇਹ ਜਦ ਇੱਥੇ ਦੇ ਲਾਇਸੈਂਸ ਦੀ ਗੱਲ ਹੁੰਦੀ ਹੈ, ਜਦ ਆਰਮਜ਼ ਦੀ ਗੱਲ ਚੱਲਦੀ ਹੈ, ਗਨ ਲਾਇਸੈਂਸ ਦੀ ਗੱਲ ਚੱਲਦੀ ਹੈ, ਲੋਕ ਉਸ ਤਰ੍ਹਾਂ ਹੀ ਸੋਚਦੇ ਜਿਵੇਂ ਆਪਾਂ ਪੰਜਾਬ 'ਚ ਲੈਂਦੇ ਰਹੇ। ਬਹੁਤ ਵੱਡਾ ਇਸ਼ੂ ਆ ਉੱਥੇ ਲਾਇਸੈਂਸ ਲੈ। ਹਾਂਜੀ। ਇੱਥੇ ਜਦ ਤੁਹਾਡੇ ਕੋਲ ਸਭ ਤੋਂ ਪਹਿਲਾਂ ਕੋਈ ਆਉਂਦਾ ਹੈ, ਉਹ ਕਹਿੰਦਾ ਜੀ ਮੈਂ ਅਸਲੇ ਦਾ ਲਾਇਸੈਂਸ ਲੈਣਾ, ਸਾਡੀ ਬੋਲੀ ਇਹ ਆ। ਹਾਂਜੀ। ਫਿਰ ਉਹਦੀ ਜਿਹੜੀ ਸ਼ੁਰੂਆਤ ਹੈ, ਜਾਂ ਉਸ ਨੂੰ ਇਸ ਦੇ ਕਾਬਲ ਬਣਾਉਣਾ ਵੀ ਉਹ ਗਨ ਘਰ 'ਚ ਕਿਵੇਂ ਰੱਖੇ। ਇਸ ਨੂੰ ਕੈਨੇਡਾ ਦਾ ਜਿਹੜਾ ਸਟੈਂਡਰਡ ਹੈ ਆਪਣੇ ਪੰਜਾਬ ਨਾਲੋਂ, ਉਹਦਾ ਫਰਕ ਕੀ ਹੈ?
ਫਰਕ ਬਹੁਤ ਵੱਡਾ ਜੀ। ਇੱਕ ਤਾਂ ਜਿਹੜੇ ਆਪਾਂ ਕੈਨੇਡਾ 'ਚ ਹਥਿਆਰ ਰੱਖਣੇ ਆ ਨਾ, ਸਾਨੂੰ ਦਿੱਤੇ ਜਾਂਦੇ ਆ ਸਪੋਰਟਿੰਗ ਪਰਪਸ ਲਈ, ਸੈਲਫ ਡਿਫੈਂਸ ਲਈ ਨਹੀਂ। ਇਹਦਾ ਲਾਇਸੈਂਸ ਲੈਣਾ ਬੜਾ ਸੌਖਾ ਆ। ਇਹ ਬਹੁਤ ਜ਼ਰੂਰੀ ਆ। ਤੁਸੀਂ ਰੇਡੀਓ ਤੇ ਗੱਲ ਕਰਦੇ ਰਹਿੰਦੇ ਆ, ਇਹ ਐਜੂਕੇਸ਼ਨ ਤਾਂ ਹਮੇਸ਼ਾ ਆਪਾਂ ਮੰਨਦੇ ਇੰਪੋਰਟੈਂਟ ਚੀਜ਼ ਹੈਗੀ ਆ। ਬਹੁਤ ਜ਼ਿਆਦਾ ਆਮ ਤੌਰ ਦੇ ਉੱਤੇ ਇਹੋ ਹੀ ਹੈਗਾ ਆ ਵੀ ਅਸੀਂ ਕੈਨੇਡਾ ਦੇ ਵਿੱਚ ਗਨ ਲਾਇਸੈਂਸ ਨਹੀਂ ਲੈ ਸਕਦੇ, ਜਾਂ ਔਖਾ ਜਾਂ ਮਿਲਣਾ ਨਹੀਂ, ਔਰ ਅਸੀਂ ਹੰਟਿੰਗ ਨਹੀਂ ਕਰ ਸਕਦੇ ਕਿਉਂਕਿ ਸ਼ਾਇਦ ਇਹੋ ਇੱਥੇ ਅਲਾਊਡ ਨਾ ਹੋਵੇ। ਇਹ ਗੱਲ ਬਿਲਕੁਲ ਨਹੀਂ ਹੈਗੀ। ਮੈਂ ਥੋੜ੍ਹਾ ਜਿਹਾ ਸੁਣਨ ਵਾਲਿਆਂ ਨੂੰ ਹੈਰਾਨ ਵੀ ਕਰੂੰਗਾ ਜੀ। ਆਸਾਨੀ ਤਾਂ ਇੱਥੋਂ ਤੱਕ ਹੈਗੀ ਆ ਵੀ ਜੇ ਤੁਸੀਂ ਇੱਕ ਵਿਜ਼ਿਟਰ ਆਏ ਆ, ਏਅਰਪੋਰਟ ਤੇ ਉਤਰੇ ਆ ਕੇ, ਤਾਂ ਤੁਸੀਂ ਉੱਥੇ ਇਮੀਗ੍ਰੇਸ਼ਨ ਅਫਸਰ ਨੂੰ ਕਹੋ ਮੈਨੂੰ ਗਨਸ ਦਾ ਸ਼ੌਂਕ ਆ, ਮੈਂ ਟਾਰਗੇਟ ਪ੍ਰੈਕਟਿਸ ਵੀ ਕਰਦਾ ਆ, ਮੈਂ ਹੰਟਿੰਗ ਵੀ ਕਰਦਾ ਹੈਗਾ, ਵੀ ਮੈਨੂੰ ਗਨ ਲਾਇਸੈਂਸ ਚਾਹੀਦਾ। ਇਮੀਗ੍ਰੇਸ਼ਨ ਅਫਸਰ ਦੇ ਕੋਲ ਇੱਕ ਅਥਾਰਟੀ ਹੈਗੀ ਆ ਵੀ ਉਹ ਤੁਹਾਨੂੰ 60 ਦਿਨ ਲਈ ਇੱਕ ਪਰਮਿਟ ਦੇ ਦੇਵੇ, ਜਿਹੜਾ ਕਿ ਤੁਹਾਨੂੰ ਅੰਡਰ ਸੁਪਰਵਿਜ਼ਨ ਅਲਾਉਡ ਕਰੂਗਾ। ਤੁਸੀਂ ਟਾਰਗੇਟ ਸ਼ੂਟਿੰਗ ਕਰ ਸਕਦੇ ਆ, ਇਸ ਹੌਬੀ ਨੂੰ ਇੰਜੋਏ ਕਰ ਸਕਦੇ ਆ। ਔਰ ਇਹ ਤੋਂ ਬਗੈਰ ਬੇਸ਼ੱਕ ਕਿਸੇ ਹੋਰ ਦੇਸ਼ ਦਾ ਨਾਗਰਿਕ ਹੋਵੇ, ਉਹ ਵੀ ਲੈ ਸਕਦਾ ਹੈ ਲਾਇਸੈਂਸ, ਕੈਨੇਡਾ ਦਾ ਗਨ ਲਾਇਸੈਂਸ। ਹੋਰ ਦੇਸ਼ਾਂ ਦੇ ਨਾਗਰਿਕ ਵੀ ਲੈ ਸਕਦੇ। ਸਾਡੇ ਲਈ ਜਿਹੜੇ ਅਸੀਂ ਇੱਥੇ ਰਹਿੰਦੇ ਆ, ਬੇਸ਼ੱਕ ਤੁਸੀਂ ਸਿਟੀਜ਼ਨ ਆ, ਬੇਸ਼ੱਕ ਤੁਸੀਂ PR ਹੈ, ਬੇਸ਼ੱਕ ਤੁਸੀਂ ਵਿਜ਼ਟਰ ਆ, ਬੇਸ਼ੱਕ ਤੁਸੀਂ ਵਰਕ ਪਰਮਿਟ ਤੇ ਆ, ਆਪਾਂ ਸਾਰਿਆਂ ਨੂੰ ਅਲਾਊਡ ਆ। ਆਪਾਂ ਕਲਾਸ ਦੇ ਵਿੱਚ 2 ਦਿਨ ਸੇਫਟੀ ਕਲਾਸ ਲਾ ਲਈਏ, ਉਹਨੂੰ ਆਪਾਂ ਪਾਸ ਕਰ ਲਈਏ, ਤਾਂ ਆਪਾਂ ਗਨ ਲਾਇਸੈਂਸ ਲੈ ਸਕਦੇ ਹਾਂ। ਇਹ ਬੜਾ ਸੌਖਾ ਜਿਹਾ ਤਰੀਕਾ ਹੈਗਾ ਆ। ਤੇ ਉਹਦਾ ਫਿਰ ਪੇਪਰ ਹੈ? ਉਹਦਾ ਪੇਪਰ ਹੈਗਾ ਜੀ, 2 ਦਿਨ ਦੀ ਕਲਾਸ ਹੁੰਦੀ ਹੈਗੀ ਆ ਜਿਹੜੀ ਅਸੀਂ ਟੀਚ ਕਰਦੇ ਆ। ਇਸੇ ਤਰੀਕੇ ਨਾਲ ਹੰਟਿੰਗ ਲਾਇਸੈਂਸ ਦੀ ਕਲਾਸ ਹੈਗੀ ਆ, ਉਹ ਵੀ ਅਲੱਗ ਹੈ। ਉਹ ਅਲੱਗ, ਹਾਂਜੀ, ਕਿਉਂਕਿ ਗਨ ਲਾਇਸੈਂਸ ਫੈਡਰਲ ਆ। ਜਿਹੜਾ ਆਪਾਂ ਲਾਇਸੈਂਸ ਗਨ ਦਾ ਲੈ ਲੈਨੇ ਸਾਰੇ ਕੈਨੇਡਾ 'ਚ ਚੱਲਦਾ। ਇਹ ਕੈਨੇਡੀਅਨ ਗਨ ਲਾਇਸੈਂਸ ਹੈਗਾ, ਸੋ ਸਾਰੇ ਕੈਨੇਡਾ 'ਚ ਇੱਕੋ ਗਨ ਲਾਇਸੈਂਸ ਜਿਹੜਾ ਚੱਲਦਾ ਹੈਗਾ, ਉਹਦੇ 2 ਹਿੱਸੇ ਆ। ਅੱਛਾ। ਜਿਹੜਾ ਹੰਟਿੰਗ ਲਾਇਸੈਂਸ ਹੈਗਾ ਪ੍ਰੋਵਿੰਸ਼ੀਅਲ ਆ, ਉਹ BC ਗਵਰਨਮੈਂਟ ਵੱਲੋਂ ਆ, ਕਿਉਂਕਿ ਤੁਸੀਂ BC 'ਚ ਹੰਟ ਕਰਨਾ ਕਰਤਾ ਆਪਾਂ ਅਲਬਰਟਾ 'ਚ ਵੀ ਸਕਦੇ ਹਾਂ, ਪਰ ਥੋੜ੍ਹਾ ਜਿਹਾ ਫਿਰ ਉਸ ਤਰੀਕੇ ਨਾਲ ਪਰਮਿਟ ਲੈਣਾ ਪੈਂਦਾ ਹੈਗਾ। ਉੱਥੇ ਦਾ ਜਿਹੜਾ ਸਾਡਾ ਲਾਇਸੈਂਸ ਹੈ ਜੀ, ਉਹਦੇ ਤੇ 2 ਤੁਸੀਂ ਅਸਲੇ ਲੈ ਸਕਦੇ ਹੋ। ਪਹਿਲਾਂ 3 ਸੀ, ਹੁਣ 2 ਕਰ ਦਿੱਤੇ। ਚਾਹੇ ਤੁਸੀਂ ਕੋਈ 2 ਗੰਨਾਂ ਲੈ ਲਓ, ਇੱਕ ਹੈਂਡ ਗਨ ਤੇ ਦੂਜੀ ਰਾਈਫਲ ਜਾਂ ਜਿਹੜੀ ਸ਼ਾਰਟ ਗਨ। ਇੱਥੇ ਜਿਹੜੇ ਲਾਇਸੈਂਸ ਬਣਦੇ ਆ ਜੀ, ਜਿਹੜਾ ਗਨ ਲਾਇਸੈਂਸ ਬਣਦਾ, ਉਹ ਕਿੰਨੇ ਕਿਸਮ ਦਾ ਤੇ ਕਿੰਨੀਆਂ ਗਨਸ ਲੈ ਸਕਦੇ? ਇੱਥੇ ਜੀ ਇਹਨਾਂ ਨੇ 2 ਹਿੱਸਿਆਂ 'ਚ ਵੰਡਿਆ ਉਹਨੂੰ। ਪਹਿਲਾਂ ਇੱਕੋ ਹੁੰਦਾ ਸੀ, ਫਿਰ 2 ਹਿੱਸਿਆਂ 'ਚ ਵੰਡਤਾ। ਉਹ ਤੁਹਾਡੀ ਚੋਇਸ, ਚਾਹੇ ਦੋਨੇ ਲੈ ਲਓ, ਚਾਹੇ ਇੱਕ ਲੈ ਲਓ। ਇੱਕ ਨੂੰ ਕਹਿੰਦੇ ਨੋਨ ਰਿਸਟ੍ਰਿਕਟਡ ਕਲਾਸ ਫਾਇਰ ਆਰਮ, ਜਿਹਦੇ ਵਿੱਚ ਆਪਣੀਆਂ ਰਾਈਫਲ ਜਾਂ ਸ਼ਾਰਟ ਗਨ ਆ ਜਾਂਦੀਆਂ। ਆਮ ਤੌਰ ਤੇ ਅਸੀਂ ਕਹਿੰਦੇ ਸਪੋਰਟਿੰਗ ਗਨਸ। ਅੱਛਾ। ਇੱਕ ਹੈਗਾ ਰਿਸਟ੍ਰਿਕਟਡ ਕਲਾਸ, ਉਹਦੇ ਵਿੱਚ ਤੁਹਾਡੇ ਰਿਵਾਲਵਰ, ਪਿਸਟਲ ਵਗੈਰਾ ਜਾਂ ਕੋਈ ਅਸਾਲਟ ਰਾਈਫਲ ਦੇ ਤੁਸੀਂ ਸ਼ੌਕੀਨ ਆ, ਸੋ ਜਿਹੜੀਆਂ ਗਨਸ ਆਪਾਂ ਲੈਣੀਆਂ ਚਾਹੁੰਦੇ ਹੈਗੇ ਆ, ਆਪਾਂ ਉਹ ਲੈ ਸਕਦੇ। ਨੋਨ ਰਿਸਟ੍ਰਿਕਟਡ ਕਲਾਸ ਤਾਂ ਰਿਸਟ੍ਰਿਕਟਡ ਕਲਾਸ। ਅੱਛਾ ਜੀ। ਹਾਂ, ਤੁਸੀਂ ਪੁੱਛਿਆ ਸੀ ਕਿੰਨੀਆਂ ਲੈ ਸਕਦੇ ਆ, ਲਿਮਿਟ ਨਹੀਂ ਹੈਗੀ। ਅੱਛਾ ਜੀ। ਬੇਸ਼ੱਕ ਤੁਸੀਂ ਗਨ ਲਾਇਸੈਂਸ ਲੈ ਕੇ ਗਨ ਕਦੇ ਵੀ ਨਾ ਲਵੋ। ਅੱਛਾ ਜੀ। ਕਿਉਂਕਿ ਜਿਹੜੇ ਸਾਡੇ ਕੋਲ ਆਉਂਦੇ ਹੈਗੇ ਸਟੂਡੈਂਟ, ਉਹ ਅੱਗੇ ਤਾਂ ਸੀਗੇ ਸ਼ੌਕੀਨ ਆਉਂਦੇ, ਹੁਣ ਇਹ ਐਜੂਕੇਸ਼ਨ ਬਣ ਗਈ ਆ। ਜੇ ਕਿਸੇ ਨੇ ਪੁਲਿਸ ਜੌਬ ਲੈਣੀ ਆ, ਬਾਰਡਰ ਸਿਕਿਉਰਿਟੀ ਦੇ ਉੱਤੇ ਇਮੀਗ੍ਰੇਸ਼ਨ ਜੌਬ ਲੈਣੀ ਹੈਗੀ ਆ, ਸਿਕਿਉਰਿਟੀ ਜੌਬ, ਆਰਮਡ ਕੋਰੀਅਰ ਜੌਬ, ਇਸ ਤਰੀਕੇ ਦੇ ਨਾਲ ਫਿਰ ਸਾਡੇ ਕੋਲ ਸਟੂਡੈਂਟ ਆਉਂਦੇ ਹੈਗੇ ਆ। ਹੋਰ ਉਹ ਤੋਂ ਵੱਧ ਸਾਡੇ ਵਰਗੇ ਆ ਜਿਹੜੇ ਹੰਟਿੰਗ ਦੇ ਸ਼ੌਕੀਨ ਆ ਜਾਂ ਗਨ ਕਲੈਕਸ਼ਨ ਦੇ ਸ਼ੌਕੀਨ ਆ। ਸੋ ਜਿਹੜੀ ਲਿਮਿਟ ਆ ਉਹ ਕੋਈ ਨਹੀਂ ਹੈਗੀ। ਬੇਸ਼ੱਕ ਤੁਸੀਂ ਲਾਇਸੈਂਸ ਲੈ ਕੇ ਗਨ ਕੋਈ ਵੀ ਨਾ ਲਵੋ, ਜਾਂ ਤੁਸੀਂ ਕਹੋ ਮੈਨੂੰ ਗਨ ਲਾਇਸੈਂਸ ਆ ਗਿਆ, ਤਾਂ ਦੁਕਾਨ ਤੇ ਪਹੁੰਚ ਜਾਓ, ਉਹਨੂੰ ਕਹੋ ਮੈਨੂੰ ਗਨ ਲਾਇਸੈਂਸ ਆ ਗਿਆ, ਮੇਰਾ ਪਿਕਅਪ ਜਿਹੜਾ 'ਚ 100 ਗਨ ਰੱਖ ਦੇ। ਕੋਈ ਲਿਮਿਟ ਜਾ ਕੇ 100 ਲੈ ਲਓ, 100 ਰਿਵਾਲਵਰ ਲੈ ਲਓ, 50 ਲੈ ਲਓ, 2 ਲੈ ਲਓ, ਲਿਮਿਟ ਨਹੀਂ। ਆਜ਼ਾਦੀ ਬਹੁਤ ਆ ਇਸ ਦੇਸ਼ 'ਚ, ਬੜਾ ਸੋਹਣਾ ਦੇਸ਼ ਹੈਗਾ ਆ, ਪਰ ਸਿਰਫ ਆਪਾਂ ਇੱਦਾਂ ਵੀ ਆਪਾਂ ਕਾਨੂੰਨ ਨੂੰ ਮੰਨ ਕੇ ਉਹਨੂੰ ਮਾਣੀ ਜਾਣਾ ਆਜ਼ਾਦੀ ਨੂੰ। ਅੱਛਾ ਰਾਏ ਸਾਹਿਬ, ਇਹ ਦੱਸਿਓ ਬਈ ਜਦ ਗਨ ਲੈਨੇ ਆਪਾਂ, ਮਤਲਬ ਕਿਸੇ ਵੀ ਗਨ ਸਟੋਰ ਤੇ ਚਲੇ ਗਏ, ਮੈਂ ਮਤਲਬ ਹੈਂਡ ਗਨ ਲੈ ਲਈ ਜਾਂ ਰਾਈਫਲ ਲੈ ਲਈ, ਉਹਦਾ ਫਿਰ ਨੈਕਸਟ ਲਾਈਨ ਆਫ ਐਕਸ਼ਨ ਕੀ ਆ? ਉਹ ਕਿੱਥੇ ਰਜਿਸਟਰਡ ਹੁੰਦੀ ਆ? ਪਤਾ ਲੱਗੇ ਵੀ ਮੇਰੇ ਕੋਲ ਆਹ ਗਨ ਆ, ਹੁੰਦਾ ਜੀ ਕੁਛ? ਅੱਛਾ, ਇੱਕ ਤਾਂ ਆਪਾਂ ਗੱਲ ਕੀਤੀ ਨੋਨ ਰਿਸਟ੍ਰਿਕਟਡ ਕਲਾਸ ਗਨਸ ਦੀ ਜੀ, ਰਾਈਫਲ, ਸ਼ਾਰਟ ਗਨ, ਇਹਨਾਂ ਦੀ ਰਜਿਸਟ੍ਰੇਸ਼ਨ ਕੋਈ ਨਹੀਂ ਹੈਗੀ। ਅੱਛਾ ਜੀ। ਹਾਂਜੀ, ਆਪਾਂ ਪੰਜਾਬੀ 'ਚ ਕਹਿੰਦੇ ਨੇ ਨਾ ਮੇਰੇ ਨਾਂ ਤੇ ਗਨ ਚੜ੍ਹ ਗਈ, ਹੈ ਨਾ, ਮੈਂ ਵੇਚੀ ਸੀ ਤੁਹਾਡੇ ਨਾਂ ਤੇ ਗਨ ਚੜ੍ਹ ਗਈ। ਇਹ ਕਿਸੇ ਦੇ ਨਾਂ ਤੇ ਨਹੀਂ ਚੜ੍ਹਦੀਆਂ। ਅੱਛਾ। ਇਹਦਾ ਸਿੰਪਲ ਤੁਸੀਂ ਦੁਕਾਨ ਤੇ ਜਾਵੋ, ਜਾ ਕੇ ਤੁਸੀਂ ਉਹਨਾਂ ਨੂੰ ਆਪਣਾ ਲਾਇਸੈਂਸ ਦੇਖੋ, ਦੇਖਣਗੇ ਤਾਂ ਤੁਹਾਨੂੰ ਗਨ ਪੈਸੇ ਲੈ ਕੇ ਦੇ ਦੇਣਗੇ। ਬੜਾ ਸਿੰਪਲ ਹੈ ਜੀ। ਜੇ ਹੁਣ ਮੇਰੇ ਕੋਲ ਕੋਈ ਗਨ ਹੈਗੀ ਆ, ਮੈਂ ਕਹਿੰਦਾ ਹੁਣ ਮੈਂ ਇਹ ਗਨ ਹੈਗੀ ਆ ਮੇਰੇ ਤੋਂ, ਮੈਨੂੰ ਇਹਦੀ ਜ਼ਰੂਰਤ ਨਹੀਂ, ਜਾਂ ਮੈਂ ਬਦਲ ਕੇ ਕੋਈ ਹੋਰ ਲੈ ਲੈਣੀ ਆ, ਤੁਸੀਂ ਖਰੀਦਣੀ ਚਾਹੁੰਦੇ ਆ, ਮੇਰਾ ਫਰਜ਼ ਬਣਦਾ ਵੀ ਮੈਂ ਤੁਹਾਡਾ ਗਨ ਲਾਇਸੈਂਸ ਦੇਖਾਂ,
ਜੇ ਮੈਨੂੰ ਯਕੀਨ ਆ ਠੀਕ ਹੈ, ਨਹੀਂ ਤਾਂ ਫਾਇਰ ਆਰਮ ਸੈਂਟਰ ਨੂੰ ਫੋਨ ਕਰਕੇ ਪੁੱਛਾਂ ਵੀ ਆਹ ਗਨ ਲਾਇਸੈਂਸ ਹੈਗਾ, ਇਹ ਵੈਲਿਡ ਹੈ, ਉਹਨਾਂ ਨੇ ਯੈਸ ਜਾਂ ਨੋ ਕਰਨੀ, ਹੋਰ ਇਨਫੋਰਮੇਸ਼ਨ ਨਹੀਂ ਦਿੰਦੇ ਉਹ, ਕਿਉਂਕਿ ਪ੍ਰਾਈਵੇਸੀ ਆ। ਫਿਰ ਮੈਂ ਤੁਹਾਨੂੰ ਪੈਸੇ ਲੈ ਕੇ ਗਨ ਦੇ ਦੇਣੀ ਆ। ਮੈਂ ਰਜਿਸਟ੍ਰੇਸ਼ਨ ਨਹੀਂ ਕਰ ਸਕਦਾ, ਮੈਂ ਤੁਹਾਨੂੰ ਰਸੀਦ ਨਹੀਂ ਦੇ ਸਕਦਾ, ਮੈਂ ਤੁਹਾਡੇ ਤੋਂ ਪੈਸੇ ਰਸੀਦ ਲੈ ਨਹੀਂ ਸਕਦਾ। ਕਮਾਲ ਹੋ ਗਈ। ਕਿਉਂਕਿ ਉਹ ਚਾਹੁੰਦੇ ਹੈਗੇ ਆ ਵੀ ਜੇ ਇਹ ਨਾਨ ਰਿਸਟ੍ਰਿਕਟਡ ਕਲਾਸ ਗਨ ਹੈ, ਇਹਦੀ ਰਜਿਸਟ੍ਰੇਸ਼ਨ ਨਹੀਂ ਹੈਗੀ, ਤੁਹਾਡੇ ਨਾਂ ਤੇ ਨਹੀਂ ਚੜ੍ਹਨੀ, ਤਾਂ ਉਹਦੀ ਰਸੀਦ ਨਹੀਂ ਹੋਣੀ ਚਾਹੀਦੀ। ਕਿਉਂਕਿ ਜੇ ਕਾਨੂੰਨ ਇਹ ਆ, ਮੈਂ ਤੁਹਾਨੂੰ ਰਸੀਦ ਲੈ ਕੇ ਦੇਤੀ, ਹੁਣ ਮੇਰੇ ਕੋਲ ਰਸੀਦ ਆ ਵੀ ਤੁਹਾਡੇ ਕੋਲ ਗਨ ਹੈ ਮੇਰੇ ਵਾਲੀ, ਤੁਸੀਂ ਉਹ 10 ਵਾਰੀ ਗਾਂਹ ਵੇਚ ਦਿੱਤੀ, ਮੇਰੇ ਕੋਲ ਰਸੀਦ ਹੱਲੇ ਵੀ ਉਹ ਕਹੀ ਜਾਂਦੀ ਆ ਵੀ ਤੁਹਾਡੇ ਕੋਲ ਆ। ਸੋ ਇਸ ਕਰਕੇ ਮੈਂ ਰਸੀਦ ਵੀ ਨਹੀਂ ਲੈ ਸਕਦਾ, ਦੇ ਵੀ ਨਹੀਂ ਸਕਦਾ। ਮੈਂ ਤਾਂ ਪੈਸੇ ਤੁਹਾਨੂੰ ਦੇ ਕੇ ਗਨ ਦੇ ਦੇਣੀ ਆ ਜਾਂ ਲੈ ਲੈਣੀ ਹੈਗੀ ਆ। ਇਹ ਹੈਗੀਆਂ ਨਾਨ ਰਿਸਟ੍ਰਿਕਟਡ। ਉਹ ਤੋਂ ਗਾਂ ਜਿਹੜੀ ਹੈਗੀ ਰਿਸਟ੍ਰਿਕਟਡ ਕਲਾਸ ਗਨ, ਜਿਹਦੇ ਵਿੱਚ ਅਸਾਲਟ ਰਾਈਫਲਸ, ਰਿਵਾਲਵਰ, ਪਿਸਟਲ ਵਗੈਰਾ ਆ ਜਾਂਦੇ ਆ, ਉਹ ਰਜਿਸਟਰਡ ਹੁੰਦੀਆਂ ਆ। ਅੱਛਾ ਜੀ। ਇਹ ਪੁਰਾਣਾ ਹੀ ਤਕਰੀਬਨ 1936 ਦਾ ਕਾਨੂੰਨ ਆ। ਜਿਹੜੇ ਰਿਵਾਲਵਰ, ਪਿਸਟਲ ਹੈਗੇ, ਖਰੀਦ ਆਪਾਂ ਜਿੰਨੇ ਮਰਜ਼ੀ ਲਈਏ, ਪਰ ਉਹ ਤੁਹਾਡੇ ਨਾਂ ਦੇ ਉੱਤੇ ਤੇ ਤੁਹਾਡੇ ਐਡਰੈਸ ਤੇ ਰਜਿਸਟਰਡ ਹੁੰਦੇ ਆ। ਸੋ ਜੇ ਤੁਹਾਡੇ ਕੋਲ ਰਿਵਾਲਵਰ ਆ, ਤੁਹਾਨੂੰ ਉਹਨਾਂ ਨੇ ਉਹਦਾ ਇੱਕ ਸਰਟੀਫਿਕੇਟ ਦੇ ਦੇਣਾ ਤੇ ਆ ਰੱਖੋ ਘਰ, ਇਹ ਤੁਹਾਡੇ ਨਾਂ ਹੈ। ਹੁਣ ਤੁਸੀਂ ਕਹਿੰਦੇ ਆ ਤੁਸੀਂ ਵੇਚ ਦੇਣਾ ਆ, ਤੁਸੀਂ ਮੈਨੂੰ ਵੇਚ ਰਹੇ ਆ, ਆਪਾਂ ਦੋਨਾਂ ਨੇ RCMP ਦਾ ਜਿਹੜਾ ਫਾਇਰ ਆਰਮ ਸੈਂਟਰ ਉਹਨੂੰ ਫੋਨ ਕਰ ਦੇਣਾ। ਅੱਛਾ ਜੀ। ਵੀ ਸੈਲਰ ਆ ਹੈਗਾ, ਬਾਇਰ ਆ ਹੈਗਾ, ਦੋਨੇ ਬੈਠੇ ਹੋ। ਹਾਂਜੀ, ਓਵਰ ਦਾ ਫੋਨ, ਚਾਹੇ ਆਪਾਂ ਇਕੱਠੇ ਹੀ ਫੋਨ ਕਰ ਦਈਏ, 3-ਵੇ ਕਾਲ ਆਪਾਂ ਜਿੱਦਾਂ ਕਹਿ ਦਈਦਾ, ਜਾਂ ਆਪਾਂ 1 by 1 ਕਰ ਦਈਏ ਰੈਫਰੈਂਸ ਨੰਬਰ ਲੈ ਕੇ, ਤਾਂ ਉਹਨਾਂ ਨੇ ਕਹਿਣਾ ਠੀਕ ਆ, ਸਾਨੂੰ 1 ਜਾਂ 2 ਦਿਨ ਦਿਓ, ਅਸੀਂ ਚੈੱਕ ਕਰਕੇ ਅਪਰੂਵ ਕਰਕੇ ਤੁਹਾਨੂੰ ਈਮੇਲ ਕਰ ਦੇਵਾਂਗੇ। ਸੋ ਉਹ ਵੀ ਬੜਾ ਸੌਖਾ ਤਰੀਕਾ ਹੈਗਾ। ਫਿਰ ਉਸ ਤਰੀਕੇ ਦੇ ਨਾਲ ਤੁਹਾਡੇ ਨਾਂ 'ਤੇ ਰਜਿਸਟ੍ਰੇਸ਼ਨ ਹੋ ਜਾਣੀ ਆ, ਸਿਰਫ ਜਿਹੜੇ ਰਿਸਟ੍ਰਿਕਟਡ ਕਲਾਸ 'ਚ ਰਿਵਾਲਵਰ, ਪਿਸਟਲ ਵਗੈਰਾ। ਰਾਏ ਸਾਹਿਬ, ਜਿਹੜੀਆਂ ਨਾਨ ਰਿਸਟ੍ਰਿਕਟਡ ਨੇ, ਉਹ ਕਿਤੋਂ ਕਿਤੇ ਚਲੇ ਜਾਵੇ, ਕੁਛ ਗਲਤ ਹੋ ਜਾਵੇ ਉਸ ਵੈਪਨ ਨਾਲ, ਫਿਰ ਕਿਵੇਂ ਲੋਕੇਟ ਕਰਦੇ ਜੀ ਕਿਹਦਾ ਵੈਪਨ ਹੈ? ਅਸਲ ਦੇ ਵਿੱਚ ਆਪਣੀ ਕੈਨੇਡੀਅਨ ਲਾਅ ਜਿਹੜੇ ਆ, ਤੁਸੀਂ ਦੇਖਦੇ ਕੋਈ ਵੀ ਚੀਜ਼ ਕੁਛ ਵੱਧ ਘੱਟ ਹੋ ਜਾਊਗਾ, ਕਾਨੂੰਨ ਬਦਲ ਦਿੰਦੇ ਉਹਦਾ। ਇਸ ਦੇਸ਼ ਦੀ ਤਾਰੀਫ ਹੈਗੀ ਹੈ ਵੀ ਜੇ ਮੈਨੂੰ ਕੋਈ ਤੰਗੀ ਆ ਜਾਂ ਪਬਲਿਕ ਨੂੰ ਤੰਗੀ ਹੈਗੀ ਆ, ਤਾਂ ਸਰਕਾਰ ਝੱਟ ਉਹਦੇ ਵਿੱਚ ਹਿੱਸਾ ਲੈ ਕੇ, ਧਿਆਨ ਦੇ ਕੇ ਤਾਂ ਉਹਨੂੰ ਬਦਲ ਦਿੰਦੇ ਹੈਗੇ ਆ। ਆਮ ਤੌਰ ਦੇ ਉੱਤੇ ਇੱਥੇ ਜਿਹੜੇ ਅਸੀਂ ਉਹਨਾਂ ਨੂੰ ਕਹਿੰਦੇ ਆ ਰਿਸਪੌਂਸਿਬਲ ਗਨ ਓਨਰ, ਜਿਹਦੇ ਵਿੱਚ ਮੈਂ ਵੀ ਆ ਗਿਆ, ਤੁਸੀਂ ਵੀ ਆ ਗਏ, ਬਿਲਕੁਲ ਹੈ ਨਾ, ਹੋਰ ਜਿੰਨੇ ਵੀ ਹੈਗੇ ਆ, ਇਹ ਬੜੀ ਮਾਣ ਦੀ ਗੱਲ ਹੁੰਦੀ ਹੈਗੀ ਆ। ਇਹਨਾਂ ਦੇ ਨਾਲ ਕ੍ਰਾਈਮ ਨਹੀਂ ਹੁੰਦਾ। ਬਿਲਕੁਲ। ਕ੍ਰਾਈਮ ਰੇਸ਼ੋ ਜਿਹੜੀ ਆ ਨਾ, ਜਿਹੜੇ ਰਿਸਪੌਂਸਿਬਲ ਗਨ ਓਨਰ ਆ, ਜਦੋਂ ਕਾਨੂੰਨ ਚੇਂਜ ਹੁੰਦੇ ਅਸੀਂ ਇਹ ਰੌਲਾ ਪਾਉਂਦੇ ਆ, ਤੁਸੀਂ ਦੱਸੋ ਅਸੀਂ ਕੀ ਕੀਤਾ, ਸਾਡੇ ਤੇ ਕਾਨੂੰਨ ਦੀ ਸਖਤੀ ਕਿਉਂ ਕਰਦੇ ਆ, ਸਖਤੀ ਕਰੋ। ਹੁਣ ਜੇ ਕੋਈ ਗੈਰ ਕਾਨੂੰਨੀ ਕੰਮ ਕਰਨਾ ਚਾਹੁੰਦਾ, ਨਾ ਤਾਂ ਉਹਨ ਰਾਜ ਰਾਏ ਦੀ ਕਲਾਸ ਜਾ ਕੇ ਬਹਿਣਾ, ਤਾਂ ਨਾ ਹੀ ਉਹਨੂੰ ਦੁਕਾਨ ਤੋਂ ਜਾ ਕੇ ਲੈਣਾ। ਬਿਲਕੁਲ। ਉਹਨਾਂ ਨੂੰ ਸਾਂਭੋ, ਉਹਨਾਂ ਨੂੰ ਦੇਖੋ, ਆਪਾਂ ਇੰਨੇ ਪੈਸੇ ਖਰਚਦੇ ਆ, ਹਨਾ। ਹੁਣ ਤੇ ਤੁਸੀਂ ਮੈਨੂੰ ਕਹੋ ਗਨ ਦੇ ਨਾਲ ਕੋਈ ਗਲਤੀ ਕਰੇ, ਮੈਂ ਤਾਂ ਉਦਾਂ ਹੀ ਡਰਦਾ, ਮੈਂ ਤਾਂ ਉਦਾਂ ਹੀ ਕਾਨੂੰਨ ਮੰਨਦਾ, ਮੈਂ ਤਾਂ ਕਾਨੂੰਨ ਨੂੰ ਪ੍ਰਮੋਟ ਕਰਨ ਡਿਆ ਪਿਛਲੇ 22 ਸਾਲਾਂ ਦਾ। ਬਿਲਕੁਲ ਠੀਕ ਹੈ ਵੀ ਇਹ ਤੁਸੀਂ ਕਾਨੂੰਨ ਨੂੰ ਮੰਨੋ ਔਰ ਇੰਜੋਏ ਕਰੋ। ਇਹੋ ਹੀ ਕਲਾਸ ਦੇ ਵਿੱਚ ਮੈਂ ਬਹੁਤ ਵਾਰੀ ਦੁਹਰਾਉਣਾ ਹੁੰਦਾ ਵੀ ਤੁਸੀਂ ਆ ਜਾਓ, ਕਲਾਸ 'ਚ ਬੈਠੋ, ਸੁਣੋ, ਪੜ੍ਹੋ। ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਮੇਰੀ ਕਲਾਸ ਕਦੇ ਕਿਸੇ ਨੇ ਨਹੀਂ ਕਿਹਾ ਵੀ ਉਹਨੂੰ ਕਲਾਸ 'ਚ ਆਉਣ ਦਾ ਫਾਇਦਾ ਨਹੀਂ ਹੋਇਆ। ਬਿਲਕੁਲ ਠੀਕ ਹੈ। ਕੌਮੈਂਟ ਦਿੰਦੇ ਹੈਗੇ ਆ ਤੇ ਬੜਾ ਫਾਇਦਾ ਹੋਇਆ। ਇੱਥੋਂ ਤੱਕ ਮੈਂ ਕਹਿੰਦਾ ਵੀ ਇਹੋ ਇੱਕ ਬੜੇ ਚੰਗੇ ਭਾਗਾਂ ਵਾਲੀ ਗੱਲ ਆ। ਚੀਫ ਫਾਇਰ ਆਰਮ ਆਫਿਸਰ ਤੱਕ ਮੇਰਾ ਨਾਮ ਰეკਮੈਂਡ ਕਰਦੇ ਆ ਵੀ ਮੈਂ ਇਸ ਤਰੀਕੇ ਦਾ ਵਾਲਾ। ਔਰ ਤੁਹਾਨੂੰ ਯਾਦ ਹੋਣਾ, ਆਪਾਂ ਇੱਕ ਵਾਰੀ ਚੀਫ ਫਾਇਰ ਆਰਮ ਆਫਿਸਰ ਨੂੰ ਤੁਹਾਡੇ ਇੰਟਰਵਿਊ ਦੇ ਵਿੱਚ ਲੈ ਕੇ, ਉਹ ਚੀਫ ਸੀ, ਉਹੀ ਚੀਫ ਹੱਲੇ ਵੀ ਆ, ਔਰ ਉਹ ਬਹੁਤ ਖੁਸ਼ ਆ ਵੀ ਇਹ ਜਿਹੜਾ ਬੰਦਾ ਹੈਗਾ, ਕਿਉਂਕਿ ਆਪਾਂ ਜੇ ਸੋਚ ਲਈਏ ਵੀ ਸਰਕਾਰ ਚਾਹੁੰਦੀ ਆ ਗਨ ਨਾ ਲਾਓ ਜਾਂ ਲਾਇਸੈਂਸ, ਇੱਦਾਂ ਨਹੀਂ ਹੈਗੀ। ਪ੍ਰੋਗਰਾਮ RCMP ਨੇ ਚਲਾਇਆ, RCMP ਹੀ ਤੁਹਾਨੂੰ ਕਹਿੰਦੀ ਆ ਲੈ ਲਓ, ਐਜੂਕੇਟ ਕਰ ਲਓ ਆਪਣੇ ਨੂੰ ਸੇਫਟੀ ਦੇ ਲਈ, ਤਾਂ ਇਹਨੂੰ ਇੰਜੋਏ ਕਰੋ। ਇੱਕ ਸਪੋਰਟ ਹੈ, ਹੁਣ ਓਲੰਪਿਕ ਹੋ ਕੇ ਹਟੀ ਆ, ਓਲੰਪਿਕ ਦੇ ਵਿੱਚ ਰਾਈਫਲ ਸ਼ੂਟਿੰਗ ਹੁੰਦੀ ਆ, ਸਕੀਟ ਸ਼ੂਟਿੰਗ ਹੁੰਦੀ ਆ, ਟਰੈਪ ਸ਼ੂਟਿੰਗ ਹੁੰਦੀ ਆ, ਇਹ ਵੀ ਇੱਕ ਖੇਡ ਦਾ ਬਹੁਤ ਵੱਡਾ ਹਿੱਸਾ। ਅੱਛਾ ਜੀ, ਜਿਹੜਾ ਕਾਨੂੰਨ ਵਾਲੀ ਕਹਾਣੀ ਆ, ਵੈਪਨ ਨੂੰ ਕਿਵੇਂ ਸਾਡੇ ਤਾਂ ਧਰਮ 'ਚ ਭਗੌਤੀਆਂ ਸਿਮਰਨ ਦੀ ਗੱਲ ਕੀਤੀ ਆ, ਬਹੁਤ ਸਤਿਕਾਰ ਕਿਹਾ, ਇਸ ਪਲੇਸ ਆਫ ਵਰਸ਼ਿਪ ਆ ਜਿੱਥੇ ਵੈਪਨ ਪਏ। ਹਾਂਜੀ। ਬਹੁਤ ਸਿਆਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਧੀਆ ਅਲਮਾਰੀ 'ਚ ਵਧੀਆ ਵੈਪਨ ਪਏ, ਧੂਫ ਦਿੰਦੇ ਸਵੇਰੇ ਵੀ ਕਿਰਪਾ ਰੱਖੀ ਭਗੌਤੀ ਨੂੰ ਅਸੀਂ ਸਿਮਰਦੇ ਹਾਂ, ਸੇਵਾ ਕਰਨੇ। ਹਾਂਜੀ। ਮੈਂ ਇਹ ਤੁਹਾਡੇ ਨਾਲ ਦੇ ਹੰਟਰਸ ਤੋਂ ਸੁਣਿਆ ਵੀ ਜਦ ਅਸੀਂ ਸ਼ਿਕਾਰ ਤੇ ਚੜ੍ਹੇ ਹੁੰਦੇ ਆ, ਸਾਡੇ ਕੈਂਪ ਦੇ ਵਿੱਚ ਜਦ ਆਉਂਦੇ ਨੇ ਕੰਜ਼ਰਵੇਸ਼ਨ ਅਫੀਸਰ, ਜੇ ਉਹ ਦੇਖ ਲੈਣ ਤੁਹਾਨੂੰ, ਕਹਿੰਦੇ ਅੱਧੀਆਂ ਚੀਜ਼ਾਂ ਉਹ ਕਹਿੰਦੇ ਨੇ ਵੀ ਨੋ ਮਿਸਟਰ ਰਾਏ ਇਜ਼ ਹੀਅਰ, ਵੀ ਡੋਂਟ ਹੈਵ ਟੂ ਵਰੀ ਅਬਾਊਟ ਇਟ। ਕਮਾਲ ਹੋ ਗਈ। ਪਹਿਲਾਂ ਇੱਦਾਂ ਸੀਗਾ ਜੀ, ਕਿਉਂਕਿ ਪਹਿਲਾਂ ਬਹੁਤ ਘੱਟ ਪੰਜਾਬੀ ਸ਼ਿਕਾਰ ਖੇਲਦੇ ਸੀਗੇ, ਔਰ ਪੱਗ ਵਾਲੇ ਬੰਦੇ ਤਾਂ ਹੁੰਦੇ ਨਹੀਂ ਸੀ। ਜਦ ਮੈਂ ਜਾਂਦਾ ਹੁੰਦਾ ਸੀ 1982 ਦੀ ਗੱਲ ਕਰਦਾ, ਪੱਗ ਬੰਨ੍ਹ ਕੇ ਸ਼ਿਕਾਰ, ਤਾਂ ਲੋਕਾਂ ਨੇ ਦੇਖਣਾ ਪੱਗ ਵਾਲਾ ਕੀ ਕਰਦਾ ਜੰਗਲ। 40 ਸਾਲ ਹੋ ਗਏ। ਹਾਂਜੀ। ਤਾਂ ਹੁਣ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਮੈਂ ਜੇ ਸ਼ੂਟਿੰਗ ਰੇਂਜ 'ਚ ਜਾਵਾਂ ਨਾ, ਲੈਂਗਲੀ ਕਹਿ ਲਓ, ਰਿਚਮੰਡ ਕਹਿ ਲਓ, ਐਬਸਫੋਰਡ ਕਹਿ ਲਓ, ਜਿੰਨੇ ਵੀ ਹੈਗੇ ਆ,
ਔਰ ਬੜੀ ਖੁਸ਼ੀ ਹੁੰਦੀ ਆ, ਮੈਨੂੰ ਕਹਿੰਦੇ ਨੇ ਸੀਨਾ ਚੌੜਾ ਹੁੰਦਾ ਵੀ ਉੱਥੇ 90% 95% ਪੰਜਾਬੀ ਸ਼ੂਟਰ ਖੜੇ ਹੁੰਦੇ ਆ। ਵਾਹ। ਔਰ ਪਿਛਲੇ 2 ਹਫ਼ਤੇ ਦੀ ਗੱਲ ਮੈਂ ਗਿਆ ਮੋਟਰਸਾਈਕਲ ਕਲੱਬ ਦੇ, ਮੋਟਰਸਾਈਕਲ ਉਹਨਾਂ ਦੇ ਬਹੁਤ ਟੌਪ ਦੇ ਸੋਹਣੇ ਤਾਂ ਮਹਿੰਗੇ ਪਾਰਕਿੰਗ ਲੋਟ 'ਚ ਖੜੇ। ਔਰ ਮੈਂ ਜਾਂਦਾ ਹੀ ਆਪਣੇ ਦੋਸਤਾਂ ਨੂੰ ਹੱਸਣ ਲੱਗ ਪਿਆ ਸੀ, ਮੈਂ ਕਿਹਾ ਪੰਜਾਬੀ ਹੋਣੇ ਆ ਉਹ, ਮਾਣ ਹੈ ਨਾ ਆਪਾਂ ਨੂੰ। ਔਰ ਜਦੋਂ ਗਾਂ ਗਏ ਆ ਸਾਰੇ ਪੰਜਾਬੀ, ਔਰ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਬੜੇ ਮਹਿੰਗੇ ਦੁਨੀਆ ਦੇ ਟੌਪ ਦੇ ਫੜੇ ਹੋਏ। ਇੱਕ ਬੜੇ ਮਾਣ ਦੀ ਤਾਂ ਖੁਸ਼ੀ ਦੀ ਗੱਲ ਆ ਵੀ ਅਸੀਂ ਇਹਨੂੰ ਐਜ਼ ਏ ਸਪੋਰਟ ਇੰਜੋਏ ਕਰਦੇ। ਫਿਰ ਬੱਚੀਆਂ ਜੀ, ਬੱਚੀਆਂ ਖੜੀਆਂ, ਪਿਤਾ ਗਿਆ ਆਪਣੀ 12-13 ਸਾਲ ਦੀ ਬੱਚੀ ਨੂੰ ਲੈ ਕੇ ਗਿਆ, 20 ਸਾਲ ਦੇ ਬੱਚੇ ਨੂੰ ਲੈ ਕੇ ਗਿਆ। ਸੋ ਇਹ ਬਹੁਤ ਸੋਹਣੀ ਸਪੋਰਟ ਹੈ ਪਰਿਵਾਰ ਦੇ ਨਾਲ। ਸੋ ਜਦੋਂ ਵੀ ਜੰਗਲ 'ਚ ਜਾਂਦੇ, ਜਿਹੜਾ ਤੁਸੀਂ ਗੱਲ ਕਰਦੇ ਆ, ਉਸ ਵੇਲੇ ਬਹੁਤੇ ਆ ਜਿਹੜੇ ਗੇਮ ਵਾਰਡਨ ਸੀਗੇ ਨਾ, ਜਿਹਨਾਂ ਨੂੰ CEO ਕਹਿੰਦੇ ਕੰਜ਼ਰਵੇਸ਼ਨ ਆਫਿਸਰ, ਉਸ ਵੇਲੇ ਇਹ ਗੱਲ ਹੋ ਗਈ ਸੀ, ਬਹੁਤਿਆਂ ਨੂੰ ਸਾਡੀ ਪਛਾਣ ਹੋ ਗਈ ਸੀ। ਉਹ ਮੈਂ ਸੀ, ਮੇਰਾ ਇੱਕ ਅਜੀਜ਼ ਦੋਸਤ ਇੰਦਰਜੀਤ ਸਿੰਘ ਭੁੰਦਲ, ਅਸੀਂ ਦੋਨੇ ਪਿਛਲੇ 38 ਸਾਲ ਤੋਂ ਸ਼ਿਕਾਰ ਖੇਲਦੇ ਹਾਂ, ਇਕੱਠੇ ਜਾਂਦੇ, ਇਕੱਠੇ। ਪਿਆਰ ਪਹਿਲਾਂ ਤੋਂ ਸਾਡਾ ਜੀ ਵਧਿਆ ਆ ਪਿਆਰ। ਤਾਂ ਉਹ ਤੋਂ ਲੱਗ ਕੇ ਹੁਣ ਤੱਕ ਉਸ ਸਮੇਂ ਦੇ ਵਿੱਚ ਇਹਨਾਂ ਨੇ ਸਾਡੀ ਪਛਾਣ ਕਰ ਲਈ ਸੀਗੀ ਵੀ ਪੰਜਾਬੀ ਬਹੁਤੇ ਤਾਂ ਹੁੰਦੇ ਹੀ ਨਹੀਂ, ਬਹੁਤੇ ਨਹੀਂ ਕਹਿ ਲਓ ਵੀ 2 ਹੀ ਹੁੰਦੇ ਸੀ। ਤਾਂ ਇਹ ਫਿਰ ਸਾਨੂੰ ਮਿਲਦੇ ਸੀ, ਸਾਡੇ ਕੈਂਪ 'ਤੇ ਆ ਕੇ ਬਹਿ ਜਾਂਦੇ ਹੁੰਦੇ ਸੀਗੇ। ਕਈ ਵਾਰ ਨਾਲ ਦੇ ਆਫਿਸਰ ਨੂੰ ਕਹਿਣਾ ਵੀ ਇਹਨਾਂ ਦੇ ਤੁਸੀਂ ਇਕੁਇਪਮੈਂਟ ਦੇਖੋ ਕਿੰਨੇ ਸੋਹਣੇ ਆ। ਵਾਹ। ਤਾਂ ਉਹ ਸੋਹਣਾ ਸਤਿਕਾਰ ਬਣ ਗਿਆ ਸੀਗਾ। ਬਿਲਕੁਲ। ਅੱਛਾ ਰਾਏ ਸਾਹਿਬ, ਇੱਕ ਦੱਸਿਓ, ਆ ਪਿੱਛੇ ਜਿਹੜਾ ਹੁਣ ਗਨ ਬਾਈਬੈਕ ਦੀ ਗੱਲ ਚੱਲੀ ਆ, ਇਹ ਕੀ ਆ ਜੀ? ਇਹ ਅਸੂਲ ਕੀ ਖਰੀਦਣਾ ਚਾਹੁੰਦੀ ਹੈ ਸਰਕਾਰ? ਇਹ ਜ਼ਰੂਰੀ ਆ ਜੀ ਵੀ ਇਹ ਗੱਲ ਨੂੰ ਚਾਹੇ ਆਪਾਂ ਇੱਕ ਦੀ ਬਜਾਏ ਵੀ 2 ਵਾਰੀ ਆਪਣੇ ਪ੍ਰੋਗਰਾਮ 'ਚ ਰਿਪੀਟ ਕਰ ਦਈਏ। ਮੈਨੂੰ ਹੱਲੇ ਵੀ ਫੋਨ ਕਾਲਸ ਆਉਂਦੀਆਂ, ਹਾਲਾਂਕਿ ਆਪਾਂ ਕੁਛ ਸ਼ੋਅ ਪਹਿਲਾਂ ਵੀ ਕਰ ਚੁੱਕੇ ਹਾਂ, ਆਪਣੇ ਤੁਹਾਡੇ ਜਿਹੜੇ YouTube ਵਾਲੇ 'ਤੇ ਵੀ ਆਪਾਂ ਕੀਤਾ ਸੀ ਜੀ, ਵੀ ਅਸੀਂ ਗੰਨਾਂ ਕਦੋਂ ਮੋੜਨੀਆਂ। ਗਨ ਕਾਨੂੰਨ ਕੋਈ ਇੱਦਾਂ ਦਾ ਨਹੀਂ ਬਣਿਆ ਜੇ ਤੁਸੀਂ ਗੰਨਾਂ ਮੋੜਨੀਆਂ। ਕਾਨੂੰਨ ਨੇ ਕੁਛ ਬੈਨ ਕੀਤੀਆਂ, ਕੁਛ ਉਹ ਕੀਤੀਆਂ ਜੇ ਮੈਂ ਤੁਹਾਨੂੰ ਜਾਤੀ ਤੌਰ 'ਤੇ ਦੱਸਾਂ, ਉਹਨਾਂ ਦੀ ਸਾਨੂੰ ਲੋੜ ਵੀ ਨਹੀਂ। ਠੀਕ। ਬੇਸ਼ੱਕ ਮੇਰੇ ਕੋਲ ਵੀ ਹੈਗੀਆਂ। ਬਿਲਕੁਲ ਠੀਕ ਹੈ। ਹੁਣ ਜੇ ਦੇਖਿਆ ਜਾਵੇ ਬਹੁਤੇ ਪੰਜਾਬੀ ਸ਼ੌਕੀਨ AK-47 ਦੇ, ਉਹ ਕੀ ਕਰਨੀ ਆ? ਉਹ ਵਾਰ ਰਾਈਫਲ ਆ। ਉਹ ਹੰਟਿੰਗ ਲਈ ਜਾਂ ਟਾਰਗੇਟ ਸ਼ੂਟਿੰਗ ਲਈ ਜਾਂ ਪਰਿਵਾਰਕ ਮਾਹੌਲ ਦੇ ਲਈ ਨਹੀਂ ਬਣੀਆਂ। ਠੀਕ। ਸੋ ਉਹਨਾਂ ਨੇ ਕੁਛ ਉੱਦਾਂ ਦੀਆਂ ਬੰਦ ਕਰਤੀ। ਕਿੰਨੀਆਂ ਬੰਦ ਕਰਤੀਆਂ? ਉਹ ਜੇ ਤਾਂ ਤੁਹਾਡੇ ਕੋਲ ਹੈਗੀ ਆ, ਹੁਣ ਤੁਸੀਂ ਅਮੈਂਸਟੀ ਦੇ ਵਿੱਚ ਆ, ਅਪ੍ਰੈਲ 30 ਤੱਕ 2022 ਅਪ੍ਰੈਲ ਤੱਕ ਉਹ ਤੁਹਾਡੇ ਕੋਲ ਰਹਿਣੀਆਂ ਹੈਗੀਆਂ। ਤਾਂ ਉਹ ਤੋਂ ਪਹਿਲਾਂ ਸਰਕਾਰ ਤੁਹਾਨੂੰ ਕਹੂਗੀ ਵੀ ਜੇ ਤੁਸੀਂ ਗੰਨਾਂ ਆਪਣੀਆਂ ਮੋੜਨੀਆਂ ਚਾਹੁੰਦੇ ਆ ਫਿਰ ਤੁਸੀਂ ਮੋੜ ਦਿਓ। ਤਾਂ ਮੇਰੇ ਖਿਆਲ ਕੁਛ ਕੰਪਨਸੇਸ਼ਨ ਸੈੱਟ ਕਰਨਗੇ, ਹੱਲੇ ਨਹੀਂ ਕੀਤੀ। ਜੇ ਤੁਸੀਂ ਨਹੀਂ ਮੋੜਨੀਆਂ, ਹੁਣ ਇਹ ਗੱਲ ਤੇ ਸਾਰੇ ਸੁਣਨ ਵਾਲੇ ਜਿਹੜੇ ਆ ਨਾ, ਜਿਹੜੇ ਮੈਨੂੰ ਕੁਐਸਚਨ ਪੁੱਛਦੇ ਜਾਂ ਚਿੰਤਤ ਆ, ਉਹ ਧਿਆਨ ਦੇਣ ਤੁਹਾਨੂੰ ਕੋਈ ਵੀ ਗੰਨ ਮੋੜਨ ਦੀ ਲੋੜ ਨਹੀਂ। ਜੇ ਨਹੀਂ ਮੋੜਨੀ ਤਾਂ ਨਹੀਂ ਮੋੜਨੀ। ਕਾਨੂੰਨੀ ਤੌਰ ਤੇ ਤੁਸੀਂ ਜਾਇਜ਼ ਤਰੀਕੇ ਨਾਲ ਗਨ ਖਰੀਦੀ ਆ, ਕਾਨੂੰਨ ਦੇ ਤਹਿਤ ਖਰੀਦੀ ਆ, ਔਰ ਕਾਨੂੰਨ ਦੇ ਤਹਿਤ ਉਹ ਵੇਚੀ ਗਈ ਸੀ ਦੁਕਾਨ ਵੱਲੋਂ। ਉਹ ਦੁਕਾਨ ਜਿਹਦੇ ਕੋਲ ਗਵਰਨਮੈਂਟ ਦਾ ਲਾਇਸੈਂਸ ਹੈ ਗਨ ਵੇਚਣੇ ਨੂੰ। ਸੋ ਹਰ ਚੀਜ਼ ਕਾਨੂੰਨੀ ਤੁਸੀਂ ਕੀਤੀ ਆ। ਸੋ ਕਾਨੂੰਨੀ ਤੌਰ ਤੇ ਚੀਜ਼ ਲਈਓ, ਤੁਸੀਂ ਉਹ ਖੋ ਨਹੀਂ ਸਕਦੇ ਇਸ ਦੇਸ਼ 'ਚ। ਬਿਲਕੁਲ ਠੀਕ ਹੈ। ਸੋ ਇਹੋ ਜਿਹਾ ਕੁਛ ਨਹੀਂ ਬਈ ਤੁਹਾਨੂੰ ਦੇਣੀ ਪੈਣੀ। ਹਾਂਜੀ, ਇਹੋ ਜਿਹਾ ਕੁਛ ਨਹੀਂ ਹੈਗਾ, ਤੁਹਾਨੂੰ ਬਿਲਕੁਲ ਨਹੀਂ ਮੋੜਨੀ ਪੈਣੀ। ਜੇ ਤੁਸੀਂ ਮੋੜਨੀ ਚਾਹੁੰਦੇ ਆ ਤਾਂ ਤੁਹਾਡੀ ਆਪਣੀ ਇੱਛਾ, ਜੇ ਤੁਸੀਂ ਨਹੀਂ ਮੋੜਨੀ ਤੁਹਾਨੂੰ ਬਿਲਕੁਲ ਨਹੀਂ ਮੋੜਨੀ ਪੈਣੀ, ਤੁਸੀਂ ਰੱਖੋ। ਉਸ ਸਮੇਂ ਦੇ ਵਿੱਚ ਜਾ ਕੇ ਤੁਸੀਂ ਗਵਰਨਮੈਂਟ ਨੂੰ ਕਹਿ ਸਕਦੇ ਵੀ ਮੈਂ ਮੋੜਨੀ ਨਹੀਂ ਹੈਗੀ, ਮੈਨੂੰ ਗ੍ਰੈਂਡਫਾਦਰ ਲਾਇਸੈਂਸ ਦਿਓ। ਸੋ ਤੁਹਾਡੇ ਕੋਲ ਇੱਕ ਸਪੈਸ਼ਲ ਲਾਇਸੈਂਸ ਬਣ ਜਾਣਾ, ਜਿਹੜਾ ਤੁਹਾਡੇ ਲਾਇਸੈਂਸ ਦਾ ਹਿੱਸਾ ਬਣ ਜਾਣਾ। ਵੀ ਤੁਸੀਂ ਉਹ ਗਨ, ਹੁਣ ਜਿੱਦਾਂ ਕਈਆਂ ਦੇ ਕੋਲ AR-15 ਆ, CZ-858 ਆ, VZ-858 ਆ, ਹੋਰ ਬਹੁਤ ਨਾਂ ਇੱਦਾਂ ਦੇ ਆ, ਉਹ ਹੈਗੀਆਂ। ਸੋ ਤੁਸੀਂ ਆਰਾਮ ਦੇ ਨਾਲ ਉਹਨੂੰ ਜੇ ਚਾਹੁੰਦੇ ਰੱਖੋ ਆਪਣੇ ਕੋਲ, ਤੁਹਾਨੂੰ ਮੋੜਨ ਦੀ ਲੋੜ ਨਹੀਂ। ਉਹਨਾਂ ਨੂੰ ਗਵਰਨਮੈਂਟ ਨੂੰ ਕਹਿ ਕੇ ਆਪਣਾ ਲਾਇਸੈਂਸ ਅਪਗ੍ਰੇਡ ਕਰਕੇ ਗ੍ਰੈਂਡਫਾਦਰ ਲਾਇਸੈਂਸ ਲੈ ਲਵੋ। ਸੋ ਹੁਣ ਜਦੋਂ ਬੈਨ ਹੈ, ਉਹਨੂੰ ਕਿਤੇ ਤੁਸੀਂ ਟਾਰਗੇਟ ਸ਼ੂਟਿੰਗ ਵਗੈਰਾ ਕਿਤੇ ਨਹੀਂ ਲਿਜਾ ਸਕਦੇ? ਇਸ ਵੇਲੇ ਬੈਨ ਹੈਗੀਆਂ ਕੀਤੀਆਂ ਉਹਨਾਂ ਨੇ, ਕਿਉਂਕਿ ਲਿਜਾ ਨਹੀਂ ਸਕਦੇ। ਹਾਂਜੀ, ਟ੍ਰਾਂਜੀਸ਼ਨ 'ਚ ਜਾ ਰਹੇ ਆਪਾਂ। ਤਾਂ ਜਿੱਦਾਂ ਹੁਣ ਮੇਰੇ ਕੋਲ ਵੀ ਇੱਦਾਂ ਦੀਆਂ ਗਨਸ ਹੈਗੀਆਂ, ਤਾਂ ਉਹਨਾਂ ਨੇ ਮੈਨੂੰ ਪਰਮਿਟ ਦੇ ਦਿੱਤਾ ਸੀਗਾ। ਪਹਿਲਾਂ ਬੈਨ ਕੀਤੀਆਂ, ਫਿਰ ਪਰਮਿਟ ਦੇ ਦਿੱਤਾ ਵੀ ਤੁਸੀਂ ਐਸ ਸਪੋਰਟਸਮੈਨ ਹੈਗੇ ਆ, ਸ਼ੂਟਿੰਗ ਰੇਂਜ 'ਚ ਇਹਨੂੰ ਇੰਜੋਏ ਕਰਨਾ ਕਰ ਲਓ। ਪਰ ਤੁਹਾਡੇ ਕੋਲ ਗ੍ਰੈਂਡ ਪੈਰੈਂਟਸ ਤਾਂ ਤੁਹਾਡੇ ਕੋਲ ਪਹਿਲਾਂ ਹੀ ਹੈ, ਤੁਹਾਡੇ ਕੋਲ ਤਾਂ ਉਹ ਵੈਪਨ ਨੇ ਜਿਹੜੇ ਕਿਸੇ ਕੋਲ ਨਹੀਂ। ਹਾਂਜੀ, ਪਹਿਲਾਂ ਅਲੱਗ ਗ੍ਰੈਂਡ ਪੈਰੈਂਟਸ। ਹਾਂਜੀ, ਉਹ ਜਿਹੜਾ ਮੇਰੇ ਕੋਲ ਹੈਗਾ ਲਾਇਸੈਂਸ, ਬੇਸ਼ੱਕ ਚਲੋ ਮੈਨੂੰ ਉਹਦਾ ਐਡਾ ਕੋਈ ਫਾਇਦਾ ਤਾਂ ਹੈ ਨਹੀਂ, ਕਿਉਂਕਿ ਮੈਂ ਆਪ ਕਹਿੰਦਾ ਵੀ ਕੀ ਕਰਨੀ ਆ ਉਹ ਗੰਨ। ਉਸ ਗੰਨ ਤੇ ਬੇਸਿਕਲੀ ਤਕਰੀਬਨ ਮੈਂ ਕੈਨੇਡਾ ਸਾਰਾ ਕੁਝ ਖਰੀਦ ਸਕਦਾ ਆ, ਰੱਖ ਸਕਦਾ ਆ। ਅੱਛਾ ਰਾਏ ਸਾਹਿਬ, ਵਿਜ਼ਟਰ ਆਉਂਦੇ ਨੇ ਸਾਡੇ ਦੋਸਤ ਉੱਥੋਂ, ਕੋਈ ਪੁਲਿਸ ਅਫੀਸਰ ਹੋਊਗਾ, ਕੋਈ ਸਾਡਾ ਚਾਚੇ ਤਾਏ ਦਾ ਪੁੱਤ ਹੋਊ ਜਿਹਨੂੰ ਅਸਲੇ ਦਾ ਸ਼ੌਕ ਹੈ। ਉੱਥੇ ਕੀ ਆ, 12 ਬੋਰ .31 ਤੇ .32 ਤੱਕ ਟੋਏ ਨੇ,
ਜਦ ਇੱਥੇ ਤੁਹਾਡੀ ਅਲਮਾਰੀ 'ਚ ਅਗਲਾ ਦੇਖਦਾ, ਅਗਲਾ ਧੰਨਵਾਦ ਕਰਦਾ ਹੈ, ਤੇ ਉਹਨਾਂ ਨੂੰ ਜੇ ਅਸੀਂ ਸਪੋਰਟ ਸ਼ੂਟਿੰਗ ਤੇ ਲਿਜਾਣਾ ਹੋਵੇ ਫਿਰ ਕੀ ਕਰ ਸਕਦੇ? ਇੱਥੇ ਜੀ ਆਜ਼ਾਦੀ ਬੜੀ ਹੈਗੀ, ਇਸੇ ਗੱਲ ਨੂੰ ਰਿਪੀਟ ਮੈਂ ਕਰਦਾ ਰਹਿਣਾ ਵੀ ਤੁਸੀਂ ਫੋਨ ਕਰ ਲਿਆ ਕਰੋ ਮੈਨੂੰ, ਜਾਂ ਤੁਸੀਂ ਪੁੱਛ ਲਿਆ ਕਰੋ। ਹਾਂਜੀ, RCMP ਦਾ ਜਿਹੜਾ ਫਾਇਰ ਆਰਮ ਸੈਂਟਰ ਹੈ, ਬੜੇ ਅੱਛੇ ਬੰਦੇ ਆ, ਬੜਾ ਸੋਹਣਾ ਜਵਾਬ ਦਿੰਦੇ ਉਹ, ਉਹਨਾਂ ਨੂੰ ਫੋਨ ਕਰ ਲਓ। ਆਪਣੇ ਯਾਨੀ ਕਿ ਗੱਲ ਨੂੰ ਮਿੱਥ ਨਹੀਂ ਲੈਣਾ, ਅਜ਼ਿਊਮ ਨਹੀਂ ਕਰ ਲੈਣਾ ਜਾਂ ਇੱਦਾਂ ਹੁੰਦੀ ਪਤਾ ਕਰ ਲਓ ਨਾ, ਜਦੋਂ ਨਹੀਂ ਪਤਾ ਕਰ ਲਓ। ਹੁਣ ਤਾਂ ਆਪਣੇ ਕੋਲ ਸੋਰਸ ਹੀ ਬਹੁਤ ਆ, ਇੰਟਰਨੈਟ ਹੀ ਬੜੀ ਸੋਹਣੀ ਚੀਜ਼ ਹੈ, ਉੱਥੋਂ ਪੜ੍ਹ ਲਓ। ਜੇ ਆਪਣੇ ਕੋਲ ਕੋਈ ਗੈਸਟ ਆਵੇ, ਮੇਰੇ ਨਾਲ ਤਾਂ ਅਕਸਰ ਹੁੰਦੀ ਰਹਿੰਦੀ ਹੈ, ਉਹ ਹੁੰਦਾ ਕੀ ਹੈ ਜੀ, ਮੈਂ ਤਾਂ ਆਪਣੇ ਭਾਗ ਚੰਗੇ ਸਮਝਦਾ, ਦੋਸਤ ਆਉਂਦੇ ਆ। ਜਦੋਂ ਵੀ ਇੰਡੀਆ ਤੋਂ ਕੋਈ ਬੰਦੂਕਾਂ ਦਾ ਸ਼ੌਕੀਨ ਜਾਂ ਸ਼ਿਕਾਰ ਦਾ ਸ਼ੌਕੀਨ ਹੁੰਦਾ, ਉਹ ਘੁੰਮ ਘੁਮਾ ਕੇ ਬੇਸ਼ੱਕ ਮੈਨੂੰ ਜਾਣਦਾ ਜਾਂ ਨਹੀਂ ਜਾਣਦਾ, ਉਹ ਮੇਰੇ ਕੋਲ ਪਹੁੰਚ ਜਾਂਦਾ। ਤਾਂ ਮੈਂ ਵੀ ਇਸ ਹਲੀਮੀ ਰੱਖੀ ਆ, ਮੈਨੂੰ ਕੋਈ ਫੋਨ ਕਰੇ ਵੀ ਅਸੀਂ ਆਉਣਾ ਤਾਂ ਕਦੋਂ ਮਿਲ ਸਕਦੇ ਹਾਂ, ਮੈਂ ਲਫ਼ਜ਼ ਮੂਹਰੇ ਵਰਤਾ ਸਮਝਦਾ, ਗਰੀਬ ਖਾਨੇ ਦੇ ਦਰਵਾਜ਼ੇ ਖੁੱਲ੍ਹੇ ਆ, ਜਦ ਮਰਜ਼ੀ ਆ ਜਾਓ। ਤਾਂ ਉਹ ਫਿਰ ਮੇਰੇ ਕੋਲ ਪਹੁੰਚੇ ਹੀ ਜਾਂਦੇ ਆ। ਉਹ ਫਿਰ ਮੈਂ ਇਹ ਕਹਿਣਾ ਹੁੰਦਾ ਵੀ ਜਿਹੜਾ ਹਥਿਆਰ ਹੈ ਨਾ, ਚਲੋ ਸਾਡੀ ਕੌਮ, ਸਾਡਾ ਧਰਮ, ਸਾਡੀ ਜਾਤ, ਅਸੀਂ ਜਿੱਥੋਂ ਤੁਰ ਕੇ ਇੱਥੇ ਪਹੁੰਚੇ ਆ ਨਾ, ਹਥਿਆਰਾਂ ਦੀ ਲੋੜ ਸੀਗੀ, ਤਾਕਤ ਦੀ ਲੋੜ ਸੀ, ਹਨਾ। ਹੁਣ ਇਹ ਪੂਰਾ ਸਪੋਰਟ ਬਣ ਗਿਆ। ਬਿਲਕੁਲ, ਮੈਂ ਕਹਿੰਦਾ ਹੁੰਦਾ ਜਿਹੜੀ ਤੁਹਾਡੇ ਕੋਲ ਬੰਦੂਕ ਆ ਨਾ ਜਾਂ ਬੰਦੂਕਾਂ ਆ, ਇਹ ਦੋਸਤ ਬਣਾਉਣ ਦਾ ਇੱਕ ਟੂਲ ਆ। ਔਰ ਮੈਂ ਜਾਤੀ ਤੌਰ ਤੇ ਵਰਲਡ ਵਾਈਡ ਬੰਦੂਕਾਂ ਦੇ ਨਾਲ ਇੰਨੇ ਦੋਸਤ ਬਣਾਏ ਆ, ਵੈਰੀ ਗੁੱਡ, ਭਈ ਮੈਂ ਕਲਾਸ ਨੂੰ ਹਮੇਸ਼ਾ ਇਸ ਗੱਲ ਦੇ ਬਾਰੇ ਮਾਣ ਨਾਲ ਦੱਸਦਾ ਹੁੰਦਾ। ਸੋ ਜੇ ਤੁਹਾਡਾ ਕੋਈ ਦੋਸਤ ਆਉਂਦਾ, ਰਿਸ਼ਤੇਦਾਰ ਆਉਂਦਾ ਆ, ਉਹ ਕਹਿੰਦਾ ਵੀ ਮੈਂ ਗਨ ਜਿਹੜੀਆਂ ਸ਼ੂਟ ਕਰਨੀਆਂ, ਆਪਾਂ ਉਹਨਾਂ ਨੂੰ ਨਾਲ ਸ਼ੂਟਿੰਗ ਰੇਂਜ ਤੇ ਲਿਜਾ ਕੇ ਸ਼ੂਟ ਕਰਵਾ ਸਕਦੇ ਹਾਂ। ਅੱਛਾ, ਅੰਡਰ ਸੁਪਰਵਿਜ਼ਨ। ਇੱਥੇ ਇੱਕ ਦਿਨ ਤੁਸੀਂ ਮੈਨੂੰ ਦੱਸਿਆ, ਬੜੀ ਮੈਨੂੰ ਖੁਸ਼ੀ ਵੀ ਹੋਈ ਵੀ ਤੁਸੀਂ ਪੰਜਾਬ ਜਾਣਾ, ਬੀਇੰਗ ਏ ਕੈਨੇਡੀਅਨ ਸਿਟੀਜ਼ਨ, ਬਈ ਉੱਥੇ ਮੈਂ ਬਈ ਹੰਟਿੰਗ ਕਰਨੀ ਹੈ, ਸ਼ੂਟਿੰਗ ਕਰਨੀ ਹੈ, ਤੁਸੀਂ ਇੱਥੋਂ ਵੈਪਨ ਵੀ ਲਿਜਾ ਸਕਦੇ? ਹਾਂਜੀ, ਤੁਸੀਂ ਲਿਜਾ ਸਕਦੇ ਆ। ਜਿਵੇਂ ਤੁਸੀਂ ਅਫਰੀਕਾ ਗਏ ਸੀ, ਹਾਂਜੀ, ਲੈ ਕੇ ਗਏ ਸੀ ਨਾਲ। ਅਫਰੀਕਾ ਨੂੰ ਤਾਂ ਅਸੀਂ ਜੀ ਬਹੁਤ ਬੜਾ ਉਸ ਚੀਜ਼ ਨੂੰ ਚੈਲੰਜਿੰਗ ਸੀ ਬਹੁਤ। ਹਾਂਜੀ, ਅਫਰੀਕਾ ਨੂੰ ਅਸੀਂ ਜਦੋਂ ਗਏ ਹੈਗੇ ਆ ਪਹਿਲੀ ਵਾਰੀ, ਬਾਅਦ ਚ ਵੀ ਗਏ ਆ। ਸਾਡੇ ਕੋਲ ਦੋਸਤਾਂ ਦੇ ਕੋਲ 8 ਰਾਈਫਲਾਂ ਸੀ ਜਹਾਜ਼ ਚਾੜੀਆਂ, ਸਾਡੇ ਕੋਲ 400 ਰਾਊਂਡ ਐਮੂਨੀਸ਼ਨ ਦੇ ਸੀਗੇ, ਔਰ ਅਸੀਂ ਸਾਰੇ ਪਰਮਿਟ ਸੀਗੇ। ਇੱਥੋਂ ਸਾਡੇ ਕੋਲ ਪਰਮਿਟ ਅਮਰੀਕਾ ਦਾ ਸੀਗਾ, US ਦਾ, ਫਿਰ ਸਾਡੇ ਕੋਲ ਪਰਮਿਟ ਦੁਬਈ ਦਾ ਸੀਗਾ, ਫਿਰ ਸਾਡੇ ਕੋਲ ਅਫਰੀਕਾ ਦਾ ਸੀਗਾ। ਨਹੀਂ ਤਾਂ ਨਾਲ ਗਨ ਕੰਪਨੀ ਨਹੀਂ ਹੁੰਦੀ। ਹਾਂਜੀ, ਉਹ ਇੱਥੋਂ ਤੱਕ ਵੀ ਇੱਕ ਵਾਰੀ ਹੈਰਾਨੀ ਹੋਈ ਹੈ, ਦੂਜੇ ਟ੍ਰਿਪ ਦੀ ਗੱਲ ਹੈ ਕਿ ਜਰਮਨ ਦੇ ਵਿੱਚ ਅਸੀਂ ਗਏ ਆ, ਜਰਮਨ ਸਾਡਾ ਸਟਾਪ ਓਵਰ ਸੀ, ਤਾਂ ਉਹ ਸਾਡੇ ਕੋਲ ਵੈਪਨ ਸੀਗੇ, ਮੇਰਾ ਲੜਕਾ ਵੀ ਨਾਲ ਸੀਗਾ, ਤਾਂ ਉਹਨਾਂ ਨੇ ਮੈਨੂੰ ਜਰਮਨ ਏਅਰਪੋਰਟ ਤੇ ਰਾਈਫਲ ਤੇ ਐਮੂਨੀਸ਼ਨ ਫੜਾ ਦਿੱਤਾ। ਵਾਹ, ਕਹਿੰਦੇ ਆ ਲੈ ਲਓ ਵੀ ਤੁਸੀਂ ਜਾਓ ਹੋਟਲ 'ਚ ਰਹਿਣਾ, ਜਿੱਥੇ ਵੀ ਰਹਿਣਾ, ਤੁਸੀਂ ਘੁੰਮਣਾ ਫਿਰਨਾ। ਤਾਂ ਮੈਂ ਉਹਨਾਂ ਨੂੰ ਮੋੜਾਂ, ਮੈਂ ਕਿਹਾ ਵੀ ਨਹੀਂ, ਮੈਂ ਤੁਹਾਡੇ ਦੇਸ਼ ਦੇ ਵਿੱਚ, ਮੈਨੂੰ ਤੁਹਾਡੇ ਦੇਸ਼ ਦੇ ਕਾਨੂੰਨ ਨਹੀਂ ਪਤਾ, ਮੈਂ ਰਾਈਫਲ ਲੈ ਕੇ ਘੁੰਮਣਾ ਨਹੀਂ ਹੈਗਾ ਕਾਰ 'ਚ, ਕੋਈ ਹੋਰ ਗੈਰ ਕਾਨੂੰਨੀ ਕੰਮ ਹੋਊਗਾ ਤਾਂ ਮੈਨੂੰ ਮੁਸੀਬਤ ਪਊਗੀ, ਇਹਨੂੰ ਰੱਖੋ। ਉਹ ਕਹਿੰਦੇ ਨਹੀਂ, ਤੂੰ ਰੱਖ, ਹੈ ਨਾ। ਫਿਰ ਮੈਂ ਇਮੀਗ੍ਰੇਸ਼ਨ ਵਾਲਿਆਂ ਨੂੰ ਰਾਈਫਲ ਸਾਰੀਆਂ ਦੇਤੀਆਂ ਸੀ, ਰਸੀਦ ਲੈ ਲਈ ਸੀ, ਐਮੂਨੀਸ਼ਨ ਉਹਨਾਂ ਨੇ ਸਟਿਲ ਮੈਨੂੰ ਦੇ ਦਿੱਤਾ। ਸੋ ਜਰਮਨ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਮੈਂ ਆਪਣੀ ਰਾਈਫਲ ਫੜ ਕੇ ਖੜਾ ਸੀਗਾ। ਵਾਹ। ਸੋ ਹਰੇਕ ਦੇਸ਼ ਦਾ ਕਾਨੂੰਨ ਅਲੱਗ-ਅਲੱਗ ਹੈਗਾ, ਔਰ ਤੁਸੀਂ ਪਹਿਲਾਂ ਪਤਾ ਕਰ ਲਓ, ਸੌਖਾ ਕੰਮ ਹੈ। ਇੱਥੋਂ ਲਿਜਾ ਸਕਦੇ ਆ, ਫਿਰ ਤੁਸੀਂ ਲਿਜਾ ਸਕਦੇ ਆ, ਪਰ ਉੱਥੇ ਉਹ ਵਾਪਸ ਲਿਆਉਣਾ ਪੈਣਾ। ਹਾਂਜੀ, ਉਹ ਤੁਹਾਨੂੰ ਪਹਿਲਾਂ ਇੱਕ ਐਕਸਪੋਰਟ ਪਰਮਿਟ ਲੈਣਾ ਆਪਾਂ ਨਾਲ ਲੈ ਕੇ ਜਾਣ ਦਾ, ਇੱਕ ਇੰਪੋਰਟ ਪਰਮਿਟ ਲੈਣਾ, ਕਿਉਂਕਿ ਜਦੋਂ ਅਸੀਂ ਵੈਨਕੂਵਰ ਏਅਰਪੋਰਟ ਤੇ ਉਤਰਦੇ ਆ ਤਾਂ ਫਿਰ ਦੇਖਦੇ ਆ ਵੀ ਤੁਹਾਡੇ ਕੋਲ ਕੀ ਆ, ਤਾਂ ਇੰਪੋਰਟ ਪਰਮਿਟ ਹੈਗਾ ਆ, ਉਹ ਫਿਰ ਦਿਖਾ ਦਈਦਾ। ਕੋਈ ਮੁਸ਼ਕਲ ਨਹੀਂ ਹੈਗੀ, ਸੌਖਾ ਕੰਮ ਹੈਗਾ। ਜਵਾਕਾਂ ਨੂੰ ਨਾਲ ਇਹਦੇ ਲਈ ਕਰਨ ਲਈ, ਜਵਾਕਾਂ ਦਾ ਜਿਹੜਾ ਲਾਇਸੈਂਸ ਆ, ਉਹ ਕਿੰਨੀ ਉਮਰ ਦੇ ਵਿੱਚ ਤੁਹਾਡੇ ਕੋਲ ਪੜ੍ਹ ਸਕਦੇ? ਬੱਚੇ ਨੂੰ ਜੀ ਆਪਾਂ ਤਾਂ ਆਮ ਤੌਰ ਤੇ, ਕਿਉਂਕਿ ਸਾਡੇ ਮਨ 'ਚ ਸ਼ਾਸਤਰ ਦਾ ਕੁਝ ਹੋਰ ਵਿਚਾਰ ਆ, ਔਰ ਜਿਹੜਾ ਇੱਥੇ ਦਾ ਕਾਇਦਾ ਕਾਨੂੰਨ ਦੇ ਹਿਸਾਬ ਨਾਲ ਕੁਝ ਹੋਰ ਵਿਚਾਰ ਆ, ਇਹ ਇੱਕ ਸਪੋਰਟ ਆ। ਆਪਾਂ ਤਾਂ ਕਵਾਂਗੇ ਨਾ ਸ਼ਾਸਤਰ ਨਹੀਂ ਰੱਖਣੇ ਚਾਹੀਦੇ। ਇਹ ਸਾਰਾ ਜਿਹੜਾ ਪ੍ਰੋਗਰਾਮ ਹੈਗਾ, ਇਹ RCMP ਦਾ, RCMP ਫਾਇਰ ਆਰਮ ਪ੍ਰੋਗਰਾਮ, ਜਿਹਦੇ ਤਹਿਤ ਅਸੀਂ ਪੜ੍ਹਾਉਣਾ ਹੈ ਜੀ। 12 ਸਾਲ ਦਾ ਬੱਚਾ ਗਨ ਲਾਇਸੈਂਸ ਕੈਨੇਡਾ 'ਚ ਲੈ ਸਕਦਾ ਹੈ। ਉਹ ਇਨਕਰੇਜ ਕਰਦੇ ਸਮਾਂ ਕਿ, ਕਿਉਂਕਿ ਜੇ ਇਹ ਇੱਕ ਬੁਰੀ ਚੀਜ਼ ਹੋਵੇ ਤਾਂ ਇਹ ਤਾਂ ਹੈ ਨਹੀਂ ਵੀ ਕੈਨੇਡਾ ਦੀ ਸਰਕਾਰ ਨੇ ਜਾਂ ਪੁਲਿਸ ਨੇ 12 ਸਾਲ ਦੇ ਬੱਚੇ ਨੂੰ ਬੰਦੂਕਾਂ ਵੰਡਣੀਆਂ। ਇਹ ਕਿਹੜਾ ਅਫਗਾਨਿਸਤਾਨ ਵਾਲਾ ਤੌਰ ਤਰੀਕਾ ਆ। ਉਹ ਸਮਾਂ ਕਿ ਚਾਹੁੰਦੇ ਆ ਵੀ ਬੱਚਿਆਂ ਨੂੰ ਕਲਾਸ 'ਚ ਬਿਠਾ ਲਓ, ਇਹਨਾਂ ਨੂੰ ਐਜੂਕੇਟ ਕਰੋ, ਤਾਂ ਕਿ ਇਹਨਾਂ ਦੀ ਸੋਚਣੀ ਬਿਲਕੁਲ ਇਹਦੇ ਬਾਰੇ ਬਦਲ ਜਾਵੇ। ਜਿਹੜਾ ਹਥਿਆਰ ਆ, ਇਹ ਕੋਈ ਬੁਰੀ ਚੀਜ਼ ਨਹੀਂ, ਮਾਰਨੇ ਲਈ ਨਹੀਂ ਬਣੀ ਉਹ ਚੀਜ਼ ਹੈ। ਮਾਰ ਤਾਂ ਤੁਸੀਂ ਕਾਰਨਾ ਵੀ ਸਕਦੇ ਆ। ਹਾਂਜੀ, ਡਿਸਟਰੈਕਟਡ ਡਰਾਈਵਰ ਜਿਹੜੇ ਆ, ਉਹਨਾਂ ਨਾਲ ਵੀ ਦੇਖੋ ਨੁਕਸਾਨ ਹੁੰਦਾ ਆ। ਕੋਈ ਵੀ ਚੀਜ਼ ਨੂੰ ਨੁਕਸਾਨ ਦੇ ਤੌਰ ਤੇ ਵਰਤਿਆ ਜਾ ਸਕਦਾ ਹੈਗਾ। ਸੋ 12 ਸਾਲ ਦਾ ਜਿਹੜਾ ਬੱਚਾ ਹੈ ਜੀ, ਉਹਨੂੰ ਮਾਈਨਰ ਗਨ ਲਾਇਸੈਂਸ ਮਿਲ ਜਾਂਦਾ।
ਉਹਦੇ ਵਿੱਚ ਕੰਟਰੋਲ ਬੜਾ ਸੋਹਣਾ ਹੈ। ਗਨ ਲਾਇਸੈਂਸ ਮਿਲ ਜਾਂਦਾ, ਪਰ ਉਹ ਉਦੋਂ ਗਨ ਖਰੀਦ ਨਹੀਂ ਸਕਦਾ ਦੁਕਾਨ ਤੋਂ ਜਾ ਕੇ। ਅੱਛਾ, ਉਹ ਬਾਪ ਦੇ ਨਾਲ ਜਾਂ ਮਾਂ ਦੇ ਨਾਲ ਜਾਊਗਾ। ਉਹ ਉਹਦੇ ਨਾਲ ਨਹੀਂ ਚੜ੍ਹਨੀ? ਨਹੀਂ, ਉਹਦੇ ਨਾਲ ਚੜ੍ਹਨੀ ਨਹੀਂ। ਕਿੰਨੀ ਉਮਰ ਤੱਕ? 12 ਤੋਂ 17 ਸਾਲ ਤੱਕ। 17 ਤੋਂ ਚੜ੍ਹ ਜੂ? ਹਾਂਜੀ, ਜਦ 18 ਸਾਲ ਦਾ ਹੋ ਗਿਆ, ਐਡਲਟ ਹੋ ਗਿਆ ਨਾ, ਤਾਂ ਕਿਤੇ 18 ਸਾਲ ਜਾਂ 19 ਸਾਲ ਹੈ, ਪਰ ਗਨ ਲਾਇਸੈਂਸ ਦੇ ਮਸਲੇ 'ਚ 18 ਸਾਲ ਆ, 17 ਸਾਲ ਪੂਰੇ ਹੋ ਗਏ। ਫਿਰ ਉਹ ਜੇ ਤਾਂ ਨਾਨ ਰੈਸਟ੍ਰਿਕਟਡ ਕਲਾਸ ਗਨ ਹੈ, ਫਿਰ ਤਾਂ ਆਪਾਂ ਗੱਲ ਕੀਤੀ ਜਾਂ ਚੜ੍ਹਨੀ ਨਹੀਂ, ਕਿਸੇ ਦੇ ਵੀ ਨਹੀਂ ਨਾ ਚੜ੍ਹਦੀ ਉਹ। ਤਾਂ ਜੇ ਰੈਸਟ੍ਰਿਕਟਡ ਕਲਾਸ ਉਹਨੇ ਲੈਣੀ ਐਡਲਟ ਹੋ ਕੇ, ਫਿਰ ਉਹ ਲੈ ਸਕਦਾ, ਫਿਰ ਨਾ ਚੜ੍ਹ ਜਾਊਗੀ ਹੈਗੀ। ਸੋ ਬੱਚੇ ਜਿਹੜੇ ਹੈਗੇ ਆ ਅੰਡਰ ਪੇਰੈਂਟ ਸੁਪਰਵਿਜ਼ਨ ਉਹ ਲੈ ਸਕਦੇ ਹੈਗੇ ਆ ਮਾਈਨਰ ਲਾਇਸੈਂਸ। ਇਹ ਕਿਉਂਕਿ ਉਹ ਚਾਹੁੰਦੇ ਆ ਜਿਹੜੇ ਕੈਡੈਟਸ ਹੈਗੇ ਆ ਜਾਂ ਆਰਮੀ ਜਾਣਾ ਚਾਹੁੰਦੇ ਆ, ਉਹਨਾਂ ਦੇ ਨਾਲ ਹਰ ਵੇਲੇ ਪੇਰੈਂਟ ਖੜੇ ਨਾ ਹੋਣ, ਆਪ ਹੀ ਸਿੱਖ ਲੈਣ। ਮੈਂ ਰੇਡੀਓ ਤੇ ਵੀ ਅੱਗੇ ਵੀ ਕਿਹਾ ਹੈਗਾ ਵੀ ਜਿਹੜੇ ਬੱਚੇ ਇੱਕ ਵਾਰੀ ਕਲਾਸ ਚੱਕ ਕੇ ਬਹਿ ਜਾਂਦੇ ਨਾ, ਉਹਨਾਂ ਦੀ ਸੋਚਣੀ ਬਹੁਤ ਬਦਲ ਜਾਂਦੀ ਆ। ਉਹਨਾਂ ਦੀ ਸੋਚਣੀ ਇਹਦੇ ਲਈ ਸਪੋਰਟ ਦੇ ਤੌਰ ਤੇ ਹੋ ਜਾਂਦੀ ਹੈ, ਨਾ ਕਿ ਕਿਸੇ ਨੂੰ ਨੁਕਸਾਨ ਕਰਨੇ ਲਈ ਹੋ ਜਾਂਦੀ ਹੈ। ਉਹ ਆਪਣੇ ਆਪ ਈਵਨ ਸਾਡੇ ਨਾਲੋਂ ਵੀ ਜ਼ਿਆਦਾ ਜ਼ਿੰਮੇਵਾਰ ਬਣ ਜਾਂਦੇ, ਮੈਂ ਦੇਖ ਚੁੱਕਾ ਹਾਂ। ਰਾਏ ਸਾਹਿਬ, ਜਦ ਅਮਰੀਕਾ 'ਚ ਵੱਸਦੇ ਦੋਸਤਾਂ ਨੂੰ ਦੇਖਦੇ ਆ, ਹਾਂਜੀ, ਕੰਸੀਲਡ ਦਿਖਾਇਆ, ਟੰਗਿਆ ਹੋਇਆ, ਕਾਊਂਟਰ ਤੇ ਪਿਆ, ਇੱਥੇ ਪਿੱਛੇ 에ਅਰ ਬੁਸ਼ ਮਾਸਟਰ ਪਈ ਆ, ਫਿਰ ਆਪਾਂ ਨੂੰ ਲੱਗਦਾ ਯਾਰ ਅਸੀਂ ਤਾਂ, ਸਾਨੂੰ ਤਾਂ ਡਿੰਗ ਨਹੀਂ ਟੱਪਣ ਦਿੰਦੇ, ਕਿਤੇ ਲਿਜਾਣ ਨਹੀਂ ਦਿੰਦੇ। ਜੇ ਟਾਰਗੇਟ ਸ਼ੂਟਿੰਗ ਤੇ ਜਾਣਾ, ਘਰ ਤੋਂ ਪ੍ਰੋਪਰ ਰੂਟ ਹੋਵੇ। ਜਿਹੜੀ ਕੈਰਿੰਗ ਹੈ ਇੱਥੇ ਗਨ, ਉਹਦੇ ਬੜੇ ਕਾਨੂੰਨ ਸਖਤ ਨੇ ਅਮਰੀਕਾ ਦੇ ਹਿਸਾਬ ਨਾਲ, ਉਹਦਾ ਕੀ ਕਾਰਨ ਸੋਚਦੇ ਹੋ ਤੁਸੀਂ? ਹਾਂਜੀ, ਕਾਨੂੰਨ ਸਖਤ ਹੈ ਜੀ। ਮੈਂ ਅਸਲ 'ਚ ਉਹਨਾਂ ਦੇ ਫੇਵਰ 'ਚ ਹੀ ਹਾਂ। ਅੱਛਾ, ਉਹਦੀ ਵਜ੍ਹਾ ਇਹ ਹੈ, ਬੜਾ ਸੋਹਣਾ ਇਹ ਦੇਸ਼ ਆ, ਸੇਫ ਦੇਸ਼ ਆ। ਅਮਰੀਕਾ ਦੇ ਵਿੱਚ ਤਾਂ ਜੋ ਕੁਛ ਹਾਦਸੇ ਹੁੰਦੇ ਆ ਨਾ, ਉਹ ਤਾਂ ਬੁਰੇ ਆ। ਕੋਈ ਵੀ ਗਨ ਚੱਕ ਲਵੇ, ਚੱਕ ਕੇ ਜੇ ਉਹਦੀ ਨੌਕਰੀ ਨਹੀਂ ਪਸੰਦ ਤਾਂ ਕੋਵਰਕਰਾਂ ਨੂੰ ਮਾਰ ਦੇਵੇ, ਜਾਂ ਜੋ ਵੀ ਆਪਾਂ ਨੂੰ ਸੁਣਨ ਨੂੰ ਕਹਾਣੀਆਂ ਮਿਲਦੀਆਂ, ਉਹ ਦੁਖਦਾਇਕ ਆ। ਇਹ ਦੇਸ਼ ਨੇ ਇੰਨਾ ਸੋਹਣਾ ਕੰਟਰੋਲ ਕੀਤਾ ਆ ਵੀ ਅਸੀਂ ਤੁਹਾਨੂੰ ਹਥਿਆਰ ਲੈਣ ਦੀ ਪੂਰੀ ਰਿਆਇਤ ਦੇਵਾਂਗੇ। ਮੈਂ ਤੁਹਾਨੂੰ ਜਿੱਦਾਂ ਕਹਿ ਚੁੱਕਾ, 1 ਲੈ ਲਓ 100 ਲੈ ਲਓ, ਬਿਲਕੁਲ ਠੀਕ ਹੈ, ਪਰ ਤੁਸੀਂ ਸੇਫ ਰਹੋ, ਸੋਸਾਇਟੀ ਨੂੰ ਵੀ ਸੇਫ ਰੱਖਿਓ, ਬੱਚਿਆਂ ਨੂੰ ਵੀ ਸੇਫ ਰੱਖਿਓ। ਜਿਹੜੀਆਂ ਤਾਂ ਨਾਨ ਰੈਸਟ੍ਰਿਕਟਡ ਕਲਾਸ ਗਨਸ ਹੈਗੀਆਂ, ਜਿਹਨੂੰ ਆਪਾਂ ਸਪੋਰਟਿੰਗ ਗਨ ਕਹਿੰਦੇ, ਰਾਈਫਲ, ਸ਼ਾਟ ਗਨ, ਉਹ ਤਾਂ ਤੁਸੀਂ 24 ਘੰਟੇ 7 ਦਿਨ ਬੇਸ਼ੱਕ ਕਾਰ 'ਚ ਰੱਖ ਕੇ ਅਨਲੋਡ ਫਿਰੀ ਜਾਓ, ਕੋਈ ਕੁਛ ਨਹੀਂ ਕਰਦਾ, ਉਹਦੇ ਲਈ ਕੋਈ ਖਾਸ ਨਹੀਂ ਗੱਲ ਨਹੀਂ ਹੈਗੀ। ਸ਼ਿਕਾਰ ਖੇਲੋ, ਜੋ ਮਰਜ਼ੀ ਕਰੋ। ਜਿਹੜੇ ਰੈਸਟ੍ਰਿਕਟਡ ਕਲਾਸ ਆ, ਉਹਦੇ ਉੱਤੇ ਥੋੜ੍ਹੀ ਜਿਹੀ ਇਸ ਤਰੀਕੇ ਦੀ ਸਖਤੀ ਹੈਗੀ ਆ ਵੀ ਤੁਸੀਂ ਜਦੋਂ ਟਾਰਗੇਟ ਪ੍ਰੈਕਟਿਸ ਲਈ ਜਾਣਾ, ਬੱਚੇ ਲੈ ਜਾਓ, ਵਾਈਫ ਲੈ ਜਾਓ, ਦੋਸਤ ਲੈ ਜਾਓ, ਪਰਿਵਾਰ ਨਾਲ ਜਾ ਕੇ ਟਾਰਗੇਟ ਸ਼ੂਟਿੰਗ ਕਰੋ, ਤਾਂ ਟਾਰਗੇਟ ਸ਼ੂਟਿੰਗ ਕਰਕੇ ਉਹਨੂੰ ਘਰ ਰੱਖ ਕੇ ਤੇ ਫੇਰ ਕਿਤੇ ਜਾਓ। ਇਹ ਨਹੀਂ ਵੀ ਆਪਾਂ ਕਿਸੇ ਨੂੰ ਫੋਨ ਕਰਨਾ ਜਾਂ ਇਨਫੋਰਮ ਕਰਨਾ, ਇਦਾਂ ਦੀ ਵੀ ਗੱਲ ਚੱਲਦੀ ਵੀ ਫੋਨ ਕਰਨਾ ਪੈਂਦਾ RCMP ਨੂੰ। ਨਹੀਂ, ਕਦੇ ਵੀ ਨਹੀਂ ਸੀ ਕਾਨੂੰਨ ਇਹੋ, ਹੁਣ ਵੀ ਨਹੀਂ ਸੀ, ਪਹਿਲਾਂ ਵੀ ਨਹੀਂ ਸੀਗਾ, ਪਰ ਉਹ ਸਿਰਫ ਇਸੇ ਕਰਕੇ ਕੀਤਾ ਆ। ਸਾਨੂੰ ਬੜੀ ਸੋਹਣੀ, ਦੇਖੋ ਕਨਸੈਪਟ ਕਿੰਨਾ ਸੋਹਣਾ ਬਣਾ ਦਿੱਤਾ। ਹਥਿਆਰਾਂ ਨੂੰ ਤੁਸੀਂ ਚੰਗੀ ਤਰ੍ਹਾਂ ਇੰਜੋਏ ਵੀ ਕਰ ਲਓ, ਤੇ ਬਾਕੀ ਸੁਸਾਇਟੀ ਨੂੰ ਨਾਰਾਜ਼ ਵੀ ਨਾ ਕਰੋ, ਉਹ ਵੀ ਸੇਫ ਰਹਿਣ, ਤੁਸੀਂ ਵੀ ਸੇਫ ਰਹੋ। ਇਸੇ ਕਰਕੇ ਮੈਨੂੰ ਇਹ ਪਸੰਦ ਹੈਗਾ ਕਾਨੂੰਨ। ਹਾਂਜੀ, ਟਾਰਗੇਟ ਸ਼ੂਟਿੰਗ ਤੇ ਜਦ ਜਾਂਦੇ ਆ, ਰੇਂਜ ਤੇ ਜਾਂਦੇ ਆ, ਹਾਂਜੀ, ਉੱਥੇ ਨਾ ਕਈ ਵਾਰ ਅਨਪ੍ਰੋਫੈਸ਼ਨਲ ਜਦ ਲੋਕ ਆਲੇ ਦੁਆਲੇ ਦੇਖਦੇ ਆ ਭਾਈਚਾਰੇ 'ਚ, ਹਾਂਜੀ, ਫਿਰ ਦੁੱਖ ਹੁੰਦਾ। ਗਨ ਨੂੰ ਚੱਕਣਾ, ਉਧਰ ਟਾਰਗੇਟ ਕਰਨ ਵਾਲੇ ਰੈੱਡ ਫਲੈਗ ਕਰਨਾ, ਜਾਂ ਗਨ ਦਾ ਆਪਰੇਸ਼ਨ ਨਾ ਹੋਣਾ, ਕੌਕ ਨਾ ਕਰਨੀ ਆਉਣੀ, ਗਨ ਨੂੰ ਚੱਕ ਕੇ ਤੁਰਨ ਦਾ ਇੱਕ ਸਲੀਕਾ ਨਾ, ਰੱਖਣੀ ਕਿਵੇਂ ਆ, ਐਮੋਨੀਸ਼ਨ ਕਿੱਥੇ ਪਿਆ, ਫਿਰ ਉਹਨੂੰ ਆਪਰੇਸ਼ਨ ਨਹੀਂ ਆਉਣਾ, ਆਲੇ ਦੁਆਲੇ ਬੰਦੇ ਦੇਖਦੇ ਆ। ਉਹਦੇ ਲਈ ਵੈਪਨ ਤਾਂ ਵਧੀਆ ਲੈ ਲੈਣਾ, ਪਰ ਉਹਨੂੰ ਸਿੱਖਣਾ ਕਿਵੇਂ ਆ ਜੀ? ਉਹਦੇ ਲਈ ਫਿਰ ਕੀ ਕੀਤਾ ਜਾ? ਉਹ ਕਲਾਸ ਦੇ ਵਿੱਚ, ਜਦੋਂ ਕਲਾਸ ਦੇ ਵਿੱਚ ਆ ਜਾਂਦੇ ਨਾ ਸਟੂਡੈਂਟ, ਮੈਂ ਜੇ ਇੱਦਾਂ ਕਹਿ ਲਓ ਵੀ ਕਦੇ ਤਾਂ ਕਲਾਸ ਮਿਕਸ ਹੁੰਦੀ ਨਾ, ਹਰੇਕ ਤਰ੍ਹਾਂ ਦੇ ਸਟੂਡੈਂਟ, ਕਦੇ ਕਦੇ ਪੰਜਾਬੀ ਦੀ ਕਲਾਸ ਹੁੰਦੀ, ਮੈਂ ਪੰਜਾਬੀ ਨੂੰ ਇਹ ਕਹਿਣਾ ਹੁੰਦਾ ਵੀ ਜਿਹੜੀ ਤੁਹਾਡੀ ਅੱਜ ਗਨ ਬਾਰੇ ਸੋਚਣੀ ਆ ਨਾ, ਮੈਂ ਸ਼ਾਮ ਤੱਕ ਔਰ ਕੱਲ ਤੱਕ ਤੁਹਾਡਾ ਦਿਮਾਗ ਸੋਚਣੀ ਜਿਹੜੀ ਇਹਦੇ ਬਾਰੇ ਬਦਲ ਦੇਣੀ। ਵੈਰੀ ਗੁੱਡ। ਔਰ ਕਈ ਮੈਨੂੰ ਕਹਿ ਦਿੰਦੇ ਆ ਵੀ ਭਾਜੀ ਤੁਹਾਨੂੰ ਯਕੀਨ ਆ, ਮੈਂ ਕਿਹਾ ਇਹ ਫਿਰ ਤੁਸੀਂ ਦੱਸੋ ਕੱਲ ਨੂੰ ਮੈਨੂੰ, ਜੋ ਤੁਸੀਂ ਅੱਜ ਸੋਚ ਕੇ ਆਏ ਆ ਔਰ ਕੱਲ ਸੋਚ ਕੇ ਆ ਵੀ ਉਹ ਬਦਲਿਆ ਕਿ ਨਹੀਂ ਬਦਲਿਆ। ਔਰ ਹਰ ਵਾਰੀ, ਹਰੇਕ ਵਾਰੀ ਇਹ ਮੰਨਦੇ ਆ 100% ਆਫ ਦਾ ਟਾਈਮ ਵੀ ਨਹੀਂ, ਤੂੰ ਸਾਨੂੰ ਬਦਲ ਦਿੱਤਾ। ਅਸੀਂ ਤਾਂ ਸੋਚਦੇ ਸੀ ਕਿ ਕਿਸੇ ਨੂੰ ਹਾਰਮ ਕਰਨੇ ਵਾਲੀ ਚੀਜ਼ ਹੈ, ਤੂੰ ਕਹਿੰਦਾ ਨਹੀਂ ਇਹ ਤਾਂ ਦੋਸਤ ਬਣਾਉਣ ਵਾਲੀ ਚੀਜ਼ ਹੈ, ਅਸੀਂ ਤਾਂ ਦੋਸਤ ਬਣਾਵਾਂਗੇ। ਮੈਂ ਕਿਹਾ ਤੁਸੀਂ ਕਲਾਸ 'ਚ 10 ਜਣੇ ਆਏ, ਮੇਰੇ 10 ਦੋਸਤ ਬਣ ਗਏ ਹੋਰ? ਕਹਿੰਦੇ ਜੀ ਅਸੀਂ ਬਣ ਗਏ, ਹਮੇਸ਼ਾ ਤੁਹਾਡੇ ਨਾਲ ਰਵਾਂਗੇ। ਬਿਲਕੁਲ ਠੀਕ। ਉਹ ਮੈਂ ਇਹਨਾਂ ਨੂੰ ਚੈਲੰਜ ਕਰਕੇ ਦੀ ਸੋਚ ਨਹੀਂ ਬਦਲਦਾ ਹੈਗਾ। ਜਿਹੜੇ ਤੁਸੀਂ ਰੇਂਜ ਵਿੱਚ ਕਿਹਾ ਬਹੁਤ ਇੰਪੋਰਟੈਂਟ ਹੈ, ਉੱਥੇ ਚੱਜ ਨਾਲ ਫੜੀਏ। ਜੇ ਤਾਂ ਆਪਾਂ ਕਲਾਸ ਚੰਗੀ ਤਰ੍ਹਾਂ ਲਾਈਓ, ਬੈਠੋ, ਪੜ੍ਹੇ ਹੋ, ਫਿਰ ਤੁਸੀਂ ਸਿੱਖ ਜਾਂਦੇ ਆ। ਸੋਹਣਾ ਲੱਗਦਾ, ਬਹੁਤ ਸੋਹਣਾ, ਤੁਹਾਡੀ ਸ਼ਾਨ ਬਣਦੀ ਹੈਗੀ ਆ ਤੁਹਾਡੀ ਨਾ। ਮੈਂ ਉਹਨੂੰ ਕਹਿੰਦਾ ਹੁੰਦਾ ਵੀ ਤੁਸੀਂ ਆਪਣੇ ਆਪ ਬਾਰੇ ਚੰਗਾ ਫੀਲ ਕਰੋਗੇ ਜਦ ਤੁਹਾਨੂੰ ਨੌਲੇਜ ਹੋਊਗੀ। ਬਿਲਕੁਲ। ਫਿਰ ਮੈਂ ਇਹ ਕਹਿੰਦਾ ਹੁੰਦਾ ਵੀ ਤੁਹਾਨੂੰ ਗਨ ਲਾਇਸੈਂਸ ਆਉਣ ਤੋਂ ਪਹਿਲਾਂ ਜਿੰਨੀਆਂ ਵੀ ਇੱਥੇ ਸ਼ੂਟਿੰਗ ਰੇਂਜਸ ਆ, ਉੱਥੇ ਬੈਂਚ ਲੱਗੇ ਹੋਣ, ਤੁਸੀਂ ਜਾ ਕੇ ਬੈਠੋ, ਦੇਖੋ ਲੋਕ ਫੜਦੇ ਕਿੱਦਾਂ ਆ, ਉਹ ਡਿਸਪਲਿਨ ਕੀ ਆ ਉਹਨਾਂ ਦਾ, ਤਾਂ ਤੁਸੀਂ ਫਿਰ ਬਾਅਦ 'ਚ ਗਨ ਆਉਣ ਤੋਂ ਪਹਿਲਾਂ ਇੰਨੇ ਸਿੱਖਿਓ ਹੋਵੋਗੇ ਵੀ ਕੋਈ ਹਾਦਸਾ ਨਹੀਂ ਹੋਊਗਾ।
ਕਿਉਂਕਿ ਮੈਨੂੰ ਇਹ ਕਿਹਾ ਜਾਂਦਾ ਆ ਕਈ ਵਾਰੀ ਕਲਾਸ ਦੇ ਵਿੱਚ ਫੋਟੋ ਵਗੈਰਾ ਲੱਗੀਆਂ ਆ ਵੀ ਤੈਨੂੰ ਇੰਨਾ ਚਿਰ ਹੋ ਗਿਆ ਤੇਰੇ ਨਾਲ ਸ਼ਿਕਾਰ ਤੇ 18 20 ਬੰਦੇ ਹੁੰਦੇ ਆ। ਬਿਲਕੁਲ ਜਾਣਦੇ ਪੂਰੀ ਟੀਮ ਲੈ ਕੇ। ਕਈ ਵਾਰ ਹੱਸਦੇ ਵੀ ਆ ਵੀ ਤੂੰ 18 20 ਬੰਦੇ ਇਕੱਠੇ ਕਰਕੇ ਲੈ ਗਿਆ, ਸਾਰੇ ਪੰਜਾਬੀ ਆ, ਇਹ ਜੱਟ ਇਕੱਠੇ ਕੀਤੇ ਉਹ ਸ਼ਰਾਬ ਵੀ ਪੀਂਦੇ ਆ, 7 ਰਾਤਾਂ ਤੁਸੀਂ ਜੰਗਲ 'ਚ ਰਹੇ ਆ ਵੀ ਮੁੜੇ ਕਿੰਨੇ ਸੀ? ਮੈਂ ਕਹਿੰਦਾ ਸਾਰੇ ਮੁੜੇ ਔਰ ਪਿਆਰ ਨਾਲ ਮੁੜੇ, ਹੱਸ ਕੇ ਮੁੜੇ ਆ। ਬਿਲਕੁਲ ਅਸੀਂ ਉੱਥੇ ਜਾ ਕੇ ਆਪਣੇ ਆਪ ਤੇ ਵੀ ਕਾਨੂੰਨ ਲਾਗੂ ਕਰ ਲਈਦਾ। ਹਾਂ, ਮੈਨੂੰ ਦੱਸਦੇ ਬੰਦੇ ਕਹਿੰਦੇ ਟਾਈਮ ਦਿੱਤਾ ਹੈ ਰਾਏ ਸਾਹਿਬ ਦਾ, ਆਹ ਹੋਣਾ ਆਹ ਨਹੀਂ ਹੋਣਾ। ਹਾਂਜੀ, ਅਸੀਂ ਆਪਣੇ ਆਪ ਤੇ ਕਾਨੂੰਨ ਲਾਗੂ ਕਰ ਲਈਦਾ। ਹੁਣ ਇਹ ਕਹਿ ਦਈਦਾ ਸਾਡੇ 'ਚੋਂ ਕੋਈ ਵੀ ਕਹਿ ਸਕਦਾ ਵੀ ਆਪਾਂ ਹੁਣ ਜ਼ਿਆਦਾ ਬੰਦੇ ਆ, ਜਦੋਂ ਅਸੀਂ ਕੈਂਪ ਤੇ ਬੈਠੇ ਆ, ਅਸੀਂ ਬਾਰਬੀਕਿਊ ਕਰ ਰਹੇ ਆ, ਖਾ ਰਹੇ ਆ, ਪੀ ਰਹੇ, ਟ੍ਰੇਲਰ 'ਚ ਸੌ ਰਹੇ, ਕਿਸੇ ਦੇ ਵੀ ਹੱਥ ਦੇ ਵਿੱਚ ਰਾਈਫਲ ਨਹੀਂ ਹੋਣੀ ਚਾਹੀਦੀ। ਤੁਸੀਂ ਪਿਕਅਪ ਦੇ ਵਿੱਚ ਰਾਈਫਲ ਲੌਕ ਕਰਕੇ ਤਾਂ ਖਾਲੀ ਹੱਥੀ ਕੈਂਪ ਤੇ ਰਹਿਣਾ। ਉਹ ਇੱਕ ਕਿਸਮ ਦਾ ਅਸੀਂ ਆਪਣੇ ਆਪ ਦੇ ਉੱਤੇ ਇੱਕ ਲਾਅ ਬਣਾ ਲਿਆ। ਜਦ ਉਹ ਬਣਾ ਲੈਂਦੇ ਆ ਫਿਰ ਹਾਦਸਾ ਹੋਣ ਦਾ ਤਾਂ ਖਤਰਾ ਕੋਈ ਨਹੀਂ ਜੀ। ਹਾਂਜੀ, ਅੱਛਾ ਰਾਏ ਸਾਹਿਬ, ਇੱਕ ਹੋਰ ਗੱਲ ਬਾਹਰ ਚੱਲਦੀ ਆ, ਜਦ ਕਿਤੇ ਗੱਲ ਅਸਲੇ ਦੀ ਚੱਲਦੀ ਆ, ਉਹ ਕਹਿੰਦਾ ਅਸਲੇ ਦਾ ਲਾਇਸੈਂਸ ਕਿਉਂ ਲੈਣਾ? ਅਸੀਂ ਦਵਾਂ 4000 ਐਂਟੀਕ ਲਵਾਂਗੇ, ਨਾ ਕੋਈ ਲਾਇਸੈਂਸ ਨਾ ਕੋਈ, ਨਹੀਂ ਗੱਡੀ ਜਿੱਧਰ ਮਰਜ਼ੀ ਲਈ ਫਿਰੇ। ਉਹ ਵੀ ਸਮਝਾਇਓ ਵੀ ਉਹ ਕੀ ਨੇ ਵੈਪਨ, ਕਿਉਂਕਿ ਆਪਣੇ ਬੰਦੇ ਲੱਭ ਲੈਂਦੇ ਆ ਸਭ ਕੁਝ। ਐਂਟੀਕ ਦੇ ਬਾਰੇ ਤਾਂ ਅਕਸਰ ਲੋਕ ਪੁੱਛਦੇ ਰਹਿੰਦੇ ਹੈਗੇ ਆ। ਇਹ ਗਵਰਨਮੈਂਟ ਦਾ ਲਾਅ ਆ ਜੀ। ਅੱਛਾ ਜੀ। ਜੇ ਕੋਈ ਐਂਟੀਕ ਫਾਇਰ ਆਰਮ ਆ, ਉਹ ਰਾਈਫਲ ਵੀ ਹੋ ਸਕਦੀ ਆ, ਸ਼ਾਰਟਗਨ ਵੀ ਹੋ ਸਕਦੀ ਆ। ਬਹੁਤੇ ਪੰਜਾਬੀ ਸ਼ੌਕੀਨ ਹੈਗੇ ਬੈਬਲੇ ਸਕਾਟ ਰਿਵਾਲਵਰ ਦੇ, ਉਹ ਐਂਟੀਕ ਉਹ 'ਚ ਹੈਗੇ ਆ। ਮੈਂ ਵੀ ਇੱਕ ਬਹੁਤ ਚਿਰ ਦਾ ਰੱਖਿਆ ਆ, ਸ਼ੌਕੀਆ ਤੌਰ ਚਲਾਇਆ ਨਹੀਂ ਮੈਂ ਕਦੇ, ਐਂਟੀਕ ਦਾ ਰੱਖਿਆ। ਸੋ ਜੇ ਕੋਈ ਤੁਹਾਡੇ ਕੋਲ ਐਂਟੀਕ ਫਾਇਰ ਆਰਮ ਹੈ ਨਾ, ਜਿਹੜਾ ਕਾਨੂੰਨ ਹੈ ਉਹ ਕਹਿੰਦਾ ਵੀ ਉਹਦੇ ਲਈ ਨਾ ਤੁਹਾਨੂੰ ਗਨ ਲਾਇਸੈਂਸ ਦੀ ਲੋੜ ਆ, ਨਾ ਕੈਰੀ ਪਰਮਿਟ ਦੀ ਲੋੜ ਹੈਗੀ ਆ। ਤੇ ਕਿੰਨਾ ਪੁਰਾਣਾ ਚਾਹੀਦਾ ਵੈਪਨ? ਘੱਟ ਤੋਂ ਘੱਟ 100 ਸਾਲ ਪੁਰਾਣਾ, ਔਰ ਉਹਦੇ ਵਿੱਚ ਕੁਝ ਹੋਰ ਕੰਡੀਸ਼ਨ ਵੀ ਆ, ਕੈਲੀਬਰ ਕਿਹੜਾ ਹੋਵੇ, ਉਹਦੀ ਲੰਬਾਈ ਕਿਹੜੀ ਹੈ, ਉੱਤੇ ਮਾਰਕਿੰਗ ਕਿਹੜੀ ਹੋਵੇ, ਕੁਝ ਹੋਰ ਹੈਗੇ। ਸਿੱਧਾ ਇਦਾਂ ਨਹੀਂ ਵੀ 100 ਸਾਲ ਪੁਰਾਣਾ। ਸੋ ਇਹ ਸੋਚਦੇ ਆ ਵੀ ਇਹ ਚੱਲਣ ਵਾਲਾ ਨਹੀਂ, ਇਹ ਐਂਟੀਕ ਹੈ। ਹਾਂ, ਪਰ ਉਹ ਚੱਲਦਾ, ਬਿਲਕੁਲ ਚੱਲਦਾ। ਦੇਖੋ ਕਾਨੂੰਨ ਕੀ ਕਰਦੇ, ਚੰਗੀ ਤਰ੍ਹਾਂ ਚੱਲਦਾ। ਉਹ ਮੈਂ ਕਈ ਹੱਸਦਾ ਹੁੰਦਾ ਆ ਵੀ ਐਂਟੀਕ ਰਿਵਾਲਵਰ ਤੁਸੀਂ ਫੜ ਕੇ ਖੜੇ ਆ, ਇੱਕ ਪਾਸੇ ਤੁਸੀਂ ਕਾਨੂੰਨ ਦੀ ਜਿਹੜੀ ਕਿਤਾਬ ਉਹਦੇ ਮੈਂ ਲੈਮੀਨੇਟ ਕਰਕੇ ਰੱਖੀ ਹੋ ਆ, ਉਹ ਹੈਗੀ ਆ, ਉਹ ਉੱਤੇ ਲਿਖਿਆ ਹੈ ਕਿ ਐਂਟੀਕ ਫਾਇਰ ਆਰਮ ਡੀਮਡ ਨਾਟ ਟੂ ਬੀ ਅ ਫਾਇਰ ਆਰਮ ਐਜ਼ ਪਰ ਦਾ ਕੈਨੇਡੀਅਨ ਕ੍ਰਿਮੀਨਲ ਕੋਡ। ਇਹ ਲਫ਼ਜ਼ ਉਹਦੇ ਉੱਤੇ ਤੇ ਪੜਾਕਾ ਪਾਉਂਦਾ ਸਭ ਤੋਂ ਬੜਾ ਉਹ। ਠੀਕ ਹੈ। ਹਾਂ, ਹੁਣ ਇਹ ਫਾਇਰ ਆਰਮ ਨਹੀਂ ਹੈਗਾ। ਉਹ ਦੂਜੇ ਪਾਸੇ ਤੁਸੀਂ ਰਿਵਾਲਵਰ ਫੜ ਕੇ ਖੜੇ ਆ ਵੈਬਲੇ ਸਕਾਟ ਦਾ 455 ਦਾ ਹਨਾ, ਝੋਟਾ ਮਾਰਦੇ ਉਹ। ਕਾਨੂੰਨ ਕਹਿੰਦਾ, ਹਾਂ ਜੀ ਝੋਟਾ ਮਾਰ, ਕਾਨੂੰਨ ਕਹਿੰਦਾ ਆ ਵੀ ਇਹ ਗਨ ਨਹੀਂ, ਤੁਸੀਂ ਕਹਿੰਦੇ ਮੇਰੇ ਤਾਂ ਹੱਥ ਫੜੀ ਹੋਇਆ ਤਾਂ ਲੋਹੇ ਦੀ ਚੀਜ਼ ਆ, ਕਾਨੂੰਨ ਕਹਿੰਦਾ ਮੈਨੂੰ ਦਿਖਦੀ ਨਹੀਂ। ਓਏ ਹੋਏ, ਇਹ ਤਾਂ ਦੀਦੀ ਨਹੀਂ, ਮੈਨੂੰ ਗਨ ਹੈ ਹੀ ਨਹੀਂ। ਅਸਲ ਦੇਸ਼ ਸਾਊ ਆ ਜੀ। ਹਾਂ, ਦੇਸ਼ ਸਾਊ ਆ ਜੀ। ਤੇ ਜੇ ਆਪਾਂ ਇਹਨਾਂ ਦੇ ਸਾਊਪੁਣਾ ਦੇ ਨਾਲ ਜੋ ਕੁਛ ਆਪਾਂ ਹੁਣ ਕੌਮ ਨੇ ਤਰੱਕੀਆਂ ਕੀਤੀਆਂ, ਪੜ੍ਹਾਈਆਂ ਲਿਖਾਈਆਂ ਕੀਤੀਆਂ, ਇਹਨਾਂ ਦੇ ਨਾਲ ਇੱਦਾਂ ਹੀ ਤੁਰਦੇ ਰਹੀਏ ਤਾਂ ਬੜੀ ਖੁਸ਼ੀ ਆ, ਆਨੰਦ ਆ। ਰਾਏ ਸਾਹਿਬ, ਜਦ ਨਾ ਸ਼ੁਰੂ 'ਚ ਮੋਟਰਸਾਈਕਲ ਚਲਾਉਣ ਲੱਗੇ, ਲੰਘਦੇ ਬੰਦਿਆਂ ਨੇ ਸਿਰ ਤੇ ਹੱਥ ਮਾਰਨਾ ਕਿ ਕਿੱਥੇ ਹੈਲਮਟ। ਹਾਂਜੀ, 15 ਸਾਲ ਪਹਿਲਾਂ, ਮੇਰੇ ਤੋਂ ਪਹਿਲਾਂ ਵੀ ਸ਼ੁਰੂ ਕੀਤੇ। ਹਾਂਜੀ, ਹੁਣ ਉਹੀ ਬੰਦਿਆਂ, ਉਹੀ ਦਸਤਾਰਾਂ ਨੇ, ਜਦ ਮੋਟਰਸਾਈਕਲ ਲੈ ਕੇ ਵਧੀਆ ਹਾਰਲੇ ਦੇ ਤੁਸੀਂ ਖੜਕਾਟ ਪੈਂਦਾ ਹੈ, ਕੋਈ ਨਹੀਂ ਕਹਿੰਦਾ ਤੁਹਾਡੀ ਕਿੱਥੇ ਹੈਲਮਟ। ਤਾਂ ਉਹਨਾਂ ਨੂੰ ਪਤਾ ਵੀ ਡਰੈਸਡ ਨੇ, ਪੂਰਾ ਗੇਅਰ ਕੀਤਾ ਹੈ, ਬਾਈਕ ਦੱਸਦੇ ਨੇ, ਰੋਡ ਕੈਪਟਨ ਆ ਮੂਹਰੇ, ਸਟੈਗਰਡ ਚੱਲਦੇ ਨੇ, ਕੋਈ ਨਹੀਂ ਕਹਿੰਦਾ। ਇਸੇ ਤਰ੍ਹਾਂ ਹੀ ਤੁਹਾਡੀ ਜ਼ਿੰਦਗੀ 'ਚ ਹੋਇਆ। ਇਹ ਤੁਸੀਂ ਜੀ ਜਦ ਚਲਾਏ ਮੋਟਰਸਾਈਕਲ ਜਾਂ ਦਸਤਾਰ ਦਾ ਕੰਮ ਕੀਤਾ, ਤੁਸੀਂ ਉਹਨਾਂ ਤੋਂ ਇੱਕ ਇੱਜ਼ਤ ਖੱਟ ਲਈ ਜੀ। ਅਸੀਂ, ਸਾਡਾ ਧਰਮ ਦਾ ਹਿੱਸਾ ਹੈ, ਪਰ ਅਸੀਂ ਤੁਹਾਡੇ ਵਰਗੇ ਹੀ ਆ। ਅਸੀਂ ਤੁਹਾਡੇ ਵਾਂਗੇ ਕਾਨੂੰਨ ਮੰਨਾਂਗੇ ਜਾਂ ਜ਼ਿਆਦਾ ਮੰਨਾਂਗੇ। ਇਹੋ ਹੀ ਮੈਂ ਸ਼ਾਸਤਰਾਂ ਦੇ ਮਸਲੇ 'ਚ ਕਹਿੰਦਾ ਹੁੰਦਾ, ਕਦੇ ਇਲੀਗਲ ਹਥਿਆਰ ਨਾ ਰੱਖੋ, ਬਿਲਕੁਲ ਲੋੜ ਨਹੀਂ। ਦੇਸ਼ ਸਾਨੂੰ ਅਲਾਓ ਕਰਦਾ ਆ, 1 ਲੈ ਲਓ, 100 ਲੈ ਲਓ, 1000 ਲੈ ਲਓ, ਬਹੁਤ ਵੱਡੀ ਗੱਲ ਹੈ ਨਾ, ਬਿਲਕੁਲ ਲੋੜ ਨਹੀਂ। ਉਹਨੂੰ ਇੰਜੋਏ ਕਰੋ। ਹੁਣ ਅਸੀਂ ਜਦ ਜੰਗਲ ਜਾਂਦੇ ਆ, ਜਦ ਉੱਥੇ ਜਾ ਕੇ ਕੈਂਪ ਤੰਬੂ ਲਾਈਦੇ ਆ, ਉੱਥੇ ਹੋਰ ਵੀ ਸ਼ਿਕਾਰੀ ਆਏ ਹੁੰਦੇ ਆ। ਉਹ ਫਿਰ ਹੁਣ ਬਾਬੇ ਨਾਨਕ ਦੀ ਫੌਜ ਨੂੰ ਦੂਜਿਆਂ ਨੂੰ ਛਕਾਉਣ ਦਾ ਵੀ ਸ਼ੌਂਕ ਹੈ, ਕਰੀਦਾ ਆ, ਉਹ ਆਪ ਆ ਜਾਂਦੇ ਆ। ਇੱਕ ਉਹ ਜ਼ਮਾਨਾ ਸੀਗਾ ਜਦੋਂ ਇਹ ਕਹਿਣਾ ਵੀ ਆ ਪੱਗ ਵਾਲਾ ਜੰਗਲ 'ਚ ਕੌਣ ਫਿਰਦਾ, ਸ਼ਿਕਾਰ ਖੇਲਦਾ ਹੋਊਗਾ। ਹੁਣ ਇੱਥੋਂ ਤੱਕ ਵੀ ਮਾਣ ਹੋ ਜਾਂਦਾ, ਆ ਕੇ ਕਹਿ ਜਾਂਦੇ, ਪੁੱਛ ਲੈਂਦੇ ਆ ਵੀ ਹੁਣ ਤੁਸੀਂ ਆ ਗਏ, ਥੋੜਾ ਜਿਹਾ ਸਾਡੇ ਲਈ ਵੀ ਛੱਡ ਦਿਓ, ਤੁਸੀਂ ਤਾਂ ਛੱਡਣਾ ਕੱਖ ਨਹੀਂ। ਵਾਹ, ਹੈ ਨਾ। ਸੋ ਇਹ ਕੁਛ ਸਿੱਖਣ ਦਾ, ਕੁਛ ਸਿਖਾਲਣ ਦਾ, ਆਪਣੇ ਆਪ ਨੂੰ ਇਸ ਮਨ 'ਚ ਰੱਖਣਾ ਵੀ ਸਿੱਖ ਕੇ ਕੰਮ ਕਰਾਂਗੇ, ਉਹਦੇ ਨਾਲ ਦਾ ਤਾਂ ਆਨੰਦ ਕੋਈ ਨਹੀਂ ਨਾ। ਅਖੀਰ ਦੇ ਵਿੱਚ ਜੀ ਸਮਾਂ ਭੱਜ ਗਿਆ, ਤੇ ਅਖੀਰ 'ਚ ਕੋਈ ਚੀਜ਼ ਮੈਂ ਨਾ ਪੁੱਛੀ ਹੋਵੇ ਪਲੀਜ਼ ਕਵਰ ਕਰਿਓ ਤੇ ਕੰਟੈਕਟ ਦੇ ਕੇ ਜਾਇਓ। ਮੈਂ ਇਹੋ ਹੀ ਆ ਜੀ ਵੀ ਜੇ ਤੁਸੀਂ ਕਿਸੇ ਵੀ ਗੱਲ ਨੂੰ ਇਦਾਂ ਨਾ ਸੋਚੋ ਵੀ ਆਪਾਂ ਇਦਾਂ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਵੈਲਕਮ ਹੈ। ਤੁਸੀਂ ਮੈਨੂੰ ਫੋਨ ਕਰ ਲਵੋ ਜੀ, ਤੁਸੀਂ RCMP ਨੂੰ ਫੋਨ ਕਰ ਲਵੋ, ਕੋਈ ਵੀ ਕੁਐਸਚਨ ਹੋਵੇ। ਮੇਰਾ ਫੋਨ ਨੰਬਰ ਹੈਗਾ 604 ਜੀ 716 4455। ਤੋ ਕਦੇ ਵੀ ਫੋਨ ਕਰੋ। ਜੇ ਕਿਤੇ ਮੈਂ ਕਲਾਸ 'ਚ ਬੈਠਾ ਨਹੀਂ ਆਨਸਰ ਕਰਦਾ ਫੋਨ, ਮੈਸੇਜ ਕਰ ਦਿਓ, ਜਾਂ ਮੈਂ ਮਿਸ ਕਾਲ ਦੇ ਕੇ ਕਾਲ ਕਰ ਹੀ ਲੈਣਾ ਹੁੰਦਾ ਹੈਗਾ ਜੀ। ਤਾਂ ਇਹਨੂੰ ਬਤੌਰੇ ਸਪੋਰਟ ਇੰਜੋਏ ਕਰੋ। ਤੇ ਕਲਾਸਾਂ ਲੱਗਦੀਆਂ ਰਹਿੰਦੀਆਂ ਹਰ ਵੀਕ?
ਕਲਾਸਾਂ ਹੁਣ ਬੜੀਆਂ ਬਿਜ਼ੀ ਆ ਜੀ, ਹੈਰਾਨੀ ਵਾਲੀ ਗੱਲ ਹੈ। ਅੱਛਾ, ਕੋਵਿਡ ਬਾਅਦ ਬਿਜ਼ੀ ਹੋ ਗਏ ਜੀ ਬਹੁਤ। ਡਿਊਰਿੰਗ ਹਾਂ, ਕਲਾਸਾਂ ਇੰਨੀਆਂ ਜ਼ਿਆਦੀਆਂ ਬਿਜ਼ੀ ਹੋ ਗਈਆਂ, ਕਮਾਲ ਹੋ ਗਈ ਵੀ ਅੱਗੇ ਕਦੇ ਨਹੀਂ ਹੋਈਆਂ। ਸੁਰੱਖਿਆ ਤਾਂ ਹੋ ਗਈ ਜਾਂ ਵਿਹਲੇ ਹੋ ਗਏ। ਸ਼ਾਸਤਰ ਇੰਨੇ ਜ਼ਿਆਦਾ ਵਿਕਣ ਲੱਗ ਪਏ ਆ, ਕਦੇ ਨਹੀਂ ਇੰਨੇ ਵਿਕੇ। ਉਹਨਾਂ ਦੀ ਸੇਲ ਇੰਨੀ ਹਾਈ ਹੋ ਗਈ ਆ, ਕਦੇ ਨਹੀਂ ਹੋਈ। ਲੋਕਾਂ ਨੂੰ ਕੁਝ ਪਤਾ ਲੱਗ ਗਿਆ ਜ਼ਿਆਦਾ, ਜਿਹੜੇ ਲੋਕਾਂ ਨੂੰ ਸ਼ੌਂਕ ਸੀਗਾ ਨਾ, ਹੁਣ ਉਹਨਾਂ ਨੂੰ ਪੂਰਾ ਪਤਾ ਲੱਗ ਗਿਆ ਵੀ ਸ਼ੌਂਕ ਅਸੀਂ ਪੂਰਾ ਇੱਥੇ ਕਰ ਸਕਦੇ ਹਾਂ। ਹਾਂਜੀ, ਧੰਨਵਾਦ ਬਹੁਤ ਬਹੁਤ ਰਾਏ ਸਾਹਿਬ। ਸ਼ੋਭੇ ਸ਼ਾਬਾ, ਸਤਿ ਸ਼੍ਰੀ ਅਕਾਲ। ਸਰ ਰਾਜ ਸਿੰਘ ਰਾਏ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਨੇ ਮਾਣ ਖੱਟਿਆ। ਗੁਰੂ ਦੀ ਉਹ ਕਿਰਪਾ ਹੁੰਦੀ ਹੈ, ਮਾਣ ਮਿਲਦੇ ਨੇ, ਪਰ ਸਾਡੇ ਨਿੱਘੇ ਦੋਸਤ ਨੇ, ਭਰਾ ਨੇ, ਕਦੇ ਵੀ ਅਸੀਂ ਆਫ ਦਾ ਰੈਕਡ ਬਹਿ ਕੇ ਵੀ ਗੱਲ ਕਰੀਏ, ਜਦ ਕਾਨੂੰਨ ਦੀ ਗੱਲ ਆ ਗਈ ਫਿਰ ਉਹ ਲਾਈਨ ਖਿੱਚ ਦਿੰਦੇ ਨੇ ਵੀ ਨਹੀਂ ਇਹਦੇ ਬਾਅਦ ਨਹੀਂ ਆਪਾਂ ਜਾਣਾ, ਆਹ ਕਰੋ। ਕੋਈ ਵੀ ਤੁਹਾਡਾ ਹਥਿਆਰਾਂ ਸੰਬੰਧੀ ਲਾਇਸੈਂਸ ਦੀ ਗੱਲ, ਕੋਈ ਗਨਸ ਦੇ ਬਾਰੇ ਕੋਈ ਜਾਣਕਾਰੀ ਉਹ ਲੈਣੀ ਹੋਵੇ, ਦੁਨੀਆ ਦੇ ਬਹੁਤ ਮਹਿੰਗੇ ਵੈਪਨਸ ਨੇ ਬਾਈ ਜੀ ਦੀ ਕਲੈਕਸ਼ਨ ਦੇ ਵਿੱਚ, 10-10 ਹਜ਼ਾਰ ਦੀ ਗਨ ਹੈ, ਅਤੇ ਜਿਹੜੀ ਵੇਖਿਆ ਪਤਾ ਲੱਗਦਾ ਵੀ ਕੀ ਚੀਜ਼ ਹੈ, ਅਤੇ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਤੁਹਾਨੂੰ ਦੇ ਕੇ ਹਟੇ ਨੇ। ਵਾਪਸ ਆਉਂਦੇ ਹਾਂ ਹੁਣੇ ਹੀ ਵਪਾਰਕ ਸੰਦੇਸ਼ਾਂ ਤੋਂ ਬਾਅਦ। ਗੱਲਬਾਤ ਤੁਸੀਂ ਰਾਜ ਸਿੰਘ ਰਾਏ ਹੋਣਾ ਨਾਲ ਸੁਣ ਕੇ ਹਟੇ ਹੋ। ਹਥਿਆਰਾਂ ਦੀ ਜਿਹੜੀ ਦਾ ਸਤਿਕਾਰ, ਉਹਨੂੰ ਕਿਵੇਂ ਰੱਖਣਾ, ਕੈਨੇਡੀਅਨ ਗਨ ਲਾਇਸੈਂਸ ਦੀਆਂ ਕਾਨੂੰਨ ਕੀ ਨੇ, ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਆਸ ਹੈ ਤੁਸੀਂ ਪਸੰਦ ਕੀਤਾ ਹੋਏਗਾ ਸ਼ੋਅ। ਕੱਲ੍ਹ ਨੂੰ ਸਵੇਰੇ 9:15 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ। ਰੱਬ ਰੱਖਾ।